ਸਕਰੀਨਸ਼ਾਟ ਇਹਦੇ ਬਾਅਦ ਵਿੱਚ ਸਕਰੀਨ ਤੇ ਆਮਰ ਭਾਈ ਮੈਂ ਤੁਹਾਨੂੰ ਸਾਰਿਆਂ ਨਾਲ ਵੱਡੀ ਮੁਬਾਰਕ ਦੱਸਣਾ ਨਾਲ ਉਸਤਾਦ ਦੇ ਉੱਤੇ ਟਿਕ ਟਿਕੀ ਵੀ ਲਾਓ, ਠੀਕ ਹੈ, ਤੇ ਜਿਹੜਾ ਨਤੀਜਾ ਨਿਕਲਦਾ ਉਹਦਾ ਉਹ ਆਪ ਜ਼ਿੰਮੇਦਾਰ। ਲਾਓ ਉਹ ਜਿਹੜਾ ਸਿੱਧੂ ਦੀ ਹੈ ਨਾ ਆਈਡੀ ਉੱਤੇ ਚੈੱਕ ਕਰੋ ਜਾ ਕੇ, ਤੇ ਜਨਾਬ ਉੱਤੇ ਤਲਤ ਹੈ ਨਾ, ਤਲਤ ਨਾਦਰ ਦੀ ਬਰਾੜ, ਉਹਦੇ ਉੱਤੇ ਲਾਈਵ ਇੱਕ ਬੰਦਾ ਆਇਆ ਤੇ ਉਹਨੇ ਇਹੀ ਕੰਮ ਕੀਤਾ ਹੈ ਤੇ ਇਹਨਾਂ ਨੇ ਉਹਨੂੰ ਵੱਡੀ ਸਕਰੀਨ ਤੇ ਕੀਤਾ ਹੈ। ਨਾਦਰ ਤਲਤ ਦੀ ਬਰਾੜ ਦੇ ਉੱਤੇ ਵੱਡੀ ਸਕਰੀਨ ਤੇ ਲਾਇਆ, ਜਦੋਂ ਉਹਨੂੰ ਦੇਖਿਆ ਤੇ ਜੁੱਤੀਆਂ ਮਾਰਦੇ ਫਿਰ ਉਹ ਥੱਲੇ ਲਾ ਦਿੱਤਾ। ਉਹ ਸਿੱਧੂ ਦੀ ਹੈ ਇਹ ਤੇ ਐਵੇਂ ਬਹਾਨੇ ਨੇ ਨਾ, ਇਹ ਤੇ ਐਵੇਂ ਬਹਾਨੇ ਨੇ ਨਾ। ਉਹਨਾਂ ਨੂੰ ਤਸਵੀਰਾਂ ਉਹਨਾਂ ਕੋਲ ਹੈ ਹੀ ਛੜਾ ਇਹ ਕਰਤਬ ਨੇ, ਹੋਰ ਉਹਨਾਂ ਕੋਲ ਹਰਕਤ ਕਰਨ ਵਾਲੀ ਕੋਈ ਨਹੀਂ, ਤੇ ਇਹ ਬਹਾਨੇ ਢੂੰਡਣੇ। ਫਿਰ ਉਹਨੇ ਇਹ ਲਫ਼ਜ਼ ਬੋਲ ਦਿੱਤਾ ਹੈ, ਉਹਨੇ ਉਹ ਤਸਵੀਰਾਂ ਤੇ ਜੁੱਤੀਆਂ ਮਰਵਾਈਆਂ ਨੇ, ਉਹਨੇ ਵੱਡੀ ਸਕਰੀਨ ਤੇ ਕੀਤਾ, ਉਹਨੇ ਛੋਟੀ ਸਕਰੀਨ ਤੇ ਕੀਤਾ। ਨੌਨਸੈਂਸ ਗੱਲਾਂ ਨੇ, ਉਹ ਤਸਵੀਰਾਂ ਤੋਂ ਬਗੈਰ ਰਹਿ ਨਹੀਂ ਸੀ ਸਕਦਾ। ਉਹਨੂੰ ਉਹ ਕਹਿ ਕੇ ਗਏ ਉਹਦੇ ਭਰਾ ਕੇ ਨਾਲ ਆ ਜਾਣਬੁੱਝ ਕੇ ਉਸ ਦਿਨ ਉਹ ਆਇਆ ਜਦੋਂ ਗੱਲ ਹੋ ਰਹੀ ਸੀ ਇਹਦੇ 1 ਮੰਥ ਤੋਂ ਦੀ ਬ੍ਰਾਂਚ ਦੇ ਉੱਤੇ। ਉਹਨੇ ਕੀ ਕਿਹਾ? ਉਹਨੇ ਕਿਹਾ ਜੀ ਮੈਂ ਨਹੀਂ ਲਾਂਦਾ, ਮੈਨੂੰ ਤਾਂ ਪਤਾ ਵੀ ਨਹੀਂ ਚੱਲਦਾ ਕਿ ਜੀ ਫਾਈਟਰ ਨੇ ਕਿਹੜੀ ਲਾਣੀ, ਠੀਕ ਹੈ। ਫਾਈਟਰ ਉੱਤੇ ਆਇਆ, ਫਾਈਟਰ ਨੇ ਕੀ ਕਿਹਾ ਕਿ ਜੀ ਮੈਂ ਆਪਣੀ ਮਰਜ਼ੀ ਨਾਲ ਲਾਣਾ, ਤੇ ਅੱਜ ਬਾਟੀ ਕਹਿ ਰਿਹਾ ਜੀ ਲਾ ਲਈ, ਲੱਗੀਆਂ ਨਹੀਂ। ਤੇ ਫਿਰ ਜਿਹੜਾ ਰੱਦੇ ਅਮਲ ਹੈ ਜਿਹੜਾ ਹੋਏਗਾ ਫਿਰ ਉਹ ਆਪ ਰਾਜ਼ੀ ਰਵੇ। ਵੇਖੋ ਨਾ ਮੇਰਾ ਮੈਸੇਜ, ਮੈਂ 1 ਮਿੰਟ ਅਲਾਮਾ ਸਾਹਿਬ ਮੈਂ ਤੁਹਾਡੇ ਨਾਲ ਮੁਖਾਤਬ ਹੋਣਾ। ਵੇਖੋ ਨਾ ਤੁਸੀਂ ਹੁਣ ਆਪਣੀ ਗੱਲ ਨੂੰ ਆਪਣੇ ਉਹਦੇ ਤੇ ਗੱਲ ਕਰ ਲਓ ਨਾ। ਤੁਸੀਂ ਉਹਨੂੰ ਆਖਿਆ ਕਿ ਮਤਲਬ ਮੇਨ ਨੰਬਰ ਉਹਨਾਂ ਦੇ ਭਰਾ ਆਏ ਨੇ, ਉਹਨਾਂ ਨੂੰ ਆਖਿਆ ਨਾ ਉਹਨੇ ਲਾ ਦਿੱਤੀ। ਇਹਦਾ ਮਤਲਬ ਹੈ ਕਿ ਇਹ ਹੁਣ ਇਨਫਰਾਦੀ ਜਾਂ ਜ਼ਾਤੀ ਗੱਲ ਰਹਿ ਗਈ। ਇਹਦੇ ਨਾਲ ਅਗਰ WhatsApp ਕੁਝ ਕਰਦੇ ਨੇ ਤੇ ਜਿਨ੍ਹਾਂ ਦਾ ਕੱਲ ਫਰਮਾਨ ਹੈ ਸਮਰਾਉਣ ਤੇ ਬਹਿ ਕੇ ਇੰਨੀ ਕੁ ਤਕਲੀਫ ਦੇ ਰੋਣ ਨਹੀਂ ਦੇ ਲੈਣੀ ਚਾਹੀਦੀ। ਅਗਰ ਤੁਸੀਂ ਇਹਦੇ ਜਵਾਬ ਵਿੱਚ ਉਹਨਾਂ ਹੀ ਕਰ ਲੈਂਦੇ ਹੋ ਤਾਂ ਜਾਇਜ਼ ਹੈ ਨਾ ਸ਼ਰੀਅਤ ਦੇ ਮੁਤਾਬਕ। ਲੇਕਿਨ ਅਗਰ ਇਹਨੂੰ ਤੁਸੀਂ ਵਧਾ ਕੇ ਜਿਵੇਂ ਕਰੋ ਤੇ ਉਹ ਮੇਰੇ ਖਿਆਲ ਨਾਲ ਥੋੜਾ ਜ਼ਿਆਦੀ ਹੋ ਜਾਏਗੀ। ਅਗਰ WhatsApp ਆਪਣੇ ਬੰਦੇ ਛੁਰੀ ਮਾਰਨ ਲੱਗਾ, ਸਾਰੇ ਚੁੱਪ ਕਰੋ ਯਾਰ, ਚੁੱਪ ਕਰੋ, ਕੋਈ ਗੱਲ ਨਹੀਂ। ਮੈਂ ਛੁਰੀ ਮਾਰਨ ਲੱਗਾ, ਤੁਸੀਂ ਅੱਗੇ ਹੱਥ ਰੱਖਣਾ ਵੀ ਜਿਹੜੀ 6 ਇੰਚ ਮੇਰੇ ਅੰਦਰ ਗਈ ਹੈ ਨਾ, ਉਹ 6 ਇੰਚ ਇਹਦੇ ਅੰਦਰ ਜਾਏ, 6.5 ਇੰਚ ਨਾ ਜਾਏ। ਤੁਸੀਂ ਧਿਆਨ ਮੈਂ ਇਹ ਵੀ ਤੁਹਾਡਾ ਆਰਗੂਮੈਂਟ ਕੱਲ ਸੁਣਿਆ ਸੀ, ਮੈਂ ਤੁਹਾਡਾ ਕੱਲ ਦਾ ਇਹ ਵੀ ਆਰਗੂਮੈਂਟ ਸੁਣਿਆ ਸੀ। ਨਹੀਂ ਕਿ ਮੈਂ ਤੁਹਾਨੂੰ ਫੋਲੋ ਨਹੀਂ ਕਰਦਾ, ਮੈਂ ਤੁਹਾਡੇ ਸਾਰੇ ਆਰਗੂਮੈਂਟ ਸੁਣਦਾ, ਤੁਹਾਨੂੰ ਮੈਂ ਸਮਟਾਈਮ ਮੈਨੂੰ ਦੱਸਣ ਦੀ ਵੀ ਲੋੜ ਨਹੀਂ ਪੈਣੀ। ਲੇਕਿਨ ਮੇਰੇ ਵੀ ਜਦੋਂ ਅੰਦਾਜ਼ਾ ਨਾ ਹੋਵੇ ਕਿ ਮੈਂ ਜ਼ਿਆਦਾ ਕਰ ਲੈਣਾ, ਫਿਰ ਤੁਹਾਨੂੰ ਵੀ ਮਤਲਬ ਉਹਦੇ 'ਚ ਪਤਾ ਕਿ ਮੇਰੇ ਕੋਲ ਜ਼ਿਆਦਤੀ ਵੀ ਹੋ ਸਕਦੀ ਹੈ, ਤੇ ਫਿਰ ਅੱਲਾਹ ਤਾਲਾ ਮੈਨੂੰ ਮਾਫ ਕਰ। ਤੋਂ ਜ਼ਿਆਦਾ ਵੀਡੀਓ ਰਿਕਾਰਡਿੰਗਾਂ ਹੈ ਨੇ ਮੇਰੇ ਕੋਲ ਜਿਹੜੀਆਂ ਕਾਦੀਆਨੀਆਂ ਦੀਆਂ ਬਰਾੜ ਤੇ ਜਾ ਕੇ ਉਹਨਾਂ 'ਚੋਂ ਮੋਸਟ ਦੇ ਵਿੱਚ ਵੱਡੀ ਸਕਰੀਨ ਉਹਨਾਂ ਨੇ ਕੀਤੀ, ਉੱਥੇ ਉਹਨੇ ਇਹ ਕੰਮ ਕੀਤਾ। 10 ਤੋਂ ਜ਼ਿਆਦਾ ਵੀਡੀਓ ਯਾਰ ਸੁਣ ਸਕਦੇ ਦਾ ਮਤਲਬ ਤੁਸੀਂ ਹਰ ਜਗ੍ਹਾ ਤੇ ਮੌਜੂਦ ਹੁੰਦੇ ਹੋ ਜਿੱਥੇ। ਅੱਛਾ ਮਿਸਟਰ ਸਾਹਿਬ, ਗੱਲ ਸ਼ਾਹ ਸਾਹਿਬ ਛੋਟੀ ਗੱਲ ਹੈ। ਇਹ ਜਿਹੜੀ ਮੇਰੀ ਤੇ ਤਸਵੀਰ ਮੇਰੇ ਅੱਬਾ ਜੀ ਦੀ ਹੈ ਨਾ, ਇਹਨਾਂ ਦੀ ਤੇ ਅਹਿਮੀਅਤ ਨਹੀਂ ਹੈ। ਜਿਹੜੇ ਆਲਾ ਹਜ਼ਰਤ ਦੀ ਤਸਵੀਰ ਲੱਗੀ ਹੈ ਨਾ, ਇਹਨਾਂ ਦੇ ਕਰੋੜਾਂ ਲੋਕ ਫਾਲੋਅਰ ਨੇ। ਕਮ ਅਜ਼ ਕਮ ਮਿਰਜ਼ਾਈਆਂ ਦੀ ਤਾਦਾਦ ਨਾਲ ਉਹਨਾਂ ਦੀ ਤਾਦਾਦ ਜ਼ਿਆਦਾ ਹੈ ਜਿਹੜੇ ਉਹਨਾਂ ਦੇ ਫਾਲੋਅਰ। ਇਹਦਾ ਨਤੀਜਾ ਇੱਥੇ ਆਉਣਾ ਚਾਹੀਦਾ ਨਾ। ਜਿੰਨੀ ਤਕਲੀਫ ਪਹੁੰਚਾਈ ਹੈ ਨਾ, ਉਹਦੇ ਨਾਲ ਜ਼ਿਆਦਾ ਪਹੁੰਚ ਗਈ ਤਾਂ ਦੱਸਿਓ ਵੀ ਜ਼ਿਆਦਾ ਪਹੁੰਚ ਗਈ ਤਕਲੀਫ, ਮੈਨੂੰ ਆ ਕੇ ਦੱਸੋ, ਫਿਰ ਅਸੀਂ ਕਰ ਲਾਂਗੇ, ਘੱਟ ਕਰ ਲਾਂਗੇ ਉਹਦੇ ਨਾਲ। ਆਲਾ ਹਜ਼ਰਤ ਤਸਵੀਰ ਲੱਗੀ ਹੈ ਨਾ ਸਾਹਮਣੇ, ਦੇਖਦੇ ਹੋ ਨਾ। ਅਲਾਮਾ ਸਾਹਿਬ ਮੈਂ ਅੱਜ ਕੀਤੀ, ਮੈਂ ਵੇਖਿਆ, ਮੈਂ ਇਸ ਵਾਸਤੇ ਕੱਲ ਨਹੀਂ ਲੱਗਦੀ ਵੀ ਮੈਂ ਇਸ ਵਾਸਤੇ ਨਾ ਜ਼ਰਾ ਦਿਲ ਖੱਟਾ ਜਿਹਾ ਹੋ ਜਾਂਦਾ ਕਿ ਕੀ ਹੁਣ ਮੈਂ ਸਾਰਾ ਹੁਣ ਲਾ ਕੇ ਆਇਆ, ਉੱਤੇ ਟਾਈਮ ਲੱਗਿਆ, ਹੁਣ ਮੈਂ ਮੈਸੇਜ ਕਰਕੇ ਆਇਆ, ਅੱਧਾ ਘੰਟਾ ਤੇਰੇ ਕੋਲ। ਇਹ ਤਸਵੀਰਾਂ ਇੱਥੇ ਰਹੀਆਂ ਤੇ ਜੋ ਨਤੀਜਾ ਆਵੇ ਤਾਂ ਇਹਦਾ ਜ਼ਿੰਮੇਦਾਰ ਤੂੰ ਹੈ, ਹੋਰ ਕੋਈ ਨਹੀਂ। ਠੀਕ ਵੀ ਫਰਮਾਉਂਦੇ ਹੋ, ਪਰ ਮੈਂ ਤਾਂ ਨਾ ਇਹ ਨਹੀਂ ਹੈ ਬੇਸਿਕਲੀ ਅਗਰ ਉਹਨਾਂ ਸਟਾਰਟ ਦੁਬਾਰਾ ਕੀਤਾ ਉਹ ਵੀ ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਖਾਸ ਤੌਰ ਤੇ ਅਗਰ ਮਤਲਬ ਮੇਰੇ ਵਾਸਤੇ ਤੁਹਾਡੇ ਵਾਲਦ ਸਾਹਿਬ ਦੀ ਵੀ ਉਨੀ ਹੀ ਇੱਜ਼ਤ ਹੈ ਕਿ ਜਿੰਨੀ ਤੁਸੀਂ ਅੱਲਾ ਦੀ ਕਰੋ। ਮੇਰੇ ਵਾਸਤੇ ਦੋਵੇਂ ਨਾ ਵੱਡੇ ਗੱਲ ਸੁਣੋ, ਮੇਰੀ ਤੇ ਮੇਰੇ ਵਾਲਦ ਸਾਹਿਬ ਦੀ ਨਹੀਂ ਫਾਲੋਇੰਗ ਹੈ। ਤੁਹਾਡਾ ਪੈਮਾਨਾ ਹੋ ਸਕਦਾ, ਮੇਰਾ ਨਹੀਂ। ਮੇਰਾ ਪੈਮਾਨਾ ਇਹ ਵੀ ਕਿ ਜਿਹੜਾ ਤੁਹਾਡਾ ਵਾਲਦ ਹੈ ਜਾਂ ਤੁਹਾਡਾ ਵੱਡਾ ਭਰਾ ਜਾਂ ਤੁਸੀਂ ਆਪ ਹੋ, ਤੁਹਾਡੀ ਵੀ ਇੱਕ ਵੈਲਿਊ ਹੈ ਤੇ ਉਹਨੂੰ ਉਸੇ ਤਰ੍ਹਾਂ ਉਹਦੀ ਤਹਿਰੀਮ ਕਰਨੀ ਚਾਹੀਦੀ, ਇੱਜ਼ਤ ਕਰਨੀ ਚਾਹੀਦੀ ਸਾਰੇ। ਹਾਂ ਲੇਕਿਨ ਇਹ ਹੁਣ ਪਹਿਲ ਕਿਧਰੋਂ ਹੋ ਰਹੀ ਹੈ? ਇਹਦੀ ਤੇ ਤੁਸੀਂ ਗਵਾਹੀ ਦਿਓਗੇ ਨਾ ਕਿ ਪਹਿਲ ਕਿਧਰੋਂ ਹੋ ਰਹੀ ਹੈ, ਔਰ ਉਹਨੂੰ ਦੱਸਿਆ ਗਿਆ ਕਿ ਤੂੰ ਇਹ ਪਹਿਲ ਪਿਆ ਕਰਨਾ ਹੈ। ਇਹਦਾ ਜੋ ਕੋਈ ਜਵਾਬ ਆਵੇਗਾ ਇਹਦਾ ਤੂੰ ਜ਼ਿੰਮੇਦਾਰ, ਇਹਦੇ ਤੇ ਗਵਾਹ ਹੋ ਨਾ ਤੁਸੀਂ। ਉਹਨਾਂ ਨੂੰ ਕੰਡੈਮ ਕਰਨਾ ਕਿ ਜੋ ਉੱਥੇ ਲੱਗੀ ਹੈ। ਸਵੇਰੇ ਮਿਸਟਰ ਐਕਸ ਭਾਈ ਵੇਖੋ ਕਿ ਉਹਨਾਂ ਨੇ ਪਹਿਲ ਕੀਤੀ ਆ ਤੇ ਅਸੀਂ ਉੱਧਰ ਵੇਖ ਕੇ ਕੈਮਰ ਭਾਈ ਨੇ ਜਵਾਬਨ ਲਾਇਆ ਕੁਝ ਨਹੀਂ। ਹਾਲੇ ਵੀ ਉਹਨਾਂ ਨੂੰ ਅੱਧਾ ਘੰਟਾ ਟਾਈਮ ਦਿੱਤਾ, ਯਾਨੀ ਸਾਡੇ ਵਿੱਚ ਇੰਨੀ ਟੋਲਰੈਂਸ ਹੈ, ਇੰਨਾ ਸਾਡੇ ਵਿੱਚ ਮਤਲਬ ਕਿ ਅਸੀਂ ਕਰ ਲੈਂਦੇ ਹਾਂ ਬਰਦਾਸ਼ਤ ਕਿ ਉਹਨਾਂ ਨੇ ਇਹ ਹਰਕਤ ਕੀਤੀ ਆ, ਅੱਧੇ ਘੰਟੇ ਦੇ ਵਿੱਚ ਬੰਦ ਕਰ ਦੇਣਾ, ਅਸੀਂ ਕੁਛ ਨਹੀਂ ਕਰਾਂਗੇ। ਇਸ ਤੋਂ ਬਾਅਦ ਕੀ ਕਰੀਏ ਕਿ ਸ਼ੁਰੂਆਤ ਵੀ ਉਹਨਾਂ ਨੇ ਕੀਤੀ, ਫਿਰ ਵੀ ਅਸੀਂ ਕਹਿ ਰਹੇ ਹਾਂ ਕਿ ਭਾਈ ਅੱਧਾ ਘੰਟਾ ਹੈ ਵੇ ਟਾਈਮ ਤੇ ਇਹ ਲਾ ਦਿਓ, ਨਹੀਂ ਤਾਂ ਫਿਰ ਅਸੀਂ ਜਦੋਂ ਜਵਾਬ ਦਿੱਤਾ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋਣਾ। ਫਿਰ ਤੇ ਹੋਰ ਇਸ ਤੋਂ ਬਾਅਦ ਕਿੰਨਾ
ਕਰੀਏ ਉਹਨੂੰ। ਤੇ ਜੇ ਜਵਾਬਨ ਅਸੀਂ ਤੁਸੀਂ ਕਹਿ ਰਹੇ ਹੋ ਜ਼ਿਆਦਾ ਨਹੀਂ ਹੋਵੇ, ਹੁਣ ਅਸੀਂ ਜਿੰਨੀ ਮਰਜ਼ੀ ਜ਼ਿਆਦਾ ਕਰ ਲਈਏ ਸਾਡੇ ਤੇ ਕੋਈ ਇਤਰਾਜ਼ ਨਹੀਂ ਬਣਦਾ। ਪਤਾ ਕੀ ਹੈ, ਮੇਰੀ ਕੋਈ ਹਸੀਅਤ ਨਹੀਂ ਇਸ ਸਾਰੇ ਮਾਮਲੇ 'ਚ ਨਾ। ਮੈਨੂੰ ਲੱਗਦਾ ਕਿ ਜਿੰਨਾ ਨਾਜ਼ਰ ਭੱਟ ਸਾਹਿਬ ਔਰ ਅਲਾਮਾ ਸਾਹਿਬ ਇੱਕ ਦੂਜੇ ਨੂੰ ਜਾਣਦੇ ਨੇ ਨਾ, ਤੇ ਮੇਰੇ ਖਿਆਲ ਨਾਲ ਇਹ ਇੱਕ ਦੂਜੇ ਤੋਂ ਸਿਰਫ ਇੱਕ ਕਾਲ ਜਾਂ ਇੱਕ ਪ੍ਰਾਈਵੇਟ ਕਾਲ ਦੇ ਫਾਸਲੇ ਤੇ ਨਹੀਂ ਸੋਕੇ ਨਹੀਂ। ਤੇ ਅਗਰ ਉਸ ਤੱਕ ਹੱਲ ਹੋ ਜਾਏ ਤਾਂ ਮੇਰੇ ਨਜ਼ਦੀਕ ਬਿਹਤਰ ਹੈ। ਲੇਕਿਨ ਕਿਉਂਕਿ ਇਹਨਾਂ ਟੌਕਸਿਕ ਚੀਜ਼ਾਂ ਹੋ ਗਈਆਂ ਨੇ ਕਿ ਇੱਕ ਦੂਜੇ ਦੀ ਕਾਲ ਕੀ ਦੂਸਰੇ ਦਾ ਨਾਂ ਲੈਣਾ ਪਸੰਦ ਨਹੀਂ ਕੀਤਾ ਜਾਂਦਾ ਨਾ ਦੋਵਾਂ ਪਾਸੇ। ਇਹਦਾ ਹੱਲ ਫਿਰ ਅੱਲਾਹ ਤਾਲਾ ਹੀ ਕੋਈ ਕਰ ਸਕਦਾ। ਮੇਰੇ ਜੇ ਅੱਜ ਇਸ ਬੰਦਾ ਮੈਂ ਕੀ ਕੋਈ ਕਰ ਸਕਦਾ। ਅਗਰ ਕੋਈ ਜੀ ਸਾਰੇ ਬੈਠੇ ਨਾਲ ਮਿਲ ਕੇ ਇੱਕ ਇਹਨਾਂ ਦੀ ਕਾਲ ਕਰਾ ਦਿਓ ਤੇ ਉਹ ਆਪਣੇ ਮਸਾਇਲ ਜਿਹੜੇ ਨੇ ਹੱਲ ਕਰ ਜਾਣ, ਕੋਈ ਇੱਕ ਲਾਈਨ ਡਰਾ ਕਰ ਲੈਣ ਵੀ ਇਹ ਲਾਈਨ ਆਪਾਂ ਕ੍ਰਾਸ ਨਹੀਂ ਕਰਨੀ, ਫਿਕਰੀ ਇਖਤਲਾਫ ਇਹ ਹੈ ਉਹਦੇ ਤੇ ਜਿੰਨੀ ਮਰਜ਼ੀ ਗੱਲ ਕਰ। ਸਭ ਜਿਹੜਾ ਉਹਨਾਂ ਨੇ ਫਤਵਾ ਲਾਇਆ ਉਹ ਵੀ ਅੱਧਾ ਲਾਇਆ, ਉਸੇ ਫਤਵੇ ਦੇ ਅੰਦਰ ਮਰਜ਼ੀਆਂ ਦੇ ਵੀ ਨਾਲ ਤੁਸੀਂ ਫਤਵਾ पढ़ो। फतवे लिखे अहमद रजा बरेलवी के फतवे के मुताबिक इनका निकाह नहीं खालिस्तन जना नहीं लिखा, वल्द जना, वो भी गलत उर्दू लिखी है, ठीक है ना, वल्द जना। और जो अमल करेंगे वो ਹੁਣ ਤਫਸੀਲ ਹੈ ਜਾਂਦੇ ਪਏ ਫਰੀਦ ਭਾਈ, ਇਹ ਮੇਰਾ ਵੀਰ ਹੈ ਤਫਸੀਲ ਹੈ ਉਹਦੀ ਸਾਰੀ। ਮੇਨ ਮੁੱਦਾ ਇਹ ਆ ਕਿ ਇਹਨੂੰ ਰੋਕਣਾ ਕਿੰਜ। ਇਹਨੂੰ ਰੋਕਣ ਵਾਸਤੇ ਨਾ ਯਾਰ ਰਸੂਲ ਸਾਹਿਬ ਰੋਕ ਸਕਦੇ ਨੇ, ਨਾ ਮੈਂ ਰੋਕ ਸਕਣਾ, ਨਾ ਬਹਿਰੀਨ ਰੋਕ ਸਕਦਾ, ਨਾ ਨਜਮ। ਇਹ ਗੱਲ ਸੁਣੋ, ਇਹ ਸਿਰਫ ਅਲਾਮਾ ਸਾਹਿਬ ਔਰ ਨਾਜ਼ਰ ਭੱਟ ਸਾਹਿਬ ਇਹ ਇੱਕ ਦੂਜੇ ਨੂੰ ਇੰਨਾ ਪੁਰਾਣਾ ਜਾਣਦੇ ਨੇ ਕਿ ਮੈਨੂੰ ਯਕੀਨ ਹੈ ਕਿ ਆਪਸ ਵਿੱਚ ਗੱਲ ਕਰ ਲੈਣਾ ਮਸਲਾ ਹੱਲ ਹੋ ਜਾਊਗਾ। ਨਹੀਂ ਇਹ ਅੱਧੇ ਘੰਟੇ ਬਾਅਦ ਵੇਖਿਆ ਜੇ ਅਸੀਂ ਰੋਕਾਂਗੇ ਅੱਧੇ ਘੰਟੇ ਬਾਅਦ ਉਹ ਨਾਸਰ ਬਟਨ ਲਾਈ ਰੱਖਿਆ। ਦੇਖੋ ਨਾ ਅਬੂ ਬਕਰ ਭਾਈ, ਇਹ ਵੀ ਤੇ ਵੇਖੋ ਜ਼ਿਆਦਤੀ ਹੈ ਨਾ, ਇਸ ਤਰ੍ਹਾਂ ਦੀ ਸਟੇਟਮੈਂਟ ਦੇ ਕੇ ਇਨਸਟੀਗੇਟ ਕਰਨ ਦੀ ਗੱਲ ਮਿਸਟਰ ਐਕਸ ਸਾਹਿਬ ਲਿਖ ਕੇ ਗੱਲ ਕਰਨ ਲਈ, ਸਖਤ ਅੰਦਾਜ਼ ਨਾਲ ਗੱਲ ਕਰਨ ਲਈ ਉਹਨਾਂ ਦੇ ਆਪਣੇ ਹੀ ਮੁਰੱਬਿਆਨ ਨੇ ਜਾ ਕੇ ਸਮਝਾਇਆ, ਠੀਕ ਹੈ। 2 ਦਿਨ ਬਾਅਦ ਫਿਰ ਉਹ ਕੀ ਕਹਿੰਦੇ ਕੁੱਤੇ ਦੀ ਪੂਛ ਫਿਰ ਵਾਪਸ ਉਸ ਕੰਮ ਤੇ ਆ ਗਏ। ਹੁਣ ਹਰ ਹਰਬਾ ਕਰਕੇ ਵੇਖ ਲਿਆ, ਲਿਖ ਕੇ ਵੀ ਵੇਖ ਲਿਆ, ਹੱਥ ਜੋੜ ਕੇ ਵੀ ਵੇਖ ਲਏ ਨੇ, ਠੀਕ ਹੈ। ਹੁਣ ਕੀ ਚਾਹੁੰਦੇ ਹੋ ਕਿ ਨਕਲਾਂ ਲਕੀਰਾਂ ਕੱਢੀ ਜਾਣ? ਉਹ ਤੇ ਨਹੀਂ ਨਾ ਮੁਮਕਿਨ ਹੈ। ਤੁਸੀਂ ਨਹੀਂ ਵੇਖੋ, ਬਰਾਬਰੀ ਦੀ ਸੱਤਾ ਤੇ ਹਮੇਸ਼ਾ ਹੁੰਦਾ, ਬਰਾਬਰੀ ਦੀ ਸੱਤਾ ਤੇ ਹੁੰਦਾ ਹਮੇਸ਼ਾ, ਇਸ ਤਰ੍ਹਾਂ ਤੇ ਨਹੀਂ ਹੁੰਦਾ। ਕਹਿੰਦੇ ਮਿਸਟਰ ਐਕਸ ਸਾਹਿਬ ਮੈਨੂੰ ਇੰਨਾ ਪਤਾ ਹੈ, ਠੀਕ ਹੈ। ਅਗਰ ਮੈਂ ਤੇ ਰਿਕੁਐਸਟ ਕਰਾਂਗਾ ਸਾਰੇ ਮੁਸਲਮਾਨ ਲੋਕ खाली इन्ना ही पूछ दो, इन्ना ही जवाब दे दो। जिस असूल के मुताबिक नासिर भट्ट लवा रहे हैं उसी असूल के मुताबिक अपने वालद की अपने काबिल की फोटो से काटा वेखना पसंद करना है। वो तो एडा बेवकूफ है। उन्हें मैं तो कभी सोशल मीडिया एप्लीकेशन की गल की, उन्हें तो माइक आप ही दस छड़े कि केड़ी सोशल मीडिया एप्लीकेशन वो तो एडा बेवकूफ है। ਤੁਸੀਂ ਛੱਡੋ, ਮੈਂ ਪਿਆਨਾ ਡਾਕਟਰ ਸਾਹਿਬ, ਤੁਸੀਂ ਸਿਰਫ ਇਸ ਗੱਲ ਦੀ ਗਵਾਹੀ ਰੱਖਣੀ ਹੈ ਕਿ ਤੁਸੀਂ ਇੱਥੇ ਮੌਜੂਦ ਸੋ, ਤੁਹਾਡੇ ਸਾਹਮਣੇ ਇਹ ਵਾਕਿਆ ਹੋਇਆ ਹੈ, ਉਹਨੇ ਤਸਵੀਰਾਂ ਲਾਈਆਂ ਨੇ ਔਰ ਤਸਵੀਰਾਂ ਦਾ ਉਹਨੂੰ ਦੱਸਿਆ ਗਿਆ ਕਿ ਜੋ ਤੂੰ ਕਰ ਰਿਹਾ ਹੈ ਇਹਦਾ ਨਤੀਜੇ ਦਾ ਜ਼ਿੰਮੇਦਾਰ ਤੂੰ ਹੈ। ਉਹਦੇ ਬਾਵਜੂਦ ਉਹਨੇ ਤਸਵੀਰਾਂ ਨਹੀਂ ਹਟਾਈਆਂ, ਇਸ ਗੱਲੇ ਇਹ ਅਮਲ ਹੋਇਆ। ਬਸ ਇੰਨਾ ਤੁਸੀਂ ਗਵਾਹੀ ਦੇਣੀ ਹੈ, ਇਹਦੇ ਇਲਾਵਾ ਤੁਸੀਂ ਤੁਹਾਡੇ ਇਖਤਿਆਰ 'ਚ ਕੁਝ ਨਹੀਂ। ਗੱਲ ਤੁਸੀਂ ਠੀਕ ਕਹਿ ਰਹੇ ਹੋ। ਮੈਂ ਜਾਣਾ, ਨਾਸਰ ਭੱਟ ਜਾਣੇ, ਮੁਸਲਮਾਨ ਦੀਗਰ ਜਾਣਨ, ਇਹੋ ਜਿਹੇ ਬੰਦੇ ਇਹ ਜਿਹੜਾ ਗਰੁੱਪ ਹੈ ਜਿਹੜੀ ਅਸੀਂ ਮਿਰਜ਼ਾ ਸਾਹਿਬ ਨੂੰ ਦਿਹਾੜੀ ਗਾਲ ਕੱਢਣੇ ਆ ਤੁਹਾਡੇ ਬਕੌਲ ਜਾਂ ਇਹਨਾਂ ਦੇ ਬਕੌਲ, ਇਹੋ ਹੀ ਜ਼ਬਾਨ ਇਹਨਾਂ ਦੇ ਮੂੰਹ 'ਚ ਨਾ, ਇਹ 101 ਗਾਲ ਕੱਢਦੇ ਨੇ। ਕੱਲ ਇੱਕ ਹਰਾਮੀ, ਉਹਨੂੰ ਮੈਂ ਕੀ ਆਖਾਂ, ਬਕੌਲ ਮਿਰਜ਼ਾ ਸਾਹਿਬ ਦੇ ਹਰਾਮੀ ਹੈ ਐਸਾ ਬੰਦਾ ਜਿਹੜਾ ਨਬੀ ਅਲੈਹਿਸਸਲਾਤੁ ਵਸਲਾਮ ਦੇ ਬਾਰੇ ਇਹੋ ਜਿਹੇ ਤਖਫੀਫੀ ਕਲਮਾਤ ਕਹਿੰਦਾ। ਮੇਰੇ ਕੋਲ ਰਿਕਾਰਡਿੰਗ ਮੌਜੂਦ ਹੈ, ਰਾਤੀ ਮੈਂ ਸੈਣੀ ਸਾਹਿਬ ਦੀ ਬਰਾੜ ਦੇ ਵਿੱਚ ਲਾਈ ਸੀ। ਹਰਾਮੀ, ਤੀਸਰਾ ਹਰਾਮੀ ਆਇਆ ਤੇ ਉਹ ਕਹਿ ਰਿਹਾ ਸੀ ਕਿ ਉਹ ਪੁੱਛਣ ਵਾਲਾ ਵੀ ਬੰਦਾ ਕਾਦੀਆਨੀ ਹੈ, ਮੁੰਡਾ ਹੈ, ਰਹੀਲ ਅਹਿਮਦ ਉਹਦਾ ਨਾਂ ਹੈ। ਉਹ ਕਹਿੰਦਾ ਹੈ ਮਸੀਹ ਮਊਦ ਨਾਲ ਲੈ ਇਸਲਾਮ ਵੀ ਉਹ ਪੜ੍ਹ ਰਿਹਾ, ਕਹਿੰਦਾ ਮਿਰਜ਼ਾ ਸਾਹਿਬ ਨੇ ਮੁਹੰਮਦੀ ਬੇਗਮ ਦਾ ਰਿਸ਼ਤਾ ਕਿਉਂ ਮੰਗਿਆ, ਮੈਨੂੰ ਕੋਈ ਥੋੜੀ ਤਫਸੀਲ ਦੱਸੋ। ਉਹ ਮੁੰਡਾ ਪੁੱਛਦਾ ਹੈ ਤੇ ਇਹ ਬੰਦਾ ਅੱਗੋਂ ਜਵਾਬ ਪਿਆ ਦਿੰਦਾ ਹੈ ਵੜੈਚ ਦੀ ਬਰਾੜ ਤੇ, ਨਵੀਦ ਵੜੈਚ। ਤੁਸੀਂ ਕਿਸੇ ਜੋਤੀ ਸੋ ਯਾਦ ਆ ਗਏ ਤੁਹਾਨੂੰ, ਮੈਂ ਮੈਸੇਜ ਵੀ ਕੀਤਾ ਸੀ ਯਾਦ ਹੈ। ਇਹ ਉੱਥੇ ਬੈਠਾ ਬੰਦਾ ਪਿਆ ਕਹਿੰਦਾ ਹੈ ਕਿ ਜਿਸ ਤਰ੍ਹਾਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਹਜ਼ਰਤ ਜ਼ੈਦ ਨੂੰ ਕਿਹਾ ਵੀ ਇਹਨੂੰ ਤਲਾਕ ਦੇ ਦੇ, ਹਾਲਾਂਕਿ ਇਹ ਸਿੱਧੀ ਨਬੀ ਅਲੈਹਿਸਸਲਾਤੁ ਵਸਲਾਮ ਨੂੰ ਢਾਲ ਬਣਾ ਕੇ ਤੇ ਉਹਨਾਂ ਦੇ ਉੱਤੇ ਹਮਲਾ ਕਰਦੇ ਨੇ, ਉਹਨਾਂ ਦੇ ਉੱਤੇ ਫਾਇਰਿੰਗ ਕਰਦੇ ਨੇ। ਕੁਰਾਨ ਕਹਿੰਦਾ ਹੈ ਅਮਸਕ ਅਲੈਕਾ ਜ਼ੌਜਕ, ਤੂੰ ਆਪਣੀ ਬੀਵੀ ਨਾਲ ਤਮਸੁਕ ਇਖਤਿਆਰ ਕਰ, ਤੂੰ ਆਪਣੀ ਬੀਵੀ ਨੂੰ ਨਾ ਛੋੜੀ। ਨਬੀ ਪਾਕ ਅਲੈਹਿਸਸਲਾਤੁ ਵਸਲਾਮ ਨੇ ਕਦੇ ਵੀ ਹਜ਼ਰਤ ਜ਼ੈਦ ਨੂੰ ਨਹੀਂ ਆਖਿਆ ਜ਼ੈਨਬ ਨੂੰ ਤਲਾਕ ਦੇ ਦੇ। ਅਗਰ ਇਹ ਹਰਾਮਜ਼ਾਦੀਆਂ ਤੋਂ ਬਾਅਦ ਨਹੀਂ ਆ ਰਹੇ, ਅਸੀਂ ਵੀ ਤਾਂ ਸੁਣਨੇ ਆ ਨਾ ਸਾਰਾ ਦਿਨ,
ਲੇਕਿਨ ਅਸੀਂ ਤਸਵੀਰਾਂ ਦਾ ਅਗਰ ਮੁਕਾਬਲਾ ਕਰਨਾ ਹੈ ਤੇ ਬਹੁਤ ਅੱਛੀ ਗੱਲ ਹੈ। ਇਹ ਪਹਿਲ ਜ਼ੁਬਾਨੀ ਵੀ ਨਹੀਂ ਤੇ ਤਰਫੋਂ ਹੈ ਇਹਨਾਂ ਦੀ ਇਹ ਜਵਾਬ ਸਾਡਾ ਹੈ। ਉਹ ਸ਼ਾਇਰ ਨੇ ਆਖਿਆ ਹੈ, ਪਹਿਲਾ ਵਾਰ ਤੁਮ ਫਿਰ ਵਿੱਚ ਹੀ ਰਹਿ ਗਏ ਸਿਗਨਲ ਟੁੱਟ ਕੇ। ਸ਼ਾਇਦ ਦਾ ਫੀਤਾ ਫਸ ਗਿਆ। ਉਹ ਟਾਈਮ ਕਿੰਜ ਮੈਂ ਲਾਣਾ ਤੇ ਕਦਮ ਦੱਸੋ ਮੈਨੂੰ ਦੱਸੋ ਟਾਈਮ ਕਿੰਜ ਲਾਣਾ ਅੱਛਾ ਮੈਂ ਨਾ ਬਾਟ ਨੂੰ ਮੈਸੇਜ ਕੀਤਾ ਅਗਲੇ ਤੁਝੇ ਮਿਲੇਗੀ। ਕਮਾਂਡੋ ਦਾ ਘਾਟਾ ਸੀ, ਕਮਾਂਡੋ ਵੀ ਆ ਗਿਆ ਹੈ। ਉਹ ਵਰਦੀਆਂ ਚੇਂਜ ਹੋ ਗਏ ਤੁਹਾਡੇ ਲੋਕਾਂ ਦੀ ਸਾਕੀ ਸਾਹਿਬ, ਵੇਖੀ ਕਿੰਨੀ ਬਕਵਾਸ ਹੋ ਗਈਆਂ ਵਰਦੀਆਂ। ਅੱਛਾ ਸਾਕੀ ਦਾ ਸੌਣ ਦਾ ਟਾਈਮ ਹੈ ਲੇਕਿਨ ਸਾਕੀ ਜਾਗ ਗਿਆ। ਨਹੀਂ ਮੈਂ ਭਾਈ ਜਾਗਣਾ ਹੈ। 20 ਮਿੰਟ ਰਹਿ ਗਏ ਨੇ ਪਿੱਛੇ। ਅਮਰ ਭਾਈ 20 ਮਿੰਟ ਰਹਿ ਗਏ ਨੇ ਨਾ। ਉਹ ਸੋਇਬ ਰਾਜ ਨੂੰ ਗਾਲਾਂ ਪਿਆ ਕਰਦੇ ਜੀ ਉੱਥੇ ਬੈਠ ਕੇ। ਮੈਂ ਮੈਸੇਜ ਕੀਤਾ ਮੈਂ ਕਿਹਾ ਇੱਥੇ ਆ ਜਾ ਬਰਾੜ ਦੇ ਉੱਤੇ, ਠੀਕ ਹੈ 30 ਮਿੰਟ ਦਾ ਟਾਈਮ ਹੈ ਤੇ ਉਸ ਤੋਂ ਬਾਅਦ ਬੁਰਾ ਹੋਏਗਾ ਕਿ ਤੇਰੀ ਇੱਕ ਕੀ ਲੱਗ ਗਿਆ 3 ਮਿੰਟ ਦਾ ਟਾਈਮ ਦੇਣਾ ਸ਼ੁਰੂ ਕਰ ਸਰਿਆ ਜੀ। ਘੰਟਾ ਬਹੁਤ ਲੈ ਕੇ ਆਏ ਅੱਜ। ਮੈਨੂੰ ਸੌਟ ਆਊਟ ਕਰ ਲੈ। ਓਏ ਟਾਈਮ ਕਿੰਜ ਲਾਈਦਾ? ਐਸਾ ਕੀ ਆ ਫੌਜੀ ਨੂੰ ਟਾਈਮ ਲਾ ਕੇ ਦਿਓ ਤੇ 30 ਮਿੰਟ ਦਾ 30 ਮਿੰਟ ਨਹੀਂ, ਗੱਲ ਖਤਮ ਕਰਨ ਦੀ ਸਾਈਡ ਤੇ ਲੈ ਕੇ ਜਾਓ। ਉਹ ਤੁਹਾਡੀ ਓਏ ਗਾਲਾਂ ਕੱਢਣ ਲੱਗੇ ਸਾਕੀ 3 ਮਿੰਟ ਲਾਤੇ। ਕਿੱਥੇ ਲਾਇਆ ਉਸਤਾਦ ਦੇ ਉੱਤੇ ਚੁੱਕੋ। ਉਹ 20 ਮਿੰਟ ਕਰ 20 ਮਿੰਟ ਕਰ ਪਿੱਛੇ ਕਰ। ਨਹੀਂ ਸਜਲ 35 ਦਾ अमर भाई तो लगता है ये भी नहीं सिग्नल सही है। कैसा बगैरत आदमी कह रहे तो बस अखबार के वो चुम्मी ते लाने थे जेड़े तेरे प्यो ने तेरी मां से यार ऐसे कोई बेशर्म इंसान हो सकता है ऐडी गंदी गुफ्तगू कर सकता है। ਓਏ ਗਾਲੀਆਂ ਹੀ ਸਿਖਾ ਕੇ ਇਹਨੂੰ ਗਿਆ ਕਿ ਹੋਰ ਕੀ ਦੇ ਕੇ ਗਏ ਇਹਨਾਂ ਨੂੰ? ਐ ਹੀ ਤੇ ਸਿਖਾ ਕੇ ਗਏ ਆ ਕਿ ਗਾਲਾਂ ਕੱਢੋ ਇਹਨਾਂ ਨੂੰ ਪਿੱਛੋਂ ਮੁਸਲਮਾਨਾਂ ਨੂੰ। ਹੋਰ ਕੀ ਤਰਬੀਅਤ ਇਹਨਾਂ ਦੀ? ਉਹ ਆਪ ਵੀ ਗਾਲਾਂ ਕੱਢਦਾ ਮਰ ਗਏ, ਇਹਨਾਂ ਨੇ ਵੀ ਗਾਲਾਂ ਕੱਢੀਆਂ ਮਰ ਜਾਣਾ। ਉਹ ਬਾਕੀ ਤੇ ਤੁਸੀਂ ਛੱਡੋ ਸਾਰੇ ਇਹ ਤੇ ਆਈ ਕੀ ਕੀਦਾ ਯੰਗ ਬਲੱਡ ਹੈ ਇਹ ਅਤਾ ਆਲਮ ਨਾਲ ਦੇ ਬਹੁਤ ਇੱਥੇ ਵੀ ਯੰਗ ਬਲੱਡ ਹੈ ਤੇ ਸਾਰੇ ਸਿਰ ਕਰੇ ਉਹਨੂੰ ਇੰਗੇਜ ਕਰੋ ਉਹਨਾਂ ਤੋਂ ਹੁਣ ਜਿਹੜਾ ਕੰਮ ਇਹਨਾਂ ਨੂੰ ਮਨਾ ਕਰ ਲਓ ਬਾਸ ਕਰ ਲਓ ਨਹੀਂ ਤਾਂ ਫਿਰ ਮੁਸਲਮਾਨ ਨਹੀਂ ਬਾਜ਼ ਆਣਗੇ। ਭਈਆ ਆਏ ਨੇ ਨਾ ਡਾਰ ਸਾਹਿਬ, ਉਹਨਾਂ ਨੂੰ ਮੈਸੇਜ ਮਿਲ ਗਿਆ ਇਹ ਹੁਣ ਗਵਾਹ ਰਹਿਣਗੇ। ਅਸੀਂ ਇਹਨਾਂ ਦਾ ਜਿਹੜੀ ਗੱਲ ਹੋਈ ਹੈ ਇਹ ਵੀ ਰਿਕਾਰਡਿੰਗ ਹੋ ਗਈ ਹੈ। ਉਹ ਬਾਰ-ਬਾਰ ਉਹਨੂੰ ਅੰਗੇਜ ਕਰਨ ਦੀ ਜਾਂ ਜਾ ਕੇ ਸਮਝਾਉਣ ਦੀ ਜਾਂ ਥ੍ਰੈਟ ਕਰਨ ਦੀ ਕੋਈ ਜ਼ਰੂਰਤ ਨਹੀਂ। ਇੱਕ ਫਿਕਰਾ 2 ਵਾਰੀ ਮੈਂ ਲਿਖ ਕੇ ਆਇਆ, ਇੱਕ ਵਾਰੀ ਇਸ ਆਈਡੀ ਨਾਲ, ਇੱਕ ਵਾਰੀ ਦੂਸਰੀ ਆਈਡੀ ਨਾਲ, ਕਿ ਇਹ ਜਿਹੜੀਆਂ ਤਸਵੀਰਾਂ ਤੂੰ ਲਾਈਆਂ ਨੇ ਇਹਨਾਂ ਦੇ ਨਤੀਜੇ ਦਾ ਜ਼ਿੰਮੇਦਾਰ ਤੂੰ ਹੈ ਤੇ ਨਤੀਜਾ ਅੱਧੇ ਘੰਟੇ ਬਾਅਦ ਆ ਜਾਂਦਾ। ਲਾ ਕੇ ਰੱਖ ਜੇ ਜਣੇ ਦਾ ਪੁੱਤਰ ਲਾਈ ਨਾ हो गया अगर आपके फ्रेंड्स हैं आला हज़रत दे फतवे दे मुताबिक केड़ा वल्दु जना साबित होने लगा चेक कर लेंगे। ਇਹਦੀ ਮਾਂ ਨੂੰ ਭੁੱਲ ਪੈਣਾ ਵੱਡੀ ਮਾਂ ਹੈ। ਉਹ ਸਭ ਤੋਂ ਪਹਿਲੇ ਤਾਂ ਫਤਵਾ ਉਹਦੇ ਅੰਦਰ ਹੀ ਮਰਜ਼ਈ ਨੇ। ਉਹ ਉਰਦੂ ਸਿੱਧੀ ਲਿਖੀ ਉਹ ਵੀ ਗਲਤ ਲਿਖੀ ਹੈ। असल मसला है ना, इमरान खान ने कहता है एक तो ये पढ़े लिखे नहीं है, दूसरा कोशिश नहीं करते कोशिश भी नहीं ना करते। एक तो पढ़ ने टैक्सी ड्राइवर ने, दूजा की कोशिश भी नहीं करते, चाहे करना नहीं चाहते, पढ़ना नहीं चाहते। ਨਾਲ ਫੋਟੋ ਲਾਏ ਨੇ ਐਕਸਾਮ ਤੇ ਕਹਿੰਦੇ ਨੇ ਇਹ ਸਾਡੀ ਜਮਾਤ ਦੀ ਤਾਲੀਮ ਨਹੀਂ ਹੈ। ਬੰਦਾ ਪੁੱਛੇ ਕਿ ਤੁਸੀਂ ਕਿਹਦੀ ਤਾਲੀਮ ਤੇ ਫੋਲੋ ਕਰ ਰਹੇ ਹੋ, ਉਹ ਸਮਝੋ ਬਾਹਰ ਹੈ ਕੰਮ। ਨਾਲ ਕੇ ਵੀ ਗਾਲਾਂ ਵੀ ਦੇਣਗੇ ਤੇ ਕਹਿੰਦੇ ਸਾਡੀ ਜਮਾਤ ਦੀ ਤਾਲੀਮ ਥੋੜੀ ਤੇ ਤੁਸੀਂ ਤੇ ਦਾਵਾ ਹੈ ਕਰੇ ਤੁਸੀਂ ਜਮਾਤ ਬਹਿਰੀਨ ਭਾਈ ਲਾਮਾ ਇਕਬਾਲ ਦੇ ਫਿਕਰੇ ਲਾਮਾ ਸਾਹਿਬ ਦੇ ਫਿਕਰੇ ਤੇ ਮੈਨੂੰ ਇਤਰਾਜ਼ ਹੈ। ਉਹਨਾਂ ਕਿ ਇੱਕ ਤੇ ਇਹ ਪੜ੍ਹੇ ਲਿਖੇ ਦੂਜੀ ਕੋਸ਼ਿਸ਼ ਨਹੀਂ ਕਰਦੇ ਤੇ ਕਿਉਂਕਿ ਟੈਕਸੀ ਡਰਾਈਵਰ ਸਾਰੇ ਟੈਕਸੀ ਡਰਾਈਵਰਾਂ ਨੂੰ ਤੁਸੀਂ ਨਾਲ ਹੀ ਰਗੜ ਦਿੱਤਾ। ਲਾਮਾ ਸਾਹਿਬ ਨੇ ਮਖਸੂਸ ਟੈਕਸੀ ਗਰੁੱਪ ਹੈ ਜਰਮਨੀ ਟੈਕਸੀ। ਮੈਂ ਵੀ ਤਾਂ ਉੱਥੇ ਬੈਠਾ ਨਾ, ਮੈਂ ਵੀ ਜਰਮਨੀ ਸੀ ਯਾਰ। ਅੱਛਾ ਫਾਈਨਲੀ ਮੈਂ ਨਾ ਦੁਬਾਰਾ ਅਨਾਉਂਸ ਕਰ ਦੇਣਾ ਵਾ ਕਿ ਜਮਾਤ ਦੇ ਅੰਦਰ ਜਿੰਨੇ ਵੀ ਅਫਰਾਦ ਦੀ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕਾਦਰੀਨ ਦੀ ਇੱਜ਼ਤ ਬਣੀ ਰਵੇ ਜਾਂ ਅੱਛੇ ਤਰੀਕੇ ਨਾਲ ਡਾਇਲੌਗਸ ਹੋਣ, ਇਹ ਮੈਂ
ਇੱਕ ਜੱਟ ਦੇ ਅਲਫਾਜ਼ ਦੇ ਮੁਤਾਬਕ ਔਰ ਉਹਦਾ ਹੀ ਧਰਮ ਰੱਖਣ ਵਾਸਤੇ ਮੈਂ ਦੁਬਾਰਾ ਕਹਿ ਰਿਹਾ ਭੱਟ ਸਾਹਿਬ, ਆਓ ਇੱਥੇ ਜੇਕਰ ਡਿਸਕਸ ਕਰਨਾ ਜੇ, ਅੱਛੇ ਤਰੀਕੇ ਨਾਲ ਗੱਲ ਨੂੰ ਸੌਰਟ ਆਊਟ ਕਰਨਾ ਜੇ, ਤੇ ਆ ਕੇ ਇੱਥੇ ਅਲਾਮਾ ਸਾਹਿਬ ਦੇ ਨਾਲ ਤੁਸੀਂ 1 to 1 ਹੋ ਕੇ ਗੱਲ ਕਰ ਸਕਦੇ। ਤੇ ਮਿਸਟਰ ਐਕਸ ਸਾਹਿਬ ਇੱਥੇ ਬਹਿਣ ਦੇ, ਉਹ ਤੁਹਾਡੀ ਦੋਵਾਂ ਦੀ ਕਰਨਾ ਨਜਰ ਭਾਈ ਮੈਂ ਕਰਨਾ ਕਿ ਇਹ ਜਿੰਨਾ ਨੂੰ ਖਿਲਾਰੀ ਜਾਏਗੀ ਨਾ ਗੱਲ ਉਨੀ ਮੇਰੇ ਖਿਆਲ ਨਾਲ ਹੋਰ ਮਸਲਾ ਪੈਦਾ ਕਰੇਗੀ। ਜਿੰਨਾ ਗੱਲ ਨੂੰ ਸਮੇਟਣਾ ਹੋਵੇ ਨਾ ਉਦੋਂ ਸਾਰਿਆਂ ਨੂੰ ਪਤਾ ਰੱਖ ਕੇ ਉਹਨੂੰ ਕੰਮ ਕਰਨਾ ਚਾਹੀਦਾ। ਅਗਰ ਮੇਰੀ ਸੁਜੈਸ਼ਨ ਹੈ ਵੇ ਵੀਰ ਭਾਈ ਗੱਲ ਸੁਣ ਲੈ, ਮੇਰੀ ਸੁਜੈਸ਼ਨ ਇਹ ਵੇ ਕਿ ਜਿਹੜੇ ਮੇਰਾ ਮਤਲਬ ਹੈ ਕਿ ਮਤਲਬ ਅਲਾਮਾ ਸਾਹਿਬ ਔਰ ਦੂਸਰੀ ਸਾਈਡ ਦੇ ਵੀ ਜਿਹੜੇ 2-4 ਬੰਦੇ ਬਹਿ ਕੇ ਇਹਨੂੰ ਵਾਂਸ ਫॉर ऑल ਇਹਨੂੰ ਖਤਮ ਕਰਕੇ ਨਾ ਅਗਰ ਇਸ ਤਰ੍ਹਾਂ ਕਰੋਗੇ ਨਾ ਲੈ ਮੈਂ ਲਵਾਈਆ ਸਵੇਰ 2-3 ਫਿਰ ਇਸ ਗੱਲ ਦੇ ਬਰਾਡਾ ਲੱਗਦੀਆਂ ਲੈ ਧਮਕੀ ਦਿੱਤੀ ਸੀ ਲਾ ਦਿੱਤੀ। ਉਹ ਪਿਛਲੀ ਦਫਾ ਜਦੋਂ ਅਲਾਮਾ ਸਾਹਿਬ ਦੀ ਫੋਟੋ ਲੱਤੀ ਨਾ ਤਨੇਜ਼ਾ ਜਮੀਲ ਸਾਹਿਬ ਔਰ ਕੀ ਜਾ ਕੇ ਉਹਨਾਂ ਨੂੰ ਆਖਿਆ ਉਹ ਲਾਓ ਫੋਟੋ ਨਹੀਂ ਲਾਉਂਦੇ ਔਰ ਇਹ ਤਰੀਕੇ ਗਲਤ ਨੇ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਦੁਬਾਰਾ ਲੱਗ ਜਾਏਗੀ ਤੇ ਫਿਰ ਆਪੇ ਹੁਣੇ ਨਾ ਦੁਬਾਰਾ ਲਾਣੀ। ਇਸ ਵਾਸਤੇ ਇਹਨੂੰ ਪ੍ਰਾਈਵੇਟਲੀ ਹੱਲ ਕਰਨਾ ਮੇਰੇ ਖਿਆਲ ਨਾਲ ਬਿਹਤਰ ਆਈਡੀਆ ਹੀ ਹੈ ਰਾਦਰ ਦਿਨ ਤੁਸੀਂ ਨਹੀਂ ਵੇਖੋ ਨਾ ਇੱਥੇ ਸਾਰਿਆਂ ਦਾ ਇੱਥੇ ਮੈਂ ਇੱਕ ਚੀਜ਼ ਹੈ ਮਿਸਟਰ ਸਾਹਿਬ, ਇੱਥੇ ਚੀਜ਼ਾਂ ਸਾਰਿਆਂ ਦੇ ਸਾਹਮਣੇ ਹੋ ਰਹੀਆਂ ਠੀਕ ਹੈ। ਅਗਰ ਬੁਰਾਈ ਸਾਰਿਆਂ ਦੇ ਸਾਹਮਣੇ ਹੁੰਦੀ ਫਿਰ ਅੱਛਾਈ ਵੀ ਸਾਰਿਆਂ ਦੇ ਸਾਹਮਣੇ ਹੀ ਨਜ਼ਰ ਆਣੀ ਚਾਹੀਦੀ ਹੈ ਔਰ ਉਹਦੇ ਵਿੱਚ ਸਾਰਿਆਂ ਨੂੰ ਮੁਤਮਿਨ ਕਰਨਾ ਅਮਰ ਭਾਈ ਦਾ ਕੰਮ ਹੈ। ਉਧਰ ਜਮਾਤੇ ਅਹਿਮਦੀਆ ਨੂੰ ਮੁਤਮਿਨ ਕਰਨਾ ਨਾਸਰ ਭੱਟ ਦਾ ਕੰਮ ਹੈ, ਜਿਹਦੀ ਵਜ੍ਹਾ ਤੋਂ ਇਹ ਸਾਰਾ ਕੰਮ ਹੋ ਰਿਹਾ ਜੀ। ਨਜਰ ਭਾਈ ਮੈਂ ਆਪਣਾ ਪੁਆਇੰਟ ਆਫ ਵਿਊ ਦੇ ਦਿੱਤਾ, ਤੁਸੀਂ ਸਿਆਣੇ ਹੋ, ਤੁਸੀਂ ਬਿਹਤਰ ਸਮਝਦੇ ਹੋ ਜਿਵੇਂ ਤੁਸੀਂ ਕਹਿੰਦੇ ਮੈਨੂੰ ਇਸ ਤਰ੍ਹਾਂ ਲੱਗਦਾ ਇਸ ਤਰ੍ਹਾਂ ਅਗਰ ਹੱਲ ਹੈ ਤੇ ਇਸ ਤਰ੍ਹਾਂ ਦਾ ਹੱਲ। ਬਾਕੀ ਤੁਸੀਂ ਮੇਰੇ ਨਾਲ ਬਹੁਤ ਸਿਆਣੇ ਹੋ ਮਾਸ਼ਾਅੱਲਾ ਸਾਰੇ। ਨਹੀਂ ਅੱਲਾਹ ਪਾਕ ਦਾ ਜ਼ਿੰਦਗੀ ਦੇ ਮੈਂ ਕੋਸ਼ਿਸ਼ ਕੀਤੀ ਉਹਨਾਂ ਨੂੰ ਮੈਸੇਜ ਕੀਤਾ। ਨਜਮ ਭਾਈ ਉਹ ਗੱਲ ਠੀਕ ਹੈ, ਇਹਨਾਂ ਨੂੰ ਹੁਣ ਜਿਹੜਾ ਨਾ ਜਾ ਕੇ ਤੇ ਇਹਨਾਂ ਨੂੰ ਕੋਸ਼ਿਸ਼ ਕਰਨ ਦਿਓ ਕਿ ਆਪਣੇ ਬੰਦੇ ਜਿਹੜੇ ਨੇ ਨਾ ਉਹ ਤੁਸੀਂ ਇਕੱਠੇ ਕਰੋ ਕਿ ਜਿਹੜੇ ਇਸ ਗੱਲ ਤੇ ਐਗਰੀ ਹੋਣ ਤੇ ਉਹ ਫਿਰ ਆ ਕੇ ਤੇ ਬਹਿ ਕੇ ਇਕੱਠੇ ਗੁਫ਼ਤਗੂ ਕਰ ਲਵਾਂਗੇ। ਉਹ ਤੇ ਮਾਮਲਾ ਹੋ ਗਿਆ ਬਾਹਰ ਦਾ, ਜਿਹੜਾ ਹਾਲੇ ਤੇ ਜਿਹੜਾ ਮਾਮਲਾ ਚੱਲਦਾ ਪਿਆ ਉਹ ਤੇ ਚੱਲਦਾ ਹੈ ਪਿਆ। 20 ਮਿੰਟ ਰਹਿ ਗਏ ਨੇ ਬਾਕੀ ਤੇ ਉਹ ਅਸੀਂ ਵੀ ਇੱਥੋਂ ਕੰਮ ਪਾ ਦੇਵਾਂਗੇ। ਉਹਦਾ ਸਾਰਾ ਮੁੱਦਾ ਜਿਹੜਾ ਉਹ ਨਾਸਰ ਭੱਟ ਸਾਹਿਬ ਤੇ ਹੈ। ਤੇ ਤੁਸੀਂ ਆਪਣੇ ਬੰਦਿਆਂ ਨੂੰ ਸਮਝਾ ਲਓ ਪ੍ਰਾਈਵੇਟ, ਅਗਰ ਆ ਕੇ ਗੱਲ ਕਰਨਾ ਚਾਹੁੰਦੇ ਨੇ ਕਰ ਰਹੇ ਵੀਰ ਸਾਹਿਬ ਤੁਸੀਂ ਮੈਨੂੰ ਜਾਣਦੇ ਨਹੀਂ, ਇਹ ਜਿਹੜੇ ਆਪਣੇ ਬੰਦੇ ਨੇ ਨਾ ਮੈਂ ਆਪਣੇ ਬੰਦਿਆਂ 'ਚ ਬੈਠਾ ਵਾਂ। ਬਹਿਰੀਨ ਸਾਹਿਬ ਇਹਨਾਂ ਥੋੜਾ ਜਿਹਾ ਮੇਰੇ ਬਾਰੇ ਦੱਸ ਦੇਣਾ ਅਗਰ ਮੌਜੂਦ ਹੋ ਤਾਂ। ਮੇਰੇ ਬੰਦੇ ਇਹਨਾਂ ਦਾ ਜਮਾਤ ਦੇ ਨਾਲ ਤਲਕ ਨਹੀਂ ਮੀਰ ਸਾਹਿਬ, ਕਰ ਲਓ 15 ਮਿੰਟ ਰਹਿੰਦੇ ਨੇ। ਇਹਨਾਂ ਦਾ ਜਮਾਤ ਨਾਲ ਤਲਕ ਨਹੀਂ ਹੈ। ਮੈਨੂੰ ਵੀ ਇਹ ਭੁਲੇਖਾ ਲੱਗਾ ਸੀ। ਉਹ ਆਖਦੇ ਨੇ ਕਿ ਮੈਂ ਮੁਸਲਮਾਨ ਹਾਂ ਔਰ ਮਿਰਜ਼ਾ ਸਾਹਿਬ ਨੂੰ ਜਿਹੜਾ ਸਮਝਣਾ ਉਹ ਤੁਹਾਨੂੰ ਨਹੀਂ ਇਹ ਅੱਛਾ ਹੈ ਨਾ ਕਿ ਲੌਜੀਕਲ ਗੱਲ ਕਰਦੇ ਨੇ। ਅੱਛਾ ਆਦਮੀ ਨੇ ਮੈਨੂੰ ਹਾਲੇ ਤੱਕ ਉਹ ਜਿਹੜੇ ਨੇ ਇਹ ਕਿ ਉਹਨਾਂ ਨੇ ਕੋਈ ਨਾ ਉਮਰ ਜ਼ਈ ਨੇ ਨਾ ਉਹਨਾਂ ਦਾ ਕੋਈ ਲਵਰੀ ਗਰੁੱਪ ਦੇ ਨਾਲ ਕੋਈ ਲੈਣ ਦੇਣ। ਹਾਂ ਨਾ ਕੀ ਹੈ ਜਾਂ ਕੀ ਮਜ਼ਹਬ ਨੂੰ ਫੋਲੋ ਕਰਦੇ ਨੇ ਉਹ ਨਹੀਂ ਪਤਾ। ਤਾਂ ਇੱਕ ਦਫਾ ਬਸ ਸਰਸਰ ਜੀ ਗੁਫ਼ਤਗੂ ਹੋਈ ਕਿ ਨਹੀਂ ਭਾਵੇਂ ਯਾਰ ਅਸਦ ਸਾਹਿਬ ਹੁਣ ਅਹਿਮਦ ਜੱਟ ਹੈ ਉਹ ਕਾਦੀਆਨੀ ਖਿਲਾਫਤ ਗਰੁੱਪ ਨਾਲ ਵੀ ਤਾਲੁਕ ਰੱਖਦਾ ਹੈ, ਲੇਕਿਨ ਉਹ ਜਿੰਨੀ ਗੱਲ ਉਹ ਰੀਜ਼ਨੇਬਲ ਪੇ ਕਰਦਾ ਹੋਵੇ ਉਹਨੂੰ ਰੀਜ਼ਨੇਬਲ ਹੀ ਕਹਿਣਾ ਚਾਹੀਦਾ ਨਾ। ਜਿਹੜਾ ਬੰਦਾ ਬਹਿ ਕੇ ਬਰਾੜ ਤੇ ਗਾਲਾਂ ਪੇ ਕੱਢਦਾ ਹੋਵੇ ਉਹਨੂੰ ਕੀ ਕਿਹਾ ਜਾਏਗਾ? ਭਾਵੇਂ ਬੰਦਾ ਕਿਸੇ ਵੀ ਗਰੁੱਪ ਨਾਲ ਤਾਲੁਕ ਰੱਖਦਾ ਹੋਵੇ, ਕਿਸੇ ਵੀ ਮਜ਼ਹਬ ਦੀਨ ਫਿਰਕੇ ਨਾਲ ਤਾਲੁਕ ਰੱਖਦਾ ਹੋਵੇ, ਵੇਖੀ ਜਾਂਦੀ ਹੈ ਗੱਲ ਉਹਦੀ ਕਿ ਗੱਲ ਉਹ ਕੀ ਕਰ ਰਿਹਾ। ਇਹ ਅੱਛੇ ਆਦਮੀ ਨੇ ਅੱਗੇ ਵੀ ਗੱਲ ਸਹੀ ਕਰਦੇ ਨੇ, ਮਾਕੂਲ ਗੱਲ ਸੁਣਦੇ ਵੀ ਨੇ ਕਰਦੇ ਵੀ ਨੇ ਤੇ ਇਹਨਾਂ ਦਾ ਸ਼ਾਇਦ ਇਖਤਿਆਰ ਨਹੀਂ ਹੋਏਗਾ, ਕੋਈ ਮਸਲਾ ਨਹੀਂ। ਲੇਕਿਨ ਮੈਂ ਇਹ ਕਹਿਣਾ ਕਿ ਸਾਨੂੰ ਤੇ ਦੇਖੋ ਨਾ ਅਲਾਮਾ ਸਾਹਿਬ ਤੁਹਾਡੀ ਗੱਲ ਦੇ ਵਿੱਚ ਥੋੜਾ ਜਿਹਾ ਸ਼ੱਕ ਸ਼ੁਬਾਤ ਮੈਂ ਖੁਦ ਕਲੀਅਰ ਕਰਦਾ। ਮੈਂ ਇੱਕ ਸੁਨੇ ਘਰਾਣੇ 'ਚ ਪੈਦਾ ਹੋਇਆ ਔਰ ਬੜੀ ਹੀ ਘੱਟ ਉਮਰ ਦੇ ਵਿੱਚ ਮੈਂ ਪਾਕਿਸਤਾਨ ਤੋਂ ਨਿਕਲ ਗਿਆ। ਇਸ ਵਾਸਤੇ ਬਹੁਤ ਹੱਦ ਤੱਕ ਮੇਰਾ ਆਪਣੀ ਗੁਜ਼ਾਰੀ ਹੋ ਇਸ ਤਰ੍ਹਾਂ ਮਿਲਦੇ ਦੁਬਾਰਾ ਟਿਕਟੌਕ ਤੇ ਆ ਕੇ ਚੀਜ਼ਾਂ ਸਮਝ ਲੱਗਣੀ ਸ਼ੁਰੂ ਕਰ ਗਈ। ਇਸ ਵਾਸਤੇ ਜਿਹੜੇ ਨਾ ਜਿਨ੍ਹਾਂ ਦੇ ਸ਼ੱਕ ਨੇ ਕਿਉਂਕਿ ਤੁਸੀਂ ਇੱਕ ਵੱਡੀ ਸ਼ਖਸੀਅਤ ਤੁਹਾਡੇ ਸਾਹਮਣੇ ਮੈਂ ਕਰ ਦਿੱਤੀ ਗੱਲ ਮੈਂ ਤੇ ਇਸ ਗੱਲ ਨੂੰ ਤੁਸੀਂ ਸਮਝਣਾ ਕਿ ਮੈਂ ਆਪਣਾ ਆਪ ਕੀ ਕਰਦਾ ਤੁਸੀਂ ਮੇਰੇ ਵੱਡੇ ਹੋ ਤੁਹਾਨੂੰ ਮੈਂ ਕਰ ਇਸ ਤੋਂ ਅੱਗੇ ਗੱਲ ਸੁਣੋ ਨਾ ਗੱਲ ਸੁਣ ਲਓ। ਇਸ ਤੋਂ ਅੱਗੇ ਅਗਰ ਮੇਰੇ ਕੋਲ ਕੋਈ ਪੁੱਛੇਦਾ ਤਾਂ ਉਹ ਮੇਰੇ ਖਿਆਲ ਨਾਲ ਕਿਸੇ ਕੰਨ ਨਾਲ ਗੱਲ ਕਰ ਰਹੇ ਹੋ। ਮੈਂ ਸਿਰਫ ਤੁਹਾਡੀ ਇਸ ਵੇਖ ਕੇ ਤੁਹਾਡੇ ਸਾਹਮਣੇ ਮੈਂ ਗੱਲ ਕਲੀਅਰ ਕਰਦਾ। ਤੁਹਾਡੀ ਮਿਹਰਬਾਨੀ ਹੈ, ਲੇਕਿਨ ਮੈਂ ਵੀ ਤੁਹਾਨੂੰ ਪੁੱਛ ਨਹੀਂ ਰਿਹਾ ਨਾ ਉਹਦੀ ਕੋਈ ਜ਼ਰੂਰਤ ਹੈ। ਤੁਸੀਂ ਮੈਂ ਕਹਿੰਦਾ ਗੱਲ ਵੇਖੀ ਜਾਂਦੀ ਬੰਦੇ ਦੀ, ਨਾ ਕਿ ਉਹ ਵੇਖਿਆ ਜਾਂਦਾ ਕਿ ਉਹਦੀ ਬੈਕਗ੍ਰਾਉਂਡ ਕੀ ਹੈ, ਉਹਦਾ ਘਰ ਪੂਰਾ ਕੀ ਹੈ। ਜੇ ਤੁਸੀਂ ਗੱਲ ਤੇ ਸਹੀ ਕਰਦੇ ਹੋ ਤੁਸੀਂ ਸਹੀ ਆਦਮੀ ਹੋ, ਜੇ ਤੁਸੀਂ ਗਲਤ ਕਰਦੇ ਹੋ ਗਲਤ ਆਦਮੀ ਹੋ। ਇੰਨੀ ਗੱਲ ਮੈਂ ਕੋਈ ਪੁੱਛਣ ਲੱਗਿਆ ਤੁਸੀਂ ਇੱਕ ਸੁੰਨੀ ਹੋ ਮੁਸਲਮਾਨ ਹੋ ਨਹੀਂ ਮੁਸਲਮਾਨ ਹੋ। ਲੇਕਿਨ ਬਹਰਹਾਲ ਮੈਂ ਇਹ ਕਹਿਣਾ ਕਿ ਤੁਹਾਡੇ ਸਾਹਮਣੇ ਇਹ ਸਾਰਾ ਦਿਨ ਤੋਹੀਨਾ ਕਰਦੇ ਨੇ, ਸ਼ਾਤਮੀਅਤ ਕਰਦੇ ਨੇ, ਅਸੀਂ ਵੀ ਜ਼ੁਬਾਨ ਨਾਲ ਉਹਦਾ ਜਵਾਬ ਦਿੰਦੇ। ਅਗਰ ਤਸਵੀਰਾਂ ਨਾਲ ਮੁਕਾਬਲਾ ਕਰਨਾ ਹੈ ਤੇ ਹੁਣ ਤਸਵੀਰਾਂ ਨਾਲ ਮੁਕਾਬਲਾ ਸ਼ੁਰੂ ਕਰ ਦੇਣਾ।
ਕਰਨਾ ਤਾਂ ਮੁਕਾਬਲਾ ਹੀ ਹੈ ਨਾ। ਗੱਲ ਦਾ ਜਵਾਬ ਗੱਲ ਨਾਲ, ਤਸਵੀਰ ਦਾ ਜਵਾਬ ਤਸਵੀਰ ਨਾਲ। ਅੱਗੇ ਇਹ ਜੋ ਕੋਈ ਵੀ ਕਰਦੇ ਨੇ, ਮੈਂ ਤੇ ਇਹ ਵੇਖਿਆ ਕਿ ਨਬੀ ਅਲੈਹਿਸਸਲਾਮ ਦੀ ਮਾਸੂਮ ਜ਼ਾਤ ਨੂੰ ਢਾਲ ਦੇ ਤੌਰ ਤੇ ਅੱਗੇ ਇਸਤੇਮਾਲ ਕਰਕੇ ਤੇ ਇਸ ਬੰਦੇ ਦਾ, ਮਿਰਜ਼ਾ ਕਾਦੀਆਨੀ ਦਾ ਦਫਾ ਕਰਨਾ, ਇਸ ਤੋਂ ਗਿਰੀ ਹਰਕਤ ਤੇ ਮੁਸਲਮਾਨ ਕਜ਼ਾਬ ਦੇ ਪੈਰੋਕਾਰਾਂ ਵੀ ਨਹੀਂ ਕੀਤੀ ਹੈ। ਇੰਨੀ ਗਿਰੀ ਹਰਕਤ ਅਗਰ ਇਜਾਜ਼ਤ ਦਿਓ ਤਾਂ ਦੇਖੋ, ਔਰ ਜੇ ਅਸੀਂ ਹੁਣ ਤੋਹੀਨ ਨੂੰ ਨਾ ਐਕਸਪਲੇਨ ਕਰ ਲਈਏ, ਤੋਹੀਨ ਤੇ ਥੋੜੇ ਜਿਹਾ ਨਾ ਉਹਨੂੰ ਥੋੜਾ ਖੋਲ ਲਈਏ। ਤੋਹੀਨ ਤੁਹਾਡੇ ਨਜ਼ਦੀਕ ਜਾਂ ਮੇਰੇ ਨਜ਼ਦੀਕ ਇੱਕ ਤੋਹੀਨ ਹੈ ਜਿਹੜੀ ਇਹ ਕਰਦੇ ਨੇ ਭਈਆ, ਜੋ ਕੋਈ ਬੰਦਾ ਐਸੇ ਅਲਫਾਜ਼ ਇਸਤੇਮਾਲ ਕਰਦਾ ਹੈ। ਦੂਸਰੇ ਨੰਬਰ ਤੇ ਸ਼ਾਇਦ ਦੂਸਰੇ ਪਾਸੇ ਆ ਕੇ ਅਸੀਂ ਇੱਕ ਚੀਜ਼ ਭੁੱਲ ਜਾਂਦੇ ਹਾਂ ਕਿ ਜਿਸ ਬੰਦੇ ਨੂੰ ਅਸੀਂ ਗਾਲਾਂ ਕੱਢਦੇ ਹੁੰਦੇ ਹਾਂ ਜਾਂ ਸਾਡੇ ਕੁਝ ਲੋਕ ਗਾਲਾਂ ਕੱਢਦੇ ਹੁੰਦੇ ਨੇ, ਉਹਨਾਂ ਦੇ ਬਾਰੇ, ਉਹਨਾਂ ਦਾ ਮੁਕਾਮ ਉਸ ਸਾਈਡ ਤੇ ਕੀ ਹੈ, ਉਹਨਾਂ ਦੇ ਨਜ਼ਦੀਕ ਉਸ ਬੰਦੇ ਦੇ ਖਿਲਾਫ ਗੱਲ ਕਰਨੀ ਉਹ ਵੀ ਤੋਹੀਨ ਦੇ ਜ਼ਿੰਮੇ 'ਚ ਹੁੰਦਾ ਹੈ। ਤੇ ਜਿਸ ਨੇ 295 ਦੀ ਗੱਲ ਕਰਨੀ ਆ, ਉਹਦੇ ਫਿਰ ਸੈਕਸ਼ਨ A ਨੂੰ ਅਸੀਂ ਹਮੇਸ਼ਾ ਭੁੱਲ ਜਾਂਦੇ। ਇਸ ਵਾਸਤੇ ਮੇਰੇ ਖਿਆਲ ਨਾਲ ਮੇਰੀ ਨਾਕਸੀ ਰਾਏ ਆ ਕਿ ਗਾਲਾਂ ਕਿਸੇ ਮਸਲੇ ਦਾ ਕੋਈ ਹੱਲ ਨਹੀਂ। ਤੁਸੀਂ ਬੈਸਟ ਕੀ ਕਰ ਸਕਦੇ ਹੋ, ਆਪਣੀ ਦਲੀਲ ਦਿਓ, ਦਲੀਲਾਂ ਮਜ਼ਬੂਤ ਨੇ, ਦਲੀਲ ਦੇ ਨਾਲ ਹਰਾ ਦੇਣਾ ਬੰਦਾ, ਉਸ ਗੱਲ ਦੀ ਲੋੜ ਹੀ ਨਹੀਂ ਪੈਂਦੀ। ਜਿਸ ਗੱਲ ਗਾਲਾਂ ਤੇ ਆ ਜਾਂਦੀ ਹੈ ਨਾ, ਉਸ ਦਾ ਮਤਲਬ ਤੁਹਾਡੇ ਦਲੀਲਾਂ ਖਤਮ ਹੋ ਗਈ। ਮੈਂ ਤੁਹਾਡੇ ਨਾਲ ਐਗਰੀ ਹੈ ਇਸ ਅਸੂਲੀ ਗੱਲ ਤੇ, ਮੈਂ ਤੁਹਾਡੇ ਨਾਲ 100% ਐਗਰੀ ਹਾਂ। ਕੋਈ ਖਿਲਾਫੀ ਗੱਲ ਕੁਛ ਨਹੀਂ ਕੀਤੀ ਹੈ। ਮੈਂ ਵੀ ਇਹ ਕਹਿ ਰਿਹਾ ਕਿ ਅਗਰ ਅਸੀਂ ਤੋਹੀਨ ਕਰਨੇ ਆ, ਉਹ ਵੀ ਤੋਹੀਨ ਕਰਦੇ ਨੇ, ਲੇਕਿਨ ਪਹਿਲ ਕੌਣ ਕਰਦਾ ਹੈ? ਉਹ ਪਹਿਲ ਕਰਦੇ ਨੇ ਹਰ ਵਾਰੀ। ਇਹਨਾਂ ਦੀ ਤਰਬੀਅਤ ਹੀ ਹੈ ਵੇ, ਸਾਰੇ ਇਹਨਾਂ ਦੀ ਬੇਸ ਹੀ ਹੈ ਵੇ, ਬੁਨਿਆਦ ਹੀ ਹੈ ਵੇ ਕਿ ਮਿਰਜ਼ਾ ਕਾਦੀਆਨੀ ਦੇ ਉੱਤੇ ਕੋਈ ਇਲਜ਼ਾਮ ਐਸਾ ਨਹੀਂ ਪੈਂਦਾ ਜਿਹੜਾ ਪਿਛਲੇ ਨਬੀਆਂ ਤੇ ਨਾ ਜਾਂਦਾ ਹੋਵੇ। ਇਹਨਾਂ ਨੂੰ ਜਿਹੜਾ ਵੀ ਬੰਦਾ ਜਾ ਕੇ ਸਵਾਲ ਕਰਦਾ ਹੈ ਮਿਰਜ਼ਾ ਕਾਦੀਆਨੀ ਦੀ, ਕੋਈ ਤਹਿਰੀਰ ਪੇਸ਼ ਕਰਦਾ ਹੈ, ਉਹਦੇ ਕਿਰਦਾਰ ਦੀ ਕੋਈ ਗੱਲ ਪੇਸ਼ ਕਰਦਾ ਹੈ, ਉਹਦੀ ਜ਼ਿੰਦਗੀ ਦਾ ਕੋਈ ਵਾਕਿਆ ਬਿਆਨ ਕਰਕੇ ਸਵਾਲ ਕਰਦਾ ਹੈ, ਇਹ ਜਵਾਬ ਕੀ ਦਿੰਦੇ ਨੇ? ਨਬੀ ਪਾਕ ਦੀ ਜ਼ਾਤ ਵਿੱਚ। ਹਾਲਾਂਕਿ ਨਬੀ ਅਲੈਹਿਸਸਲਾਮ ਦੀ ਮਾਸੂਮ ਜ਼ਾਤ ਵਿੱਚ ਉਹ ਚੀਜ਼ ਨਹੀਂ ਪਾਈ ਜਾਂਦੀ ਹੁੰਦੀ, ਲੇਕਿਨ ਇਹ ਗੰਦਗੀ ਕਰ ਰਹੇ ਨੇ, ਸਾਰਾ ਦਿਨ ਗੰਦਗੀ। ਤੁਹਾਡੇ ਸਾਹਮਣੇ ਦਾ ਵਾਕਿਆ ਹੈ। ਪਹਿਲਾਂ ਸਈਦਾ ਜਵੇਰੀਆ ਨੂੰ ਪੇਸ਼ ਕੀਤਾ ਗਿਆ ਜੀ, ਉਹ ਸਈਦਾ ਜਵੇਰੀਆ ਦਾ ਨਿਕਾਹ ਜਿਸ ਤਰ੍ਹਾਂ ਹੋਇਆ ਸੀ, ਫਿਰ ਮਾਰੀਆ ਕਿਬਤੀਆ ਦਾ ਨਾਮ ਲਿਆ ਗਿਆ, ਹੁਣ ਸਈਦਾ ਜ਼ੈਨੁਲ ਆਬਦੀਨ, ਸਈਦਾ ਜ਼ੈਨਬ ਦਾ ਨਾਮ ਲਿਆ। ਇਹ ਜੋ ਕੁਝ ਕਰ ਰਹੇ ਨੇ, ਅਸੀਂ ਤੇ ਉਹਨਾਂ ਦਾ ਜਵਾਬ ਦੇ ਰਹੇ ਹਾਂ ਸਿਰਫ। ਅਗਰ ਜਵਾਬ ਵਿੱਚ ਇਮਾਮੁਲ ਅੰਬਿਆ ਦੀ ਜ਼ੌਜਾ ਦਾ ਨਾਮ ਲੈ ਕੇ ਕੋਈ ਤੋਹੀਨ ਕਰਦਾ ਹੈ ਜਾਂ ਨਬੀ ਅਲੈਹਿਸਸਲਾਮ ਦੀ ਮਾਸੂਮ ਜ਼ਾਤ ਦੇ ਉੱਤੇ ਕੋਈ ਨਿਸ਼ਾਨਾ ਬਣਦਾ ਹੈ, ਅਗਰ ਜਵਾਬ ਵਿੱਚ ਇਹਨਾਂ ਦੇ ਕਾਬਲੀਆਂ ਥੱਲੇ ਰੱਖ ਕੇ ਜਿੱਤੀਆਂ ਵੀ ਤਸਵੀਰਾਂ ਉੱਤੇ ਮਾਰੀਆਂ ਜਾਣ ਨਾ, ਤਾਂ ਵੀ ਸਮਝਦੇ ਅਸੀਂ ਕਿ ਉਨੀ ਤਕਲੀਫ ਨਹੀਂ ਪਹੁੰਚੀ ਇਹਨਾਂ ਨੂੰ, ਕਿਉਂਕਿ ਜਿਨ੍ਹਾਂ ਦੀ ਇਹ ਤੋਹੀਨ ਕਰਨ ਲੱਗੇ ਨੇ ਨਾ, ਉਹ ਤੇ ਬਾਅਦ ਅਜ ਖੁਦਾ ਬਜ਼ੁਰਗ ਤੋਂ ਹੀ ਕਿੱਸਾ ਮੁਖਤਸਰ, ਉਹਨਾਂ ਦੇ ਨਾਲ ਦਾ ਤਾਂ ਕੁਝ ਜਮੀ ਨਹੀਂ। ਬੜੀ ਅੱਛੀ ਗੱਲ ਸੀ ਕਿ ਮੈਂ ਤੁਹਾਡੀ ਗੱਲ ਦੀ ਨਾ ਤਕਰੀਬਨ ਕਾਫੀ ਸਾਰਾ ਅੱਗੇ ਨਹੀਂ ਕਰਦਾ, ਲੇਕਿਨ ਕੁਛ ਨਾ ਮੈਂ ਕਰਨਾ ਕਿ ਮੈਂ ਇੱਕ ਸਵਾਲ ਕਿ ਤੁਹਾਡੇ ਘਰ ਇਜਾਜ਼ਤ ਰੱਖ ਸਕਦਾ। Okay, no problem if you want to play my card. ऐसे है कि अगर कोई इतराज एक मिर्जा साहब की ज़ात पे होता है और वो ही अमल है इसी तरह ही नबी करीम सल्लल्लाहु अलैहि वसल्लम की ज़िंदगी में मिलता है, तो क्या अगर उन्होंने कंपेयर करते क्योंकि अमल अगर सही और सच्चा साबित हो रहा था, तो वो अमल जो साढ़े नबी ने कर दिता, तो अगर कोई और बंदा करे तो वो वास्ते नाजायज़ क्यों चल रहा है? तो गलत बयान कर दिया, वो तो अंडरस्टैंडेबल है कि उन्होंने अगर झूठ बोले वो तो कोई दफा ही नहीं है। We're going to M60. पहली गल तो मेरे मोहतरम कि ऐसा कोई अमल मिर्जा कादियानी की जिंदगी दे विच नहीं पाया जाता जेड़ा आइडेंटिकल नबी अलैहिस्सलाम की जिंदगी च तुसीं तलाश करो। This time just start traffic. की जिंदगी मासूम और पाक है, इस बंदे की सारी जिंदगी नापाक और पलीत है। कोई तुसीं एक वाक़या भी तलाश कर सकते। जबरदस्ती नबी पाक की ज़ात दे विच कीड़े कट्टन की कोशिश करते हैं मरदूद, ਜ਼ਬਰਦਸਤੀ ਉਹਨਾਂ ਦੀ ਜ਼ਾਤ ਨੂੰ ਟਾਰਗੇਟ ਕਰਦੇ ਨੇ ਔਰ ਉਹ ਕਹਿੰਦੇ ਨੇ ਕਿ ਉਹਨਾਂ ਵਿੱਚ ਵੀ ਚੀਜ਼ ਪਾਈ ਜਾਂਦੀ, ਹਾਲਾਂਕਿ ਨਹੀਂ ਪਾਈ ਜਾਂਦੀ। रामा साहब शायद मेरा सवाल क्लियर थी सर प्लीज। देखो मेरा सवाल असूल थे सर, मैं इस गल करता नहीं कि मेरा असूल ये भी कि अगर वो गल जो मेरे ख्याल में उतना बंदा बदबख्त इंसान हो ही नहीं सकता नबी करीम सल्लल्लाहु अलैहि वसल्लम की ज़ात को कीड़ा करे। ये मैं तो अपना डिस्क्लेमर पे नहीं देना तूल ते गल कि कोई ऐसा अमल ਜਿਹੜਾ ਨਬੀ ਕਰੀਮ ਨੇ ਕੀਤਾ ਹੋਵੇ, ਅਗਰ ਆਮਨ ਨਜ਼ੀਰ ਸਾਹਿਬ ਕਰਨ ਜਾਂ ਮੈਂ ਕਰਨੀ ਜਾਂ ਮਿਰਜ਼ਾ ਸਾਹਿਬ ਕਰਨ, ਕਿਆ ਉਹਨੂੰ ਦੱਸਿਆ ਜਾ ਸਕਦਾ ਕਿ ਮੈਂ ਮਤਲਬ ਮਲਤਾਨ ਕੀਤਾ ਕਿ ਕੋਈ ਨਬੀ ਕਰੀਮ ਸੱਲੱਲਾਹੁ ਦੀ ਜ਼ਾਤ ਚ ਮੇਰਾ ਪੁਆਇੰਟ ਉਸ ਅਸੂਲ ਤੇ ਨਾ ਕਿ ਹੋਲ ਜਿਹੜਾ ਸਿਨੈਰੀਓ ਦੇ ਤੇ
ਠੀਕ ਅਸੂਲੀ ਤੌਰ ਤੇ ਪਹਿਲਾਂ ਜਦੋਂ ਮੇਰੇ ਉੱਤੇ ਜਾਂ ਤੁਹਾਡੇ ਉੱਤੇ ਜਾਂ ਕਿਸੇ ਵੀ ਬੰਦੇ ਦੀ ਜ਼ਾਤ ਉੱਤੇ ਇਤਰਾਜ਼ ਹੁੰਦਾ ਨਾ, ਪਹਿਲੇ ਅਸੂਲੀ ਤੌਰ ਤੇ ਤੁਹਾਨੂੰ ਤੇ ਮੈਨੂੰ ਤਹਿਕੀਕੀ ਜਵਾਬ ਦੇਣਾ ਚਾਹੀਦਾ ਹੈ ਕਿ ਤਹਿਕੀਕੀ ਤੌਰ ਤੇ ਜਿਹੜਾ ਤੁਸੀਂ ਮੇਰੇ 'ਚ ਨਕਸ ਕੱਢ ਰਹੇ ਹੋ ਇਹ ਨਕਸ ਨਹੀਂ ਹੈ, ਇਹ ਨਕਸ ਨਹੀਂ ਹੈ, ਇਹਦੀ ਇਹ ਜਸਟੀਫਿਕੇਸ਼ਨ, ਇਹ ਇੱਜ਼ਤ ਦੇ ਲਾਇਕ ਹੈ, ਇਹ ਮੇਰੀ ਸਿਫਤ ਹੈ, ਬੁਰਾਈ ਨਹੀਂ ਹੈ, ਗੁਨਾਹ ਨਹੀਂ ਹੈ, ਨੇਕੀ ਹੈ, ਬੁਰਾਈ ਨਹੀਂ ਹੈ, ਅੱਛਾਈ ਹੈ, ਗੰਦਗੀ ਨਹੀਂ ਹੈ, ਸਫਾਈ ਹੈ। ਪਹਿਲਾਂ ਸਾਨੂੰ ਤਹਿਕੀਕੀ ਜਵਾਬ ਆਪਣੀ ਜ਼ਾਤ ਦੇ ਉੱਤੇ ਦੇਣਾ ਚਾਹੀਦਾ, ਉਹਦੇ ਉੱਤੇ ਫਿਰ ਇਲਜ਼ਾਮੀ ਜਵਾਬ ਬਾਅਦ ਦੀ ਇੱਕ ਕਿਸਮ ਹੈ, ਇਲਜ਼ਾਮੀ ਜਵਾਬ ਵੀ ਦਿੱਤਾ ਜਾ ਸਕਦਾ ਹੈ, ਲੇਕਿਨ ਇਲਜ਼ਾਮੀ ਜਵਾਬ ਸਿਰਫ ਔਰ ਸਿਰਫ ਤਾਂ ਦਿੱਤਾ ਜਾ ਸਕਦਾ ਹੈ ਜੇ ਆਇਡੈਂਟੀਕਲ ਹੋਵੇ। ਆਇਡੈਂਟੀਕਲ ਸਮਝਦੇ ਹੋ? ਇੱਕ ਬੰਦਾ ਹੈ, ਉਹਨੇ ਆ ਕੇ You're listening to Unity Radio, the real sound of the ਮੁੰਡਾ ਇੱਕ city. ਤੁਹਾਡੇ ਹੱਥ ਦਾ ਜਾਂ ਸੱਦਾ ਯਾਰ ਦਾ ਕੋਈ ਮੁੰਡਾ ਹੈ, ਉਹ ਕਹਿੰਦਾ ਸੂਫੀ ਸਾਹਿਬ This one, Bryson ਤੁਸੀਂ Tiller, ਵਜ਼ੂ Lil ਕੀਤਾ ਹੈ, Tyler, no ਤੁਹਾਡਾ Sherry. ਪੈਰ ਦਾ ਜਿਹੜਾ ਗਿੱਟਾ ਹੈ ਨਾ Oh, ਖੁਸ਼ਕ ਰਹਿ this ਗਿਆ one, ਹੈ, can't lie. ਤੁਹਾਡਾ Feeling this one. ਸਹੀ ਨਹੀਂ ਹੋਇਆ, ਤੇ ਸੂਫੀ ਸਾਹਿਬ ਉਹਨੂੰ ਘੂਰ ਕੇ ਵੇਖਦੇ ਨੇ ਤੂੰ ਤਾਂ ਦਾੜੀ ਕਰਨੀ ਹੈ, I'm thinking of changing my mind for her. I can't even lie. ਤੂੰ ਮੈਨੂੰ ਮਸਲੇ ਦੱਸੇ। Flipping the scale right ਇਹ ਜਿਹੜਾ ਇਲਜ਼ਾਮੀ now. ਜਵਾਬ Wearing ਦਿੱਤਾ an ਹੈ, outfit. Seeing the ਇਹ smell. ਇਲਜ਼ਾਮੀ ਜਵਾਬ Just ਦੁਰਸਤ making ਨਹੀਂ a ਹੈ, feel ਸਿਰਫ ਔਰ happy. ਸਿਰਫ ਅਗਲੇ ਦਾ ਮੂੰਹ ਬੰਦ ਕਰਨ ਵਾਸਤੇ ਇੱਕ ਯਾਰੀ ਹਰਕਤ ਕੀਤੀ ਗਈ। And I find out that ਹਾਂ, all the ਜੇ French ਸੇਮ ਉਹ ਚੀਜ਼ ਪਾਈ ਜਾਂਦੀ ਹੈ ਵੀ ਇਹਦਾ ਵੀ ਗਿੱਟਾ ਖੁਸ਼ਕ ਹੋਵੇ, ਇਹਨੇ ਵੀ ਵਜ਼ੂ ਕੀਤਾ ਹੋਵੇ, ਉਹ ਕਹਿ ਸਕਦਾ ਵੀ ਤੂੰ ਵੀ ਉੱਥੇ ਵਜ਼ੂ ਕੀਤਾ ਸੀ, ਮੇਰਾ ਵੀ ਗਿੱਟਾ ਖੁਸ਼ਕ ਸੀ। ਪਹਿਲੀ ਗੱਲ ਤਹਿਕੀਕੀ ਹੈ ਵੇ, ਤਹਿਕੀਕੀ ਜਵਾਬ ਹੈ ਵੇ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਇਹ ਹਦੀਸ ਪਾਈ ਜਾਂਦੀ ਹੈ, ਸੁਨਨਤ ਪਾਈ ਜਾਂਦੀ ਹੈ, ਕੁਰਾਨ 'ਚ ਲਿਖਿਆ ਹੈ ਕਿ ਭਈ ਅਗਰ ਵਜ਼ੂ ਕਰਦੇ ਗਿੱਟਾ ਖੁਸ਼ਕ ਰਹਿ ਜੇ ਤਾਂ ਵੀ ਵਜ਼ੂ ਹੋ ਜਾਂਦਾ, ਫਿਰ ਤੇਰਾ ਵੀ ਗਿੱਟਾ ਖੁਸ਼ਕ ਸੀ ਫਲਾਣੇ ਦਿਨ ਤੇ ਮੇਰਾ ਵੀ ਗਿੱਟਾ ਖੁਸ਼ਕ ਰਹਿ ਗਿਆ ਤੇ ਕੋਈ ਫਰਕ ਨਹੀਂ। ਇਹਨੂੰ ਕਹਿੰਦੇ ਨੇ ਇਲਜ਼ਾਮੀ ਜਵਾਬ। ਇਹ ਜੋ ਕਿ ਇਹ ਦਿੰਦੇ ਨੇ ਉਹ ਇਲਜ਼ਾਮੀ ਜਵਾਬ ਨਹੀਂ ਹੈ, ਉਹ ਤਾਂ ਗਲਤ ਬੋਲਦੇ ਹੈ, ਨਬੀ ਪਾਕ ਦੀ ਜ਼ਾਤ ਨੂੰ ਗਾਲਾਂ ਕੱਢਣ ਵਾਲੀ ਗੱਲ ਹੈ। exactly who I want. You are want. You're so perfect. ਤੁਸੀਂ You do ਦੇ everything ਸਕਦੇ they ਹੋ, do. ਇਲਜ਼ਾਮੀ ਦੇ ਸਕਦੇ ਹੋ, ਲੇਕਿਨ ਪਹਿਲਾਂ ਤਹਿਕੀਕੀ ਜਵਾਬ ਦਿਓ, ਉਹਦੇ ਬਾਅਦ ਇਲਜ਼ਾਮੀ ਉਹ ਜਵਾਬ ਦਿਓ ਜਿਹੜਾ ਆਇਡੈਂਟੀਕਲ ਹੈ। ਮੈਂ ਤੁਹਾਡੇ ਪੂਰੇ ਇਸ ਬਿਆਨ ਨਾਲ ਬਿਲਕੁਲ ਐਗਰੀ ਕਰਦਾ ਕਿ ਪਹਿਲਾਂ ਕੋਸ਼ਿਸ਼ ਇਹ ਕਰੋ ਕਿ ਉਹਨੂੰ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਮੇਰੀ ਉਰਦੂ ਬੜੀ ਅੱਛੀ ਨਹੀਂ, ਜਿਹੜਾ ਤੁਸੀਂ ਅੱਗੇ ਆਇਡੈਂਟੀਫਾਈ ਇੰਗਲਿਸ਼ ਆਇਆ ਕਿ ਪਹਿਲਾਂ ਕੋਸ਼ਿਸ਼ ਕਰੋ ਕਿ ਉਹਨੂੰ ਇਸ ਜਗ੍ਹਾ ਤੱਕ ਗੱਲ ਜਾਏ ਨਾ ਜਦੋਂ ਇਸ ਲਾਈਨ ਨੂੰ ਕ੍ਰਾਸ ਕਰੇ। ਉਸ ਤੋਂ ਬਾਅਦ ਲੇਕਿਨ ਤੁਸੀਂ ਮੇਰੇ ਉਸ ਅਸੂਲ ਨਾਲ ਐਗਰੀ ਕਰਦੇ ਹੋ ਕਿ ਅਗਰ ਬਿਲਕੁਲ ਚੀਜ਼ ਆਇਡੈਂਟੀਕਲ ਮਿਲਦੀ ਹੈ ਤਾਂ ਉਹਨੂੰ ਬਿਆਨ ਕਰ ਦੇਣਾ ਹਰਜ ਨਹੀਂ। ਵੈਸੇ ਤੁਸੀਂ ਸਹੀ ਸਮਝੇ? You're the one for me. ਆਇਡੈਂਟੀਕਲ ਪਾਈ ਜਾਂਦੀ ਹੈ ਤਾਂ ਬਿਲਕੁਲ ਬਿਆਨ ਕੀਤਾ ਜਾ ਸਕਦਾ ਇਲਜ਼ਾਮੀ ਜਵਾਬ। ਇਸ ਲਈ ਕਿ ਮੈਂ ਬਿਲਕੁਲ ਠੀਕ ਹੈ, ਮੈਂ ਤੁਹਾਨੂੰ ਟੋਟਲੀ ਐਗਰੀ ਕਰਦਾ ਤੁਹਾਡੇ ਸਾਰੇ I ਚੀਜ਼ਾਂ। love you till that right away. ਮੇਰਾ ਦਾਅਵਾ ਹੈ, ਇੱਕ ਮਿੰਟ ਜਲਦੀ ਨਾ ਕਰੋ, ਇੱਕ ਮਿੰਟ ਮੇਰਾ ਇਹ ਦਾਅਵਾ ਹੈ ਕਿ ਨਬੀ ਅਲੈਹਿਸਸਲਾਮ ਦੀ ਜ਼ਿੰਦਗੀ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਪਾਈ ਜਾਂਦੀ ਜਿਹੜੀ ਅਸੀਂ ਇਹਨਾਂ ਦੇ ਉੱਤੇ ਇਤਰਾਜ਼ ਕਰਦੇ ਹਾਂ, ਮਿਰਜ਼ਾ ਕਦੇ ਦੀ ਜ਼ਿੰਦਗੀ ਦੇ ਉੱਤੇ ਇਤਰਾਜ਼ ਕਰਦੇ ਹਾਂ, ਕਿਉਂਕਿ ਇਹਦੀ ਜ਼ਿੰਦਗੀ ਹੈ। ਤੁਸੀਂ ਮੁਹੰਮਦੀ ਬੇਗਮ ਦਾ ਕਿੱਸਾ ਵੇਖੋ, ਸਿੱਧੀ ਬਲੈਕਮੇਲਿੰਗ। ਉਹ ਬੰਦਾ ਆਇਆ ਜਿਵੇਂ ਤੇ ਕਾਗਜ਼ਾਂ ਦੇ ਦਸਤਖਤ ਕਰਾਉਣ ਤੇ ਜਵਾਬ ਹੀ ਦਿੱਤਾ ਗਿਆ ਵੀ ਕੁੜੀ ਦਾ ਰਿਸ਼ਤਾ ਦੇਂਗੇ, ਇਹ ਬਲੈਕਮੇਲਿੰਗ ਨਹੀਂ ਹੁੰਦੀ। ਕਿ ਨਬੀ ਪਾਕ ਦੀ ਜ਼ਿੰਦਗੀ 'ਚ ਇਹੋ ਜਿਹੀ ਕੋਈ ਗੱਲ ਢੂੰਢ ਸਕਦੇ ਹੋ? ਸਾਨੀ ਤੋਂ ਬੜੀ ਚੀਜ਼ ਹੈ ਨਬੀ ਅਲੈਹਿਸਸਲਾਮ ਦੀ ਜ਼ਿੰਦਗੀ 'ਚ ਤੇ ਇਹਦੇ ਬਰਕਸ ਹਜ਼ਾਰ ਗੋਲੀਆਂ ਮਿਲਣਗੀਆਂ ਕਿ ਨਬੀ ਅਲੈਹਿਸਸਲਾਮ ਆਪਣੇ ਪੇਟ ਤੇ ਪੱਥਰ ਬੰਨ੍ਹ ਕੇ ਆਪਣੇ ਪੇਟ ਨੂੰ ਕਿਆ ਰੱਖ ਕੇ ਲੋਕਾਂ ਦੀ ਮਦਦ ਕਰਦੇ ਰਹੇ ਨੇ। ਸਜਦਾ ਤੀਜਤੁਲ ਕੁਬਰਾ ਰਜ਼ੀ ਅੱਲਾਹ ਤਾਲਾ ਨੇ ਫਰਮਾਇਆ ਅੱਲਾਹ ਤੁਹਾਨੂੰ ਕੱਲਿਆਂ ਨਹੀਂ ਛੱਡੇਗਾ, ਕਿਉਂਕਿ ਤੁਸੀਂ ਗਰੀਬਾਂ, ਯਤੀਮਾਂ, ਬੇਵਾਵਾਂ ਦੀ ਮਦਦ ਕਰਨ ਵਾਲੇ ਹੋ, ਬੇਆਸਰਾ ਲੋਕਾਂ ਦੀਆਂ ਤੁਸੀਂ ਮਦਦਾਂ ਕਰਨ ਵਾਲੇ ਹੋ। ਤੁਹਾਨੂੰ ਕਦੇ ਵੀ ਅੱਲਾਹ ਤਾਲਾ ਰੁਸਵਾ ਨਹੀਂ ਹੋਣ ਦੇਗਾ, ਅੱਲਾਹ ਤਾਲਾ ਤੁਹਾਡੇ ਨਾਲ ਕਦੇ ਵੀ ਜ਼ਿਆਦਤੀ ਨਹੀਂ ਹੋਊਗੀ। ਬੀਵੀ ਪਿਗਵਾਈ ਦਿੰਦੀ, ਸ਼ਰੀਕ ਪਿਗਵਾਈ ਦਿੰਦੀ। Girls get nasty, but I need someone with a little more passion, baby. And I ain't to the moon, no days, no fancy. ਨਹੀਂ ਤੁਹਾਡੀ ਬਿਲਕੁਲ ਠੀਕ ਹੈ ਕਿਉਂਕਿ ਮੈਂ I'm trying to figure out somewhere dancing. Everybody don't dance, now let's say what this young people. I tell you, man, I'm passing, shine my phone, rings, he asking, man. Tell them, man, I'm passing, calling, pointers on me, I'm ਤੁਸੀਂ dancing. ਆਪਣੇ ਇਮਾਨ ਨਾਲ ਆਉਂਦੇ ਹੋ ਕਿ ਜਿਸ ਤਰ੍ਹਾਂ ਇਹਨੂੰ ਤੁਸੀਂ ਬਿਆਨ ਕਰਦੇ ਹੋ ਕਿ ਇਹ ਇਸੇ ਤਰ੍ਹਾਂ ਹੀ, ਕਿਉਂਕਿ ਮੈਂ ਬਿਲਕੁਲ ਲਿਖਣੀ ਹੈ ਮੈਨੇ ਨਾ, ਔਰ ਉਸੇ ਤਰ੍ਹਾਂ ਹੀ ਹੈ ਉਹਨੇ ਅਲਫਾਜ਼ ਜਿਹੜੇ ਤੁਸੀਂ ਇਸਤੇਮਾਲ ਕਰਦੇ ਹੋ ਜਾਂ ਤੁਸੀਂ ਕੁਝ ਆਪਣਾ ਡਿਸੀਜਨ ਯੂਜ਼ ਕਰਦੇ ਹੋ। ਸੁਰੱਖਿਆ ਇਸ ਲੇਕਿਨ ਗੱਲ ਸਮਝ ਆ ਗਈ ਆ। ਅਮਰ ਭਾਈ ਪੁੱਛ ਰਹੇ ਨੇ ਕਿ ਮੁਹੰਮਦੀ ਬੇਗਮ Is there a winning still for you? Buy a National Lottery scratch card and add some play to Christmas. Winners is an average search. Green Bay Place Mall. Rules and procedures apply. Players must be 18 or over. ਤੇ ਮੇਰਾ ਖੂਨ ਮਾਫ ਜਾ ਕੇ ਚੈੱਕ ਕਰ ਲਓ ਇਹਨਾਂ ਕੋਲ ਇਸਲਾਮ 285 ਸਫਾ ਦੇ ਉੱਤੇ ਆਪਣੇ ਹੱਥ ਨਾਲ ਮਿਰਜ਼ਾ ਸਾਹਿਬ ਨੇ ਲਿਖੀ ਹੈ ਵੀ ਉਹ ਮੇਰੇ ਕੋਲ ਆਇਆ ਸੀ ਯਕੀਨ ਦੇ ਕਾਰਨ ਮੈਂ ਉਹਨੂੰ ਕਿਹਾ ਇਸਤਿਖਾਰਾ ਕਰਨ ਤੋਂ ਬਾਅਦ ਮੈਂ ਉਹਨੂੰ ਕਿਹਾ ਕਿ ਜ਼ਮੀਨ ਦੇ ਕਾਗਜ਼ਾਂ ਉੱਤੇ ਦਸਤਖਤ ਐਸ ਸ਼ਰਤ ਤੇ ਹੋਣਗੇ ਕਿ ਤੂੰ ਮੈਨੂੰ ਬੇਟੇ ਦਾ ਰਿਸ਼ਤਾ ਦੇ।
ਉਹ ਮਜਬੂਰ ਸੀ ਬਿਲਕੁਲ ਸ਼ਰਤ ਦਾ ਲਫ਼ਜ਼ ਮਿਰਜ਼ਾ ਸਾਹਿਬ ਦੇ ਕਲਮ ਨਾਲ ਲਿਖਿਆ ਨਾ ਆਣਾ ਮੇਰਾ ਫੋਨ ਮਾਰ ਇਹ ਬੁੱਕ ਕਿੱਥੋਂ ਮਿਲੇਗੀ ਆਇਨਤ ਵਾਲੇ ਇਸਲਾਮ ਜਿਲਦ ਨੰਬਰ 5 ਰਵਾਨੀ ਡਿਜ਼ਾਈਨ ਦੀ ਉਹਦੇ ਚ ਕੀ ਕਿਤਾਬ ਪਈ 5ਵੀਂ ਜਿਲਦ al-islam.org ਗੂਗਲ ਦੇ ਉੱਤੇ ਅਗਰ ਤੁਸੀਂ ਕਿਸੇ ਐਸੇ ਮੁਲਕ ਵਿੱਚ ਨਹੀਂ ਇਹਨਾਂ ਦੀ ਬੰਦ ਦੇ ਵੈਬਸਾਈਟ ਮੈਂ ਜਰਮਨੀ ਜਾ al-islam.org ਤੇ ਜਾਓ ਤੇ ਕਿਤਾਬਾਂ ਦੇ ਸੈਕਸ਼ਨ ਜਾਓ ਤੇ ਮਿਰਜ਼ਾ ਕਦੇ ਦੀ ਕਿਤਾਬਾਂ ਰਵਾਨੀ ਡਿਜ਼ਾਈਨ ਖੋਲੋਗੇ ਉਹਦੀ 5ਵੀਂ ਜਿਲਦ ਖੋਲੋਗੇ ਸਿਰਫ ਇੱਕੋ ਹੀ ਕਿਤਾਬ ਪਈ ਹੈ ਆਇਨਾ ਕਮਾਲਤ ਇਸਲਾਮ 250 ਉੱਥੇ ਗੱਲ ਹੀ ਨਹੀਂ 7 till 10. I'm 4 till 7 tomorrow as well. ਦੱਸੋ ਤੇ ਮੈਂ ਪੇਸ਼ ਵੀ ਕਰ ਸਕਦਾ ਅੱਗੇ ਜਾ ਕੇ ਕਿਉਂਕਿ ਮੇਰੀ ਅਕਸਰ ਮੈਂ ਸਰ ਸਕੈਨ ਲਵਾ ਦਿੰਦਾ ਮੈਂ ਸਕੈਨ ਲਵਾ ਦਿੰਦਾ ਮੈਂ ਡਰਾਈਵ ਕਰ ਰਿਹਾ ਮੈਂ ਸਕੈਨ ਲਵਾ ਦਿੰਦਾ ਨਾ Make it anyway. ਕੋਈ ਐਸਾ ਮਸਲਾ ਨਹੀਂ ਹੈ ਕਿਉਂਕਿ ਇੱਕ ਇਤਰਾਜ਼ ਹੁੰਦਾ ਇਸ ਤਰ੍ਹਾਂ ਐਮਡੀ ਦੀ ਤਰਫ ਇਤਰਾਜ਼ ਹੁੰਦਾ ਕਿ ਤੁਸੀਂ ਲੋਕ ਜਿਹੜੇ ਨੇ ਇਹ ਸਿਰਫ ਉਹ ਜਿਹੜੀ ਖਾਸ ਲਾਈਨਸ ਨੇ ਉਹਨੂੰ ਪੜ੍ਹਦੇ ਨੇ ਉਹਦਾ ਸਿਆਕੋ ਸਬਾਕ ਨਹੀਂ ਪੜ੍ਹਦੇ ਇਸ ਵਾਸਤੇ ਜਦੋਂ ਤੁਸੀਂ 285 ਆਉਂਦੇ ਹੋ ਤਾਂ ਮੈਂ 280 ਤੋਂ ਲੈ ਕੇ 290 ਤੱਕ Your chance to enter. ਬਿਲਕੁਲ ਮੈਂ ਕਹਿੰਦਾ ਜੀ ਤੁਸੀਂ ਹੋਰ 50% ਪਿਛਲੇ ਤੋਂ 50 ਅਗਲੇ ਵੀ ਪੜ੍ਹ ਲਓ ਅਗਰ ਉਹਦੇ ਚ ਇਹ ਗੱਲ ਨਾ ਲਿਖੀ ਹੋਵੇ ਇਹ ਸਾਰਾ ਸਲੂਕ Send us a voice message. ਇਹ ਤੇਰੇ ਨਾਲ ਸਿਰਫ ਇਹ ਸ਼ਰਤ ਤੇ ਕੀਤੀ ਜਾਏਗੀ ਕਿ ਸ਼ਰਤ ਵਾਲਾ ਲਫ਼ਜ਼ ਨਾ ਲਿਖਿਆ ਹੋਵੇ ਤੇ ਬੇਸ਼ੱਕ ਮੇਰੇ ਗਲ ਚ ਆ ਕੇ ਕੱਪੜਾ ਪਾ ਦੇ We want to hear you back. ਇਹ ਬਕਾਇਦਾ ਇਸ ਤੋਂ ਇਲਾਵਾ ਫਿਰ ਮੈਂ ਮੀਆਂ ਸਾਹਿਬ ਦੀ ਬਰਾਡ ਦੇ ਤੋਂ ਬਕਾਇਦਾ ਐਜ਼ ਅ ਕੁਐਸਚਨ ਲੈ ਕੇ ਜਾਵਾਂ ਜ਼ਰੂਰ ਅਸੀਂ ਵੀ ਇਹੀ ਚਾਹੁੰਦੇ ਹਾਂ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ Enjoy ਤੁਹਾਡੇ the concert. Bring a ਸਵਾਲ friend. ਕਰਨ Yeah. ਬਕਾਇਦਾ ਕੁਐਸਚਨਿੰਗ ਕਰ ਲੇਕਿਨ ਜਵਾਬ ਅੱਗੇ ਤੁਹਾਨੂੰ ਪਤਾ ਕੀ ਮਿਲੇਗਾ ਇੱਥੇ ਹੀ ਸੁਣ ਲਓ So, ਸਈਦਾ ਜਵੇਰੀਆ ਦਾ ਜਵਾਬ ਦੇ ਦਿੱਤਾ ਸਈਦਾ ਮਾਰੀਆ ਕਿਬਤੀਆ ਦਾ ਦੇ ਦਿੱਤਾ ਸਈਦਾ ਜ਼ੈਨਬ ਦਾ you ਦੇ must be ਦਿੱਤਾ 18 or ਹੁਣ over ਮੈਂ to ਸਲਮਾਨ enter, ਮਿਲੇਗਾ and the competition is open ਜਿੰਨੀਆਂ now. ਮਹਾਤਮ 7 ਕਮੇਟੀ a.m. ਦਾ ਨਾਂ ਲੈ ਕੇ ਬਸ ਸਿਰਫ till on the 10th. It's open till 7 a.m. on the 10th of December. Alright? So the lines are open now. From 7 a.m. Alright? ਹੁਸੈਨ ਸਾਹਿਬ ਦੀ ਬਰਾਤ ਤੇ ਵੇਖ ਕੇ ਦਿੱਤਾ ਵੇਖਿਆ ਕਿੱਦਾਂ The ਬਦਬਖਤ winner will ਆਦਮੀ be ਹੈ announced on ਕਿ ਜਿਹੜਾ ਨਬੀ the ਇਸਲਾਮ radio ਵਾਲ birthday ਐਡੀ ਵੱਡੀ prime ਤੋਹਮਤ time show. ਮਨਸੂਬ That's ਕਰਦਾ ਹੈ ਕਿ tomorrow ਨਬੀ ਪਾਕ ਨੇ ਫਰਮਾਇਆ 7 a.m. and 10 a.m. and ਅਗਰ 4 ਜ਼ੈਦ ਨੂੰ ਕਿ ਤੂੰ ਇਹਨੂੰ ਤਲਾਕ ਦੇ ਦੇ ਤੇ ਉਹਨਾਂ ਤਲਾਕ ਦੇ ਦਿੱਤੀ ਤੇ ਨਬੀ ਪਾਕ ਨੇ ਨਿਕਾਹ ਕਰ ਲਿਆ तो ये रोहन आपका ट्रुथ सीकर बदबख्त का लफ्ज क्यों बोला है गाली दी है बदबख्त का सैनी साहब ने आखा बिल्कुल अप्रोप्रिएट लफ्ज है Your tickets, you know, yeah. So you need to radio that FM to find out more information. ਐਜ਼ ਅ ਮਿਸਾਲ ਪੇਸ਼ ਕਰੋਗੇ ਨਾ ਤਾਂ ਮੈਂ ਤਾਂ ਵਿਚਾਰ ਨੂੰ ਕਹਿੰਦਾ ਰਹੂੰ ਅਜੀਬ ਜਿਹਾ ਬੰਦਾ ਹੈ ਔਰ ਯਾਰ ਜਿਹੜੀ ਗੱਲ ਮੇਰੀ ਮੇਨ ਚੀਜ਼ ਦੀ ਜਿਹੜੀ ਅਸੂਲ ਜਿਹੜੀ ਚੀਜ਼ ਵੇਚਣ ਉਹ ਤੇ ਮੈਂ ਗੱਲ ਕਰਾਂ ਅਗਰ ਉਹ ਕਿਸੇ ਤਰੀਕੇ ਦਾ ਜਵਾਬ ਦਿੰਦੇ ਨੇ ਅਗਰ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਕਦੀ ਆਖਿਆ ਇਸ ਗੱਲ ਤੇ ਰੱਖਿਆ ਕਿ ਜਾ ਇਹਦੇ ਤਲਾਕ ਦੇ ਤਾਕ ਮੈਂ ਵਿਆਹ ਕਰਨਾ ਇਹ ਤੇ ਫਿਰ ਜ਼ਿਆਦਤੀ ਹੈ ਸਰਾਸਰ ਜ਼ਿਆਦਤੀ ਹੈ ਔਰ ਇੱਕ ਗੁਸਤਾਖੀ ਕਬਰ ਚੱਲਦਾ सबर करो कोई बंदा ना बोलिया करो दो बंदे गल पे कर दे ना मतलब सवाल नहीं लाना कोई गल नहीं दो बंदे पे गल करते ने ज़िया भाई ने हवाला कट के लाया एक बंदा त्रीजा के कहंदा मेरा सवाल है सवाल जरूरी कि जेडी गुफ्तगू पे होंदी वो जरूरी सारियां दा सवाल लेने लेकिन वारी ना ਸਾਨੂੰ ਕਿਸੇ ਨਾਲ ਕੋਈ ਸਖਤੀ ਅਸੀਂ ਨਹੀਂ ਕਰਨਾ ਚਾਹੁੰਦੇ ਲੇਕਿਨ ਦੋ ਬੰਦੇ ਗੱਲ ਵੀ ਕਰਦੇ ਨੇ ਉਹਨਾਂ ਨੇ ਕਿਹਾ ਮੈਂ ਹਵਾਲਾ ਖੁਦ ਦੇਖਣਾ ਚਾਹਨਾ ਮੈਂ ਪੜ੍ਹਨਾ ਚਾਹਨਾ ਹਵਾਲਾ ਜ਼ਿਆ ਭਾਈ ਨੇ ਤੁਹਾਡਾ ਕੀ ਖਿਆਲ ਹੈ ਸੱਜੇ ਹੱਥ ਨਾਲ ਪੜ੍ਹ ਕੇ ਉੱਤੇ ਲਾ ਦਿੱਤਾ ਹੈ ਨਾ ਫੋਲਡਰ ਤੋਂ ਖੋਲ ਕੇ ਤਦਕਰ ਕਰਕੇ ਲਿਆ ਤੁਹਾਡੇ ਸਾਹਮਣੇ ਚੀਜ਼ ਰੱਖੀ ਹੋ ਪੜ੍ਹ ਕੇ ਸੁਣਾ ਸਕੇ ਨਾ ਜ਼ਿਆ ਭਾਈ ਤੁਸੀਂ ਬਾਰੇ ਸੁਣਾ ਦਿਓ ਬਾਅਦ ਜਿੰਨੀ ਰੀਸ ਪੜ੍ਹ ਲਾ ਦਿਓ ਮੈਂ ਲਾ ਦੇਣਾ नवाज़ में गुजारिश है कि अगर किसी 285 है 285 286 85 तो शुरू हो गई ये आ रही है मैं अर्ज करना पाया कि अगर मैनू तो चीज़ अगर तुम मैनू इनबॉक्स कर दो या मैं तो लावा साहब का नंबर शेयर कर देना तो मैनू कर दें वो ज़्यादा आसानी होगी क्योंकि मैं एक गड्डी चलाना पे अगर इनबॉक्स आपका नंबर कर दो ना लावा साहब मैं तो मैसेज कर दूँ ਮੈਂ ਵੀ ਡਰਾਈਵ ਕਰ ਰਿਹਾ ਤੇ ਮੇਰਾ ਕੋਈ ਨੰਬਰ ਬੰਦਾ ਹੋਰ ਇਹਨਾਂ ਨੂੰ ਇਨਬਾਕਸ ਕਰ ਦੇਣਾ ਜੋ ਕਰਦੇ ਇਹ ਕੰਮ ਕਰਨ ਵਾਲੇ ਨੇ ਜਿਹੜੇ ਨੇ ਨਾ ਬਲਾਲ ਹਨੀਫ ਸਾਹਿਬ ਨੂੰ ਮੇਰਾ ਨੰਬਰ ਹੈ ਉਹਨੂੰ ਇੱਥੇ ਲਿਖ ਲਓ ਮੇਰਾ ਨੰਬਰ 320 92 14 845 18 ਸਾਲ ਦਾ ਹੈ ਕੰਮ ਨਾ ਦੱਸਿਆ ਕਰੋ ਲਾਰਾਂ ਦਾ ਨਾਮਾ ਦਾ ਮੁੱਖ ਕੰਮ ਨਾ ਦੱਸਿਆ ਮੈਂ ਤੁਹਾਨੂੰ ਨਾ ਪਰਸਨਲ ਸੇਵ
ਪਰਸਨਲੀ ਨਾ ਜਾ ਕਿਉਂਕਿ ਮੈਂ ਜਾ ਨਹੀਂ ਸਕਦਾ ਸਟicker ਤੇ ਲਿਖ ਕੇ 392 14 845 ਕੱਟਣ ਨਹੀਂ ਹੁੰਦਾ ਉਹ ਸਟicker ਲਾ ਦੇ ਤੇ ਸਕਰੀਨਸ਼ਾਟ ਲੈ ਲਾਂਗੇ ਤੇ ਪਹਿਲੇ ਸਿਰਫ ਇਟਲੀ ਦਾ ਕੋਡ ਇਹਨਾਂ ਲਾਇਆ 00339 ਜਰਮਨੀ ਦਾ 49 ਹੈ ਤੇ ਇਹਦਾ 39 ਆਸਾਨ ਜਿਹਾ ਕੰਮ ਸਟicker ਲਿਖ ਕੇ ਜ਼ਿਆਦਾ ਇਹ ਬਾਰੇ ਪੜ੍ਹ ਕੇ ਸੁਣਾ ਦਿਓ ਚਲੋ ਪੜ੍ਹ ਲਾਂਗੇ ਖੁਦ ਸਕੈਨ ਵੀ ਇਹਨਾਂ ਸੈਂਡ ਕਰ ਦੇਵਾਂਗੇ Like a shot top, shopping with the Irish baby, better fix your posture. ਨੰਬਰ ਕਿਹੜਾ ਕੀ ਅੱਜ ਸੈਂਡ ਇਹ ਜਿਹੜਾ ਸਾਹਮਣੇ ਆ ਤੇ ਲਿਖ ਕੇ 392 14 845 ਕਿਸੇ ਬੰਦੇ ਲਿਖਿਆ ਕਰ ਦਿੱਤੇ ਆ ਨੰਬਰ ਸੈਂਡ ਮੈਂ ਕਰ ਦਿੱਤੇ ਆ ਮੇਰਾ ਐਕਸਪਾਇਰ ਚੈੱਕ ਕਰ ਲਓ She like what I do. I'ma sit with 8 till I bring a man. I like when it's big. We can flip away, baby, till you came. Let's fly to the moon. Brick a cane, how I took the pain. Big truck ain't riding no coupe. No, make a point. Nigga ever care about your messy hair? I'm gonna pull on it when I'm tired. ਥੋੜੀ ਜਿਹੀ ਲਿਓ ਮੈਨੂੰ ਇਦਾਂ ਤੇ ਮੇਰੇ ਜਾਨ ਮੇਰਾ ਤੇ ਮੇਰੀ ਤੇ ਗੁਜ਼ਾਰਿਸ਼ ਹੈ ਮੈਂ ਵੀ ਰੱਖਿਆ ਜੇ ਇਹਨੂੰ ਆਸਤਾ ਕਾਲੋ ਦੇ ਕੇ ਤੁਹਾਡੇ ਨਹੀਂ ਰਿਹਾ ਮੇਰੀ ਕੋਈ ਸੀ ਤੇ ਤੁਹਾਡਾ ਇਹ ਤਾਂ ਫਿਰ ਜੀ ਤੁਸੀਂ ਮੈਂ ਕਹਿੰਦਾ ਤੁਸੀਂ ਆਪਣੇ ਮੂੰਹ ਤੇ ਟੇਪ ਲਾ ਲਓ ਨਾ ਉਹਨਾਂ ਤੋਂ ਮੇਰੇ ਖਿਆਲ ਨਾਲ ਉਹਨਾਂ ਨੇ ਜਿਹੜੀ ਗੁਜ਼ਾਰਿਸ਼ ਕੀਤੀ ਜਾ I'm a lonely nights and you hold me tight. And I goes my links like hard guys make fast money. Have a look when I'm on the head, I can overtime. Hands on your neck, watch you go for eyes. My team boss for 5 homies like a lobster, like a shot top. Shopping with the Irish baby, better fix your posture. Baby, I do this often. Anything you want to know? She low. ਪਹਿਲਾ ਹੁਕਮ ਜਿਹੜਾ ਮੇਰੀ ਤਰਫ ਲਗਾ ਸਭ ਆਪਣੇ ਆਪਣੇ ਬਣਾ ਕੇ ਟੋਰੋ ਮੈਂ ਜਿਹਦੀ ਜਿਹਦੀ ਆਖੋਗੇ ਉਸ ਫੋਟੋ ਦਾ ਨਾਮ ਹੈ ਉਸ ਫੋਟੋ ਦਾ ਨਾਮ ਹੈ ਮਕਸੂਦਾ MANS 000 ਅਲੀ ਅਮਰ ਭਾਈ ਮੈਂ ਤੁਹਾਨੂੰ ਜ਼ਰਾ 2 ਮਿੰਟ ਦੇ ਕਰ ਦਿਆਂ ਤੇ freedom of speech means the right to offend. So ਜਦੋਂ ਇਹ ਆਪਣੇ ਰਾਈਟਸ ਆ ਕਹਿੰਦੇ ਨਾ freedom of speech and human rights. He hasn't even read the Charter of Human Rights. Freedom of speech means the right to offend. इंग्लिश स्मॉल कमिंग जी अस्सलाम वालेकुम रहमतुल्लाहि व बरकातहू अमर भाई हैगे हो हाँ जी तो और नासिर अहमद ने मोहम्मद बेगम की पेशगोई के उत्ते मैं टाइम रख के आया वहाँ नासिर अहमद नहीं वो फैम का टीके वाला और ना हाँ ਨਾਸਰ ਅਹਿਮਦ ਹੋ ਚੈਨ ਆਹੋ ਤੂੰ ਗਿਆ ਤੇ ਬਾਅਦ ਚ ਮੈਂ ਚੜ ਗਿਆ ਓਏ 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 ਜਿਹੜੀ ਅੱਜ ਉਹਦੇ ਨਾਲ ਹੋਈ ਹੈ ਯਕੀਨ ਕਰੋ ਤਬਾਹੀ ਫਿਰਦੀ ਹੈ ਅੱਜ 2-2.5 ਘੰਟੇ ਦਾ ਮੁਨਾਜ਼ਰਾ ਹੋਇਆ ਨਾਸਰ ਅਹਿਮਦ ਅੱਛਾ ਕਿਹਦੀ ਬਰਾੜ ਸੀ ਉਹ ਬਰਿਆਮ ਦੀ ਓਏ ਹੋਏ ਹੋਏ ਅਮਰ ਭਾਈ ਉਹਦੇ ਛੋਡੇ ਲੱਤੇ ਨੇ ਅੱਜ ਉਹੀ ਨਾ ਤੇਰੇ ਪਿੱਛੋਂ ਲੱਗਾ ਨਾ ਕਿ ਮੈਂ ਇਹਨੂੰ ਇੰਜ ਕਿਹਾ ਮੈਂ ਕਿਹਾ ਉਹ ਲੜਾਈ ਤੋਂ ਬਾਅਦ ਵਾਲਾ ਮੁੱਕਾ ਜਿਹੜਾ ਨਾ ਆਪਣੇ ਮੂੰਹ ਤੇ ਮਾਰੀ ਹੁੰਦਾ ਤੂੰ ਚਲਾ ਗਿਆ ਤੈਨੂੰ ਬਸ ਕਰ ਅਸਲਾਮ ਅਲੈਕੁਮ ਅੱਜ ਦੂਜਿਆਂ ਨੂੰ ਕਹਿਣ ਡਿਆ ਸੀ ਉਹ ਨਾ ਬੋਲ ਚੁੱਪ ਕਰ ਜਾਣ ਫਿਰ ਆ ਜਾਣਾ ਅੱਛਾ ਸਾਹਿਲ ਭਾਈ ਇਹ ਤਾਂ ਅਲੀ ਅਮਰ ਭਾਈ ਕਾਫੀ ਟਾਈਮ ਤੋਂ ਮੈਂ ਬਸ ਅਮਰ ਭਾਈ ਨੂੰ ਕਹਿਣਾ ਸੀ ਉਹਨਾਂ ਤੈਅ ਕਰਕੇ ਆਇਆ ਮੈਨੂੰ ਕਹਿੰਦਾ ਚੱਲ ਉਹਦੀ ਅਫਾਦੀਅਤ ਦਾ ਤੇ ਤੁਹਾਨੂੰ ਉਹਦੀ ਰੀਜ਼ਨ ਦਾ ਨਹੀਂ ਪਤਾ ਤੇ ਤੁਸੀਂ ਤਦੱਬਰ ਕਰੋ ਤੇ ਮੈਂ ਕਿਹਾ ਨਹੀਂ ਜੀ ਮੈਂ ਇਨਸ਼ਾਅੱਲਾ ਤੁਹਾਡੇ ਨਾਲ ਗੱਲ ਕਰਾਂਗਾ ਤੁਸੀਂ ਮੈਨੂੰ ਤਦੱਬਰ ਕਰਵਾਇਓ ਤੇ ਘੁਲ ਮਿਲ ਕੇ ਬਹਿ ਕੇ ਉੱਤੇ ਗੱਲ ਕਰਾਂਗੇ ਜੋ ਮੈਂ ਹੁਣ ਕਰਕੇ ਆਇਆ ਹੁਣ ਤੇ ਜੁਮਾ ਦਾ ਨੰਬਰ ਰੱਖਣਾ ਉਹਨਾਂ ਪ੍ਰੋਗਰਾਮ ਕੇ ਭਾਈ ਕੀ ਹੋ ਗਿਆ ਸਿੱਧਾ ਓਏ ਉੱਤੇ ਜਾੜੋ ਜਿਹੜੇ ਵੀ ਥੱਲੇ ਬੈਠੇ ਟਾਈਮ ਕਰ ਦਿਓ ਬਤਾ ਦਾ ਅੱਜ ਰੈਸਟ੍ਰਿਕਸ਼ਨ ਮਾਰਨੀ ਹੈ ਪਤਾ ਨਹੀਂ ਕੀ ਵਜ੍ਹਾ ਹੈ ਇਹ ਬਾਤ ਆ ਰਹੀ ਹਾਂਜੀ ਆ ਰਹੀ ਹੈ ਸਾਬਰ ਭਾਈ ਬੋਲੋ ਤੁਸੀਂ ਅਲੀ मेरा सवाल था ये कि आमिर भाई से आमिर के किस चालीस स्ट्रीम का नाम है ये मेरे ख्याल से स्पोर्ट्स ਤੁਸੀਂ ਕਰੋ ਸੁਣਦੇ ਪਏ अच्छा मेरा ये सवाल था इनसे कि जो हम मुसलमान लोग हैं अल्हम्दुलिल्लाह हमारे में ना वो ये बात काफ़ी फैली हुई है कि जो कादियानी
ये अपने टॉयलेट में गिर के मर गया था और अक्सर कमेंट्स में भी हम ऐसी तस्वीरें देखते हैं जो व्हाट्सएप में इसकी तस्वीर ऐसी लगाई होती है, तो इस बात में कितनी हकीकत है। और दूसरा ये मैंने पूछना था कि बताना भी था, पूछना भी था कि जैसे अभी मोहम्मदी बेगम के बारे में बताया ना कि काफ़ी ऐसी उसकी पेशेंट हुई है, झूठी साबित हुई है, ऐसे सनाउल्लाह अमृतसरी के बारे में बहुत सी उसकी पेशेंट हुई है जो थी वो झूठी साबित हुई थी, तो उनके बारे में थोड़ा बताएं। उसने दावा किया था, अल्लाह से दुआ की थी कि सनाउल्लाह अमृतसरी और मुझ में से जो झूठा है वो सच्चे की ज़िंदगी में मर लिया और बाद में हैज़ की बीमारी से उसकी मौत हो। तो सनाउल्लाह अमृतसरी 40 साल ज़िंदा रहा और वो कुछ दिन बाद मर गया था, तो इस बारे में लोगों को बताया। अमर भाई पहली उन्होंने गल है कि जिहड़ा ये मशहूर है ज़बानी ज़द-ए-आम है कि मिर्ज़ा गुलाम कादियानी जिहड़ा वे उहदी डेथ जिहड़ी वो टायलेट दे विच होई सी, ते क्या ये गल ठीक है? दूजा उन्होंने मौलाना सनाउल्लाह अमृतसरी ते मोहम्मदी बेगम की पेशगोई के बारे में जिक्र किया, तुसीं सुनिया। मैंने ये कहा था कि सनाउल्लाह अमृतसरी की जो पेशेंट हुई उसने की थी वो भी झूठी साबित हुई थी, तो उसके बारे में थोड़ा सा वजाहत करके बयान कर दिया। हाँ जी शोएब राजा भाई ज़रा सब्र करें, अभी इंतज़ार करें, जल्दी ना करें। हमने उनसे एक जेंटलमैन प्रॉमिस किया है, जब तक वो यहाँ पर मौजूद है थोड़ा वेट नहीं, कोई गल नहीं, सिर्फ जब गल कर ली थोड़े नहीं आन। अच्छा भाई अली अमन भाई, बात यह है कि ये जो टॉयलेट के मतलब बात लोग करते हैं ना, फिर बात करनी चाहिए और उतनी ही बात करनी चाहिए जितनी बात आप बतौर सबूत के किसी के सामने रख सकें, और मुखालिफ को सबूत उसके घर से दिया जाता है, ना कि आपकी अपनी ज़ुबानी कलामी बातें। हम अपनी ज़ुबान से जो मर्जी कहना चाहिए कह सकते हैं, लेकिन वो दूसरे के लिए हुज्जत नहीं है। हम अपने उलमा की किताबें पेश कर सकते हैं, अपने कादरीन की किताबें पेश कर सकते हैं, लेकिन वो दूसरे के लिए हुज्जत नहीं होती। वो कहता है ये तुम्हारे उलमा जो थे वे मुखालिफ, उनकी बात हमारे लिए जब उन्होंने झूठ बोला है वगैरह, ऐसी बात पेश करनी चाहिए जो उनकी किताबों में। सीरत al-महदी में शुरू में ही ये बात की हुई है कि मिर्ज़ा कादियानी को 25 मई की शाम को पखानों का मसला, पेचिश का मसला हो गया, डायरिया हो गया, हैज़ा जिससे उसकी मौत हुई है, उल्टी भी और पेचिश भी, उससे पानी की कमी हो जाती है और डिहाइड्रेशन से बंदा मर जाता है। ये हुआ है उसके साथ। उसमें जब वो 2, 3, 4 दफ़ा वो टॉयलेट गया है पेशाब करने और उसका पेचिश नहीं रुक रहा था, पानी वाले जो पेचिश जिससे पानी की कमी होती है वो नहीं रुक रहे थे, उनकी अहलिया ने, उनकी बीवी ने उनकी चारपाई के पास ही इंतज़ाम कर दिया। ये सीरत al-महदी में लिखा है। इसको हम बोलते हैं अंग्रेज़ी में मेक शिफ्ट टॉयलेट, मोबाइल लेटरिन। हाँ, यहाँ पर भी यूरोप में भी वो होती हैं जहाँ पर वर्कर काम कर रहे होते हैं ना, तो वो इस तरह का मेक शिफ्ट या मोबाइल लेटरिन जो होती है वो लगी होती है, क्योंकि वहाँ पर कंस्ट्रक्शन हो रही होती है, तो मजदूरों के लिए, बच्चों के लिए, जैसे वो छोटे बच्चों के लिए बनाते हैं। हाँ, तो ऐसे ही उनकी अहलिया ने चारपाई के पास ही इंतज़ाम कर दिया। तो वहाँ वो पखाना करके तो उठे हैं और चारपाई के ऊपर गिरे हैं और चारपाई के ऊपर सर लगा है। ये सारी बातें उनकी किताब से मैं पेश कर रहा हूँ, ज़ुबानी पेश कर रहा हूँ, लेकिन उनकी किताब में ये बातें, ये सारे अल्फाज सीरत al-महदी में लिखे हुए हैं कि वो उस मेक शिफ्ट टॉयलेट से उठे, सर लगा है। बीवी ने कहा भाई अल्लाह की होने लगा है, ये क्या होने लगा है? उन्होंने कहा वही होने लगा है जरा मैं तेरे आंदा होता सी, ये वही होने लगा है जो मैं तुझे कहा करता था, मतलब मरने लगा था। फिर उसके बाद ज़बान उसकी गुंग हो गई, ज़बान बंद हो गई, तकलीफ बहुत ज़्यादा थी। वो कोई कह रहे थे, इनको समझ नहीं आ रही थी वे क्या तकलीफ बयान कर रहे हैं। तो किसी ने कहा कि आप कागज़ कलम इनको दें, ये लिख कर दे दें, क्योंकि इतनी किताबें लिखी हुई है तो लिख कर दे दें कि बोला नहीं जा रहा था, ज़ुबान बंद हो गई थी, बोला नहीं जा रहा। उन्होंने कागज़ और कलम इसलिए दिया कि मुंह से बात नहीं निकल रही थी, लेकिन वो इशारों से कह रहे थे कि मुझे ये दो वो दो, तो समझ नहीं आ रही थी क्या कह रहे थे। तो उन्होंने कहा कि ये कागज़ है, ये कलम है, इस पर लिख कर दे दें आप क्या कहना चाहते हैं। तो जो लिख कर उसने दिया वो बाद में
गुलाम हुसैन या मोहम्मद हुसैन नाम का एक बंदा था मेरे ख्याल से, उसको कहा कि आप इनकी तहरीर से वाकिफ़ हैं, आप पढ़ के दे सकते हैं, क्योंकि लिखा गया नहीं, बोला भी नहीं जा रहा था, लिखा भी नहीं जा रहा था। कागज़ के ऊपर कलम लेकर लिखने की कोशिश की तो वो कागज़ के ऊपर कलम घिसटता चला गया, यानी कोई लफ्ज़ समझ नहीं आ रही थी कि लिखा क्या। बोलते थे तो समझ नहीं आ रही थी बोल क्या रहे हैं, लिखा है तो समझ नहीं आई लिखा क्या, बल्कि कागज़ के ऊपर कलम घिसटता चला गया, ये लफ्ज़ लिखे हुए उनकी किताब में। तो बाद में जब पढ़ने के बाद उनको देखा गया तो बताया कि ये लिखा हुआ, लिखना वो ये चाह रहे थे, जो बंदे ने बाद में पढ़ के बताया, लिखना वो ये चाह रहे थे कि तकलीफ़ ये है कि दवाई पिलाई जाए, ये वो लिखना चाह रहे थे। तकलीफ़ ये है कि दवाई पिलाई जाए, तो दवाई जब उनको समझ नहीं आई कि ये क्या लिखना चाह रहे हैं, क्या बोलना चाह रहे हैं, तो दवाई उन्होंने एक डॉक्टर बुलाया, उसने सीधा वो मोटा सुआ नहीं होता वो इंजेक्ट जो सरिंज भैंस को, ठीक, हाँ गाय भैंस वाला वो मोटा सुए वाला सरिंज वो लेके आया, उसने आके इनकी छाती के ऊपर वो टीका लगाया, सीधा छाती के ऊपर। वो छाती के ऊपर लगाने से एक तो वो मोटा सुआ था, उससे उसकी चीखें निकली, बड़ी तकलीफ उसको हुई। दूसरा ये कि वो उभर आया, वो छाती के ऊपर जो टीका लगा ना वो अंदर मेल्ट नहीं हुआ, जब आप लगाते हैं तो उसके अंदर मेल्ट अगर हो जाए तो बिल्कुल वो बनता नहीं, वरना वो बन जाती है एक थोड़ा सूख जाता है, रसोई बन गई। हाँ, तो जो उधर बंदे तो काफ़ी इकट्ठे हुए पड़े थे ना, तो मरीद भी से थे साथ, क्योंकि ये लाहौर आए हुए थे बीवी साहबा को घुमाने कि इनकी वहाँ तब्दील करवाई जाए, तो लाहौर उनके साथ मरीद भी आए हुए थे कुछ। तो वहाँ पर रात के 1:30-2 बजे के बाद का ये वाक़या है, जब ये तकलीफ़ शुरू हुई है, यानी ज़्यादा जोर पकड़ा। वैसे तो शाम को शुरू हो गया पखाना, पहला पखाना काफ़ी शाम का आ गया, फिर रात को 11 बजे, फिर 1 बजे, 2 बजे, तो ये सहरी के टाइम ये वाक़या हुआ है कि ज़ुबान बंद हो गई 6 बजे, और 9, 9:30 या 10 बजे तक वो ज़ुबान बंद रही है, बोला नहीं जा रहा था, लिखा नहीं जा रहा था, टीका लगाया वो भी उधर ही वो थोड़ा सा बन गया, और तकलीफ़ और जो दर्द थी वो नाकाबिले बयान है। तो जो 7, 8, 10 बंदे दाएँ बाएँ इकट्ठे थे, उन्होंने देखा तो उनको भी बड़ी तकलीफ़ हुई कि यार इतना बुरा मतलब सलूक किया है, तो टीका ऐसी जगह पे लगाया छाती पे। तो 10 बजे के करीब, 9:30 और 10 बजे के करीब मौत वाक़या हो गई। ये है पूरी मौत का किस्सा। इसको आप मौत से कहेंगे, मौत से पहले वो खाने यानी उसके अंदर ही निकलते रहे, ऐसा ही हुआ ना? नहीं, जब मरा तो उसी वक्त की बात है। जब हाँ ये जब कोई नहीं जा रहा, जी जी। अच्छा, अस्सलाम वालेकुम लामा साहब, लामा साहब एक मिनट चाहिए सिर्फ एक 30 सेकंड। अच्छा, मैं ज़्यादा से ज़्यादा सारा बड़ा अच्छा लगा ਤੁਹਾਡਾ ਲਾਈਕ ਕਰਕੇ, ਬਹੁਤ ਸ਼ੁਕਰੀਆ ਤੁਹਾਡਾ ਇਨਫੋਰਮੇਸ਼ਨ ਦਾ। ਲਾਮਾ ਸਾਹਿਬ ਤੇ ਮੇਰੇ ਸ਼ਾਲਾ ਤੁਹਾਡਾ ਬਹੁਤ ਸ਼ੁਕਰੀਆ। ਮਿਸਟਰ ਐਸ ਸਾਹਿਬ, ਮਿਸਟਰ ਐਸ ਸਾਹਿਬ ਕਿ ਚੜ ਕੇ ਆਇਆ ਨੂੰ ਤੇਗ ਪੱਕੀ ਤੇ ਚੜ ਕੇ ਆਇਆ ਨੂੰ ਤੇਗ ਸਾਡਾ ਇਹ ਸੂਲ ਅੱਛਾ, ਯਕੀਨ ਕਰੋ ਮੈਨੂੰ ਐਡੀ ਸਾਡੀ ਪੰਜਾਬੀ ਨਹੀਂ ਸਮਝ ਨਹੀਂ ਆਉਂਦੀ। ਮਤਲਬ ਇਹਦਾ ਕਹਿਣ ਦਾ ਮਤਲਬ ਹੈ ਕਿ ਅਗਰ ਕੋਈ ਤੁਰ ਕੇ ਆਵੇ, ਮਿਲਵਾਨ ਦੇ ਤੌਰ ਤੇ ਆਵੇ, ਤੇ ਉਹਦੇ ਵਾਸਤੇ ਅਸੀਂ ਦੇਖ ਪਕਾਵਾਂਗੇ। ਅਗਰ ਜੇ ਕੋਈ ਚੜ ਕੇ ਆਵੇ, ਜੇ ਉਹ ਹਿਸਾਬ ਤੇ ਮਤਲਬ ਗਾਲੀ ਗਲੋਚ ਵਾਲੇ ਹਿਸਾਬ ਤੇ ਆਵੇ, ਤੇ ਉਹਦੇ ਵਾਸਤੇ ਦੇਖ ਪੱਕੀ ਮਤਲਬ ਤਲਵਾਰ ਸਮਝ ਆਈ। ਤੇ ਬਹੁਤ ਸ਼ੁਕਰੀਆ। ਮੈਂ ਜਿੰਨੇ ਵਾਰੀ ਆਓ ਤਾਬੇਦਾਰ ਮੋਸਟ ਬਹੁਤ ਸ਼ੁਕਰੀਆ। ਚਲੋ ਸਾਰਿਆਂ ਨੂੰ ਨਾਈਸ ਟਾਈਮ। جی اپنے اسکولوں میں برقرار رکھنا چاہیے، سامنے نہ سختی کرنی چاہیے، نہ وہ نال سختی کرنی چاہیے، بڑی کوشش کرنی چاہیے بندہ جڑا یہ جو نزول عیسیٰ کے بارے میں حدیث ہے کہ حضرت عیسیٰ علیہ السلام کا جب نزول ہوا دوبارہ تو دمشق کی ایک مسجد کے مینار پہ 2 فرشتے انہیں اٹھا کے لے کے آئے، 2 فرشتوں کے کندھوں پہ ہاتھ سے ہاتھ رکھ کے، اور 2 زرد چادروں میں وہ لپٹے ہوئے آئیں گے۔ تو یہ غلام احمد قادیانی دجال جو ہے اس کے ساتھ تو الٹ ہو گیا میرے خیال سے۔ یہ ان کا نزول زرد رنگ کی چادر میں ہونا تھا، اور یہ دنیا سے جب
जो साथ ही असली जब फौत हुआ तब ये जर्द अंदर निकल के गया ऐसा ही है। हाँ वो उसकी जो उसने तशरीह की हुई है ना वो तो अगला सवाल है, तो उसके 2 सवाल पहले वाले रहते हैं। नजरुल मिस्री पर बिल्कुल सही बात है कि वहाँ पर लिखा हुआ है मसीह अलैहिस्सलाम जब निश्त थे मश्क किनारे के पास मीनारतुल बैज़ा सफ़ेद मीनारा है उसके पास नाज़िल हुए तो 2 सर्द चादरों वाला लिबास ज़ेब तन उन्होंने किया हुआ होगा, ये बात ठीक है। और इसने कहा कि इससे मुराद ये है कि 2 बीमारियाँ होंगी, तीसरा से मुराद मैं हूँ और ज़र्द चादरों से मुराद ये 2 बीमारियाँ हैं जो कौन सी बीमारियाँ 3 बता दी, 2 नीचे की एक ऊपर की बता दी। इसकी इतनी ने होश गई, कहा मैंने ये है तो दरोग दो रहा है ना, जो छोटा आदमी होता उसको याद नहीं होता, उसका हाफिज़ा ठीक नहीं होता, तो उसने बीमारियाँ 3 बता दी। हालांकि दावा ये किया कि ये 2 चादरें जिनका हदीस ने इससे 2 बीमारियाँ बताने लगा तो 3 बता दी। बार नीचे की 2 बीमारियाँ तो पहले वो पहले पूछी नहीं होंगी लोगों के बारे में और मौलाना सनाउल्लाह के बारे में पहले वो सुन लें बिजी हो जाना है। बात स्टार्ट करने से पहले इजाज़त है, अभी किसी बात की इजाज़त नहीं है, सब्र रखिए सब्र रखिए। मैं बताऊंगा ना जब तस्वीर लगानी होगी, यार जल्दी क्यों करते हो? मुझे भी तो गुस्सा आपकी तरफ ही आता है ना, मेरा बूढ़ा होकर खून इतना गर्म है तो आप पता है जवान है जो ठंडे जो साफ नहीं टंगे उन्होंने इस वास्ते थोड़ी आला हज़रत दी फोटो टंगी मैनू की लगे। सबर रखो यार, ਜਿਹੜੀ फोटो मैं ਲਾਂਗਾ ना ਜੇ ਤੁਹਾਡਾ ਸਾਰਿਆਂ ਦਾ रूह राजी ना हो गया तो मेरे को पैसे वापस ਲੈਣ। ਜਿੰਨਾ ਗੁੱਸਾ ਜਿੰਨਾ ਤੁਹਾਡੇ ਅੰਦਰ ਇਸ਼ਤਿਆਲ ਤੇ ਜਜ਼ਬਾਤ ਨੇ ਇਹ ਸਾਰੇ ਜੇ ਤੁਹਾਡੇ ਦੂਰ ਨਾ ਹੋ ਗਏ ਨਾ ਤਾਂ ਮੈਨੂੰ ਆਖੋ ਹੌਸਲਾ ਮੈਨੂੰ ਰੁਕ ਲੈਣ ਦਿਓ। ਇਹ ਤੇਰੇ ਕੋ ਕਮਰੇ ਮੌਕੇ ਉਹ ਸਾਰੇ ਨਸ ਗਏ ਨੇ ਕੀ ਲੱਗਿਆ ਤੁਹਾਡੇ ਲੋਕਾਂ ਦੇ ਉੱਤੇ ਮਾਰੋ ਉੱਤੇ ਉੱਤੇ ਮਾਟੂ ਵੀ ਨਸ ਗਿਆ ਸਾਰੇ ਇਹ ਨਹੀਂ ਕੀ ਕਹਿੰਦਾ ਤੇ ਕੋਟ ਤੇ ਚਾਵਾ ਪੈ ਜੇ ਤੇ ਉਹ ਕੰਮ ਤਸਵੀਰ ਲੱਤੀ ਬਰੇਕੀ ਤੇ ਭਾਬੀ ਜਿਹੜਾ ਨਾ ਇਹਦੇ ਵਿੱਚ ਆਹੀ ਫਰਕ ਹੈ। ਕੱਲ ਉੱਥੇ ਕਰਾਰ ਦੇ ਨਾ ਇੱਕ ਮਰਜ਼ੀ ਜਿਹੜਾ ਨਾ ਉਹ ਆਮਨ ਨਜ਼ੀਰ ਦੇ ਭਾਈ ਦੇ ਬਾਰੇ ਨਾ ਉਹਨੇ ਇੱਕ ਗੱਲ ਇੱਕ ਲਫ਼ਜ਼ ਗਲਤ ਕਿਹਾ ਤੇ ਮੈਂ ਉਹਦੇ ਉੱਤੇ ਛਿੱਤਰ ਦੇ ਬੰਦਾ ਕਰ ਛੱਡਿਆ ਤੇ ਮੁੜ ਕੇ ਮਾਫੀ ਮੰਗ ਲਈ ਸਮਾਧ ਕੋਲ ਕੇ ਕੋਈ ਜਾਣ ਛੜੇ ਤੇ ਇਹ ਵੇਖੋ ਸਾਡੇ ਕਾਬਰ ਦੀ ਉਹਨਾਂ ਨੂੰ ਟੰਗੀ ਕਹਿੰਦੇ ਹਾਊਸ ਆਫ ਜੇ ਬਦਲਾ ਮੈਂ ਨਾ ਲਿਆ, ਜੇ ਆਲਾ ਹਜ਼ਰਤ ਦਾ ਬਦਲਾ ਐਸਾ ਨਾ ਲਿਆ ਕਿ ਤੁਹਾਡਾ ਵੀ ਦਿਲ ਖੁਸ਼ ਨਾ ਹੋਇਆ ਤੇ ਯਾਰ ਫਿਰ ਮੈਂ ਤੁਹਾਡਾ ਵਾਅਦਾ ਮੈਂ ਕਰਨਾ ਤੁਹਾਡਾ ਦਿਲ ਖੁਸ਼ ਹੋ ਜਾਏਗਾ। ਤੁਸੀਂ ਆਖੋਗੇ ਕਿ ਬਈ ਅਸੀਂ ਤੇਰੇ ਤੇ ਰਾਜ਼ੀ ਹਾਂ ਪੂਰੇ। ਸਬਰ ਕਿਉਂ ਨਹੀਂ ਕਰਦੇ ਤੁਸੀਂ ਬਰੇਲਵੀ ਜਿੰਨੇ ਆਓ ਬੇਸਬਰੇ ਕਿਉਂ, ਤੁਹਾਨੂੰ ਮਸਲਾ ਕੀ ਹੈ? ਰਾਜੀ ਸ਼ੇਬ ਨੂੰ ਸਮਝਾਓ। ਨਹੀਂ ਨਹੀਂ ਹੈ ਉਹ ਕਹਿੰਦਾ ਮੇਰਾ ਭਾਬੀ ਠੰਡੇ ਹੋ ਗਏ ਨੇ ਅਸੀਂ ਬੇਸਬਰੀ ਉਹ ਕਹਿੰਦਾ ਮੇਰਾ ਆਤਿਸ਼ਬਾਜ਼ੀ ਦਾ ਸਮਾਨ ਜਿਹੜਾ ਪਿਆ ਉਹਦਾ ਕੀ ਕਰਨਾ ਜੇ? ਚਲੋ ਹਾਂਜੀ ਸ਼ੁਰੂ ਕਰੋ ਤੁਸੀਂ ਸਮਝਾ ਬੜੇ ਦਿਓ। ਜਜ਼ਬਾਤੀ ਨੇ ਬੜੇ ਜਜ਼ਬਾਤੀ ਨੇ ਯਾਰ, ਜਜ਼ਬਾਤੀ ਨਾ ਲੈ ਅਕੀਲ ਮੈਂ ਸਾਹਿਬ ਤੁਹਾਨੂੰ ਗਰੰਟੀ ਪੈ ਸਕੂਨ ਨਾਲ ਜਦੋਂ ਮੈਂ ਤੁਹਾਨੂੰ ਗਰੰਟੀ ਪੈ ਦੇਣਾ ਮੈਂ ਤੁਹਾਨੂੰ ਇੱਕ ਦੱਸਾਂ ਜਿਹੜਾ ਬੰਦਾ ਸਬਰ ਨਹੀਂ ਕਰ ਸਕਦਾ ਉਹ ਸਹੀ ਬਦਲਾ ਵੀ ਨਹੀਂ ਲੈ ਸਕਦਾ। ਬਦਲਾ ਉਹ ਚੱਜ ਦਾ ਲੈਂਦਾ ਜਿਹੜਾ ਸਬਰ ਨਾਲ ਲੈਂਦਾ। ਸੱਟ ਔਰ ਰਾਤੀ ਉਹ ਮੈਂ ਤੁਹਾਨੂੰ ਦੱਸਾਂ ਉਹ ਮਰਜ਼ਈ ਮੁੰਡਾ ਸੀ ਰਹੀਲ, ਉਹਨੇ ਆਖਿਆ ਜਾ ਕੇ ਆਪਣੀ ਬਰਾੜ ਦੇ ਉੱਤੇ 2 ਬਰਾਡਾਂ ਦੇ ਉੱਤੇ ਜਾ ਕੇ ਗੱਲ ਕੀਤੀ। ਉਹਨੇ ਆਖਿਆ ਗੱਲ ਸੁਣੋ, ਆਮਰ ਨਜ਼ੀਰ ਨੂੰ ਮੈਂ ਉੱਡਾ ਹੀ ਕਾਫਰ ਜਾਣਨਾ ਤੇ ਮਸੀਹ ਨੂੰ ਲੈ ਸਲਾਮ ਤੇ ਆਖੇ ਪਿਆ ਗੱਲ ਸੁਣੋ ਮੈਂ ਪੱਕਾ ਹਿੰਦੀ ਆ। ਉਹ ਰਹੀਲ ਤੁਹਾਡੇ ਸਾਹਮਣੇ ਰੋਜ਼ ਆ ਕੇ ਯਾਰ ਫਾਤਿਮ ਜੀ ਦੇ ਵੈਸੇ ਕਹਿੰਦਾ ਪਰ ਇੱਕ ਗੱਲ ਤੇ ਮੈਂ ਗਵਾਹੀ ਦੇਣਾ ਚਾਹੁੰਦਾ, ਆਮਰ ਨੇ ਕਦੇ ਪਹਿਲ ਨਹੀਂ ਕੀਤੀ ਪਰ ਜਿਸ ਵੇਲੇ ਪਹਿਲ ਸਾਡੇ ਬੰਦੇ ਕਰਦੇ ਨੇ ਜਵਾਬ ਵਿੱਚ ਉਹ ਸਾਡਾ ਕੱਖ ਨਹੀਂ ਰਹਿਣ ਦਿੰਦਾ ਸਾਰੀਆਂ ਬੜਾ ਗੰਭੀਰ ਇਤਿਹਾਸ ਹੈ। ਜਿੰਨੇ ਮਰਜ਼ੀ ਆਮਰ ਨਜ਼ੀਰ ਸਾਹਿਬ ਜਿੰਨੇ ਮਰਜ਼ੀ ਬੋਲੇ ਹਾਂਜੀ
ਇਹ ਗੇਮ ਤੁਸੀਂ ਮੇਰੇ ਵਾਸਤੇ ਰੱਖਿਆ ਜੀ? ਅੱਗੇ ਵਾਸਤੇ ਰੱਖਿਆ ਹੈ ਸ਼ਰਮ ਹੈ ਅੱਗੇ ਹਕੀਮ ਸਾਹਿਬ ਸਕੂਲ ਨਹੀਂ ਲੰਮਾ ਸਾਲ ਮੈਂ ਤੇ ਬੜੇ ਸਕੂਨ ਨਾਲ ਗੱਲ ਕੀਤੀ ਕਿ ਆਮਰ ਵਜ਼ੀਰ ਸਾਹਿਬ ਇਹ ਬੰਦੇ ਨੇ ਕਿਹੜਾ ਝੂਠ ਬੋਲਿਆ ਨਾ ਝੂਠ ਦੱਸੋ ਝੂਠ ਹੀ ਇਹਨਾਂ ਦਾ ਜਿਹੜਾ ਸੱਚ ਲੱਗਣ ਦਾ ਝੂਠ ਦੱਸੋ ਅਸੀਂ ਫਿਰ ਇਹਨਾਂ ਦੋਵੇਂ ਰਲ ਕੇ ਫੜਦੇ ਹਾਂ ਹਰ ਗੱਲ ਝੂਠੀ ਇਹਨਾਂ ਇੱਕ ਝੂਠ ਦੱਸੋ ਨਾ ਕਾਫੀ ਦੇਰ ਤੋਂ ਜੀ ਮੁੰਡੀ ਬੇਗਮ ਦਾ ਇਹਨਾਂ ਜ਼ਿਕਰ ਕੀਤਾ ਕਿ ਸ਼ਾਇਦ ਤੋਂ ਗੱਲ ਕੋਈ ਬਿਲਕੁਲ ਝੂਠ ਹੈਗਾ ਜੀ ਆਮਦ ਜਿਹੜਾ ਝੂਠ ਬੋਲੇ ਇਹਨੂੰ ਕਹੋ ਹੁਣ ਦਿਖਾਏ ਅਗਰ ਸ਼ਰਤ ਦਾ ਲਫ਼ਜ਼ ਮੌਜੂਦ ਹੋਇਆ ਤੇ ਲਾਨਤ ਕਿਹਦੇ ਹਕੀਮ ਸਾਹਿਬ ਮੈਂ ਤਾਂ ਗਲਤ ਗੱਲ ਕਰ ਰਿਹਾ ਕਿ ਇਹ ਝੂਠ ਬੋਲਦਾ ਬੜੇ ਆਮਰ ਵਜ਼ੀਰ ਦੀ ਦੁਨੀਆ ਤੇ ਝੂਠਾ ਬੰਦਾ ਬਣਿਆ ਨਹੀਂ ਵੇਖੋ ਗੱਲ ਮੁਕਾ ਲੈਂਦੇ ਆ ਜੇ ਸ਼ਰਤ ਦਾ ਲਫ਼ਜ਼ ਨਾ ਮੌਜੂਦ ਹੋਵੇ ਤੇ ਆਮਨ ਨਜ਼ੀਰ ਤੇ ਨਾ ਇਹ ਕਹਿਣਾ ਚਾਹੁੰਦੇ ਹੋ ਅਗਰ ਜੇ ਸ਼ਰਤ ਦਾ ਲਫ਼ਜ਼ ਮੌਜੂਦ ਹੋਵੇ ਤਾਂ ਫਿਰ ਕਿਹਦੇ ਤੇ ਨਾ ਝੂਠੇ ਤੇ ਗੱਲ ਕਰ ਰਹੇ ਮੈਂ ਇਹ ਝੂਠਾ ਹੈ ਮੈਂ ਉਹਨੂੰ ਝੂਠਾ ਸਮਝਾਵਾਂ ਗੱਲ ਤੇ ਮੁਕਾ ਤੁਸੀਂ ਸ਼ੁਰੂ ਕੀਤੀ ਜਾ ਬਈ ਕਰਿਓ ਗੱਲ ਜਾ ਬਈ ਕੀ ਹਾਲ ਹੈ ਝੂਠਾ ਹੈ ਔਰ ਉਹਦੇ ਤੇ ਲਾਨਤ ਹੈ ਉਹ ਨਹੀਂ ਯਕੀਨ ਸਾਹਿਬ ਇੰਜ ਨਾ ਕਰੋ ਵੇਖੋ ਤੁਹਾਡੇ ਤੋਂ ਤੁਹਾਡੇ ਨਿਆਣੇ ਵੀ ਤੰਗ ਨੇ ਤੁਹਾਡੀਆਂ ਨੇ ਹਰਕਤਾਂ ਦੀ ਵਜ੍ਹਾ ਤੋਂ ਉਹ ਭਾਈ ਗੱਲ ਸੁਣ ਨਿਆਣੇ ਮੇਰੇ ਤੇਰੇ ਘਰ ਰਹਿੰਦੇ ਨੇ ਇਹ ਰੁਖਸਾਨਾ ਕੋਲੋਂ ਪੁੱਛਣਾ ਸੀ ਨਹੀਂ ਤੇਰੇ ਘਰ ਰਹਿੰਦੇ ਨੇ ਰੁਖਸਾਨਾ ਕੋਲੋਂ ਪੁੱਛੋ ਉਹ ਕਹਿੰਦੀ ਹੈ ਮੇਰੇ ਅੱਬਾ ਜੀ ਜਿਹੜੇ ਨੇ ਬਹੁਤ ਉੱਥੇ ਜਿਹੜੀ ਰੁਖਸਾਨਾ ਬਾਜੀ ਉਹ ਕਹਿੰਦੀ ਆ ਕਿ ਇਹ ਅੱਬਾ ਜੀ ਸਾਡੇ ਬਹੁਤ ਗੰਦੇ ਨੇ ਬਹੁਤ ਗਾਲਾਂ ਕੱਢਦੇ ਨੇ ਉਹ ਮੇਰੇ ਕੋਲ ਤੰਗ ਨੇ ਮੈਂ ਤੇਰੇ ਘਰ ਰਹਿਣਾ ਪਿਆ ਨਹੀਂ ਤੁਸੀਂ ਰੁਖਸਾਨਾ ਕੋਲ ਪੁੱਛ ਲਓ ਨਾ ਆਪ ਤੁਹਾਡੀ ਧੀ ਹੋ ਕੇ ਕਹਿੰਦੀ ਆ ਵੀ ਇਹ ਮੇਰੇ ਅੱਬਾ ਜੀ ਬਹੁਤ ਗਾਲਾਂ ਕੱਢਦੇ ਨੇ ਉਹ ਆਂਦੇ ਨੇ ਇਹ ਘਰ ਜਿਹੜਾ ਨਾ ਅੰਮੀ ਦੇ ਅੱਗੇ ਬੋਲਦੇ ਕੋਈ ਨਹੀਂ ਇੱਥੇ ਬਰਾਂਡਾ ਤੇ ਆ ਕੇ ਜੋ ਗਾਲਾਂ ਬੰਦੇ ਨੇ ਘਰੋਂ ਇਹ ਖਾ ਕੇ ਆਉਂਦੇ ਨੇ ਸੁਣ ਕੇ ਆਉਂਦੇ ਨੇ ਤੇ ਆ ਕੇ ਇੱਥੇ ਬਰਾਂਡਾ ਤੇ ਕੱਢਦੇ ਮੈਂ ਤਾਂ ਨਹੀਂ ਕਿਹਾ ਯਾਰ ਤੁਸੀਂ ਪੁੱਛ ਲਓ ਨਹੀਂ ਤੇਰੇ ਘਰ ਆ ਕੇ ਰਹਿੰਦੇ ਮੈਂ ਕਿਹਾ ਰੁਖਸਾਨਾ ਨੂੰ ਪੁੱਛ ਲਓ ਅਗਰ ਮੈਂ ਝੂਠ ਬੋਲ ਰਿਹਾ ਤੇਰੀ ਭੈਣ ਹੀ ਹੈ ਨਾ ਤੇ ਮੈਂ ਉਹਨੂੰ ਭੈਣ ਹੀ ਆ ਮੇਰੀ ਮੈਂ ਕਿਤੋਂ ਕਹਿ ਰਿਹਾ ਵਾਂ ਭੈਣ ਹੀ ਆ ਮੈਂ ਕਿਹੜਾ ਕੁਝ ਗਲਤ ਕਹਿ ਰਿਹਾ ਲੇਕਿਨ ਉਹ ਕਹਿ ਰਹੀ ਆ ਕਿ ਘਰੋਂ ਅੰਮੀ ਕੋਲ ਗਾਲਾਂ ਖਾਂਦੇ ਨੇ ਇੱਥੇ ਆ ਕੇ ਬਰਾਂਡੇ ਤੇ ਆ ਕੇ ਤੁਹਾਨੂੰ ਕੱਢਦੇ ਤੂੰ ਹੀ ਪੁੱਛ ਇਹ ਉਹਨੇ ਦੱਸਿਆ ਨਾ ਉਹ ਕਹਿੰਦੇ ਘਰੋਂ ਗਾਲਾਂ ਖਾ ਕੇ ਆਉਂਦੇ ਨੇ ਨਹੀਂ ਉਹ ਤੇਰੀ ਭੈਣ ਕਿਸ ਵੇਲੇ ਕਹਿ ਸਕਦੀ ਹੈ ਮੈਨੂੰ ਪੁੱਛੋ ਡਾਕਟਰ ਮੈਨੂੰ ਤਾਂ ਇਸ ਗੱਲ ਦਾ ਨਹੀਂ ਪਤਾ ਮੈਂ ਕਿਹਾ ਨਹੀਂ ਸੀ ਮੈਂ ਕਿ ਤੁਹਾਡੇ ਬਾਦਲ ਸਾਹਿਬ ਨੇ ਤੇ ਤਾਂ ਕੁਛ ਨਾ ਤੇ ਨਹੀਂ ਹੈ ਤੇ ਬਾਦਲ ਦੇ ਰਹਿ ਬੜਾ ਚੰਗਾ ਉਹਦੀ ਹੈ ਤੇ ਪਿਓ ਤੇਰੇ ਘਰ ਹੀ ਹੈ ਨਾ ਤੇਰੇ ਘਰ ਹੀ ਹੈ ਨਾ ਤੇ ਤੇਰੇ ਘਰ ਨਹੀਂ ਹੁਣ ਪਤਾ ਨਹੀਂ ਤੁਸੀਂ ਕੀ ਕੀਤਾ ਉਹਨਾਂ ਨਾਲ ਕਿ ਮਤਲਬ ਠੀਕ ਆ ਨਹੀਂ ਨਹੀਂ ਮੈਂ ਲਗਾਉਂਦਾ ਨਹੀਂ ਮੈਂ ਤਾਂ ਇਹ ਕਹਿ ਰਿਹਾ ਕਿ ਗਾਲਾਂ ਨਾ ਕੱਢਿਆ ਕਰੋ ਇਹ ਤੋਂ ਤੁਹਾਡੇ ਘਰ ਦੇ ਬੜੇ ਇਹ ਤੁਹਾਡੇ ਘਰ ਦੇ ਬੜੇ ਤੂੰ ਮੇਰੇ ਘਰ ਦਾ ਨਹੀਂ ਹੈ ਨਹੀਂ ਤੇ ਉਹ ਘਰਦਿਆਂ ਦੇ ਸਾਹਮਣੇ ਤਾਂ ਨਾ ਗਾਲਾਂ ਕੱਢਿਆ ਵਿਚਾਰੇ ਵੇਖੋ ਬਾਸ ਮਾਨ ਨੇ ਉਹ ਇਹ ਨਦੀਆਂ ਗਾਲਾਂ ਇੱਥੇ ਘਰ ਬਹਿ ਕੇ ਕੱਢਦੇ ਨੇ ਜਾ ਭਾਈ ਇਹ ਘਰ ਵਾਲੇ ਦੇ ਮੁੰਡਾ ਸਾਨੂੰ ਪਤਾ ਕਰਿਆ ਸਮਝਦੇ ਜੇ ਤੁਸੀਂ ਵੀ ਸਮਝਦੇ ਹੋ ਇਹ ਕਿਸ ਤਰ੍ਹਾਂ ਸਮਝਦੇ ਜੋ ਵੀ ਸਮਝਦੇ ਨੇ ਲੇਕਿਨ ਇਹਦੇ ਤੋਂ ਬੜੇ ਘਰ ਦੇ ਯਕੀਨ ਕਰੋ ਤੰਗ ਨੇ ਕੀ ਪੁੱਛ ਇਹਦੀ ਬੇਟੀ ਜਿਹੜੀ ਆ ਉਹਨੇ ਸ਼ਿਕਾਇਤ ਲਾਈ ਆ ਵੀ ਇਹ ਜਿਹੜਾ ਨਾ ਜ਼ਿਹਨੀ ਮਰੀਜ਼ ਆ ਚੁੰਮਦੇ ਨੇ ਇਹ ਘਰੋਂ ਜਿਹੜਾ ਵਾ ਇਹ ਅੰਮੀ ਕੋਲ ਗਾਲਾਂ ਖਾਂਦਾ ਤੇ ਇੱਥੇ ਆ ਕੇ ਗਾਲਾਂ ਤੁਹਾਨੂੰ ਕੱਢਦਾ ਇਹ ਜ਼ਿਹਨੀ ਮਰੀਜ਼ ਇਹ ਖਿਸ ਗਿਆ ਹੋਇਆ ਜੇ ਦਿਮਾਗ ਖਿਸ ਗਿਆ ਹੁਣ ਸਾਨੂੰ ਤਾਂ ਨਹੀਂ ਸੀ ਨਾ ਪਤਾ ਵੀ ਇੰਜ ਦਾ ਮਾਮਲਾ ਸੰਤੋਂ ਨੇ ਦੱਸਿਆ ਭਾਈ ਸਾਹਮਣੇ ਮੈਂ ਫੈਸਲਾ ਕਰਾ ਲਿਆ ਹਕੀਮ ਸਾਹਿਬ ਦਬੋ ਬਾਜੀ ਰੁਖਸਾਨਾ ਦਾ ਨੰਬਰ ਹੈ ਮੈਂ ਪੁੱਛਣਾ ਮਨ ਕੀ ਪਤਾ ਹੁੰਦਾ ਅੱਛਾ ਬਾਜੀ ਰੁਖਸਾਨਾ ਦਾ ਨੰਬਰ ਤੇ ਦਬੋ ਨਾ ਮੈਂ ਫੋਨ ਕਰਕੇ ਪੁੱਛ ਲਿਆ ਨਾ ਮਜ਼ਿਆ ਭਾਈ ਠੀਕ ਅਲੀ ਭਾਈ ਆਪਣੇ ਪਿਓ ਨੂੰ ਪੁੱਛ ਲੈ ਡਾਕਟਰ ਨੂੰ ਪੁੱਛ ਲੈ ਮਜ਼ਿਆ ਭਾਈ ਤੇਰਾ ਨੰਬਰ ਮੈਂ ਫੋਨ ਕਰਕੇ ਬਲਕਿ ਮੈਂ ਹੁਣੇ ਕਰਦਾ ਹਾਂ ਮੈਸੇਜ ਨੂੰ ਕਹਿੰਦਾ ਤੁਸੀਂ ਆਡੀਓ ਚ ਦੱਸ ਦਿਓ ਇਹ ਗੱਲ ਸੱਚੀ ਹੈ ਜੀ ਝੂਠੀ ਫਿਰ ਠੀਕ ਆ ਆਹੋ ਅੱਛੀ ਗੱਲ ਹੈ ਦਿਮਾਗ ਕਦੋਂ ਖਰਾਬ ਹੋਇਆ ਸੀ ਇਸ ਬੰਦੇ ਦਾ ਦਿਮਾਗ ਇੱਥੇ ਰੱਖ ਉਹ ਅੱਗੇ ਨਹੀਂ
ਹੁਣ ਫਸੇ ਨਹੀਂ ਬਗੈਰ ਹੁਣ ਸਹੀ ਫਸੇ ਵੀ ਤੇਰੇ ਘਰ ਦੀ ਆਪਣੇ ਚੋਰੀ ਦਾ ਨਾਮ ਹੈ ਆਪਣੇ ਘਰ ਦੀਆਂ ਗੱਲਾਂ ਨਹੀਂ ਕਰੀਦੀਆਂ। ਮੈਂ ਬਾਜੀ ਰਕਸਾਨਾ ਨੂੰ ਕਹਿਣਾ ਹੈ ਕਾਰਡੀਓ ਕਰਕੇ ਦੱਸ ਦੇ ਵੀ ਹੈ ਕੀ ਆਪਣੇ ਵਿੱਚ ਕੀ ਕਰਤੂਤ ਮਾਂ ਦੀਆਂ ਗੱਲਾਂ ਨਾ ਕਰ। ਉਹ ਮਾਂ ਤੇਰੀ ਮਾਂ ਦਾ ਨਾਂ ਸ਼ਬਾਨਾ ਹੈ, ਤੇਰੀ ਮਾਂ ਦਾ ਨਾਂ ਰੁਖਸਾਨਾ ਹੈ, ਤੇਰੀ ਮਾਂ ਦਾ ਨਾਂ, ਤੇਰੀ ਭੈਣ ਦਾ ਨਾਂ ਫਰਜ਼ਾਨਾ ਹੈ। ਇਹ ਸਾਰੇ ਅੱਛਾ ਇਹ ਰੁਖਸਾਨਾ ਜਿਹੜੀ ਹੈ ਤੁਸੀਂ ਕੀ ਕਹਿ ਰਹੇ ਹੋ? ਇਹ ਰੁਖਸਾਨਾ ਮੇਰੇ ਵਾਲਾ ਸਾਹਿਬ ਦੀ ਬੀਵੀ ਹੈ? ਨਹੀਂ ਤੇਰੀ ਵੀ ਤਾਂ ਤੁਸੀਂ ਕਹਿ ਰਹੇ ਹੋ ਹਾਂ ਵੀ ਤਾਂ ਤੁਸੀਂ ਕਹਿ ਰਹੇ ਹੋ ਰੁਖਸਾਨਾ ਤੇਰੀ ਮਾਂ ਹੈ। ਸ਼ਬਾਨਾ ਤੇਰੀ ਆਹੋ ਤੁਸੀਂ ਕਹਿ ਰਹੇ ਹੋ ਰੁਖਸਾਨਾ ਤੇਰੀ ਮਾਂ ਹੈ, ਦਾ ਮਤਲਬ ਮੇਰੇ ਵਾਲਾ ਸਾਹਿਬ ਦੀ ਬੀਵੀ ਹੋਈ। ਮੈਨੂੰ ਕੀ ਇਤਰਾਜ਼ ਹੈ? ਤੁਸੀਂ ਮਾਮੂ ਹੋ ਜ਼ਿਆਦਾ ਸਾਹਿਬ ਦੇ? ਆਪ ਕਹਿ ਰਹੇ ਹੋ, ਮੈਂ ਤਾਂ ਨਹੀਂ ਕਿਹਾ। ਤੁਸੀਂ ਮਾਮੂ ਹੋ ਜ਼ਿਆਦਾ ਸਾਹਿਬ ਦੇ? ਨਾਨਾ ਜੀ ਦੇ ਤੇਰਾ ਪਿਓ ਤਾਂ ਹੈ ਹੀ ਖੁਸਰਾ ਸੀ। ਨਹੀਂ ਨਹੀਂ ਮਾਮੂ ਨੇ ਬਣਨਾ ਮੇਰੀ ਬਾਤ ਨਹੀਂ ਆ ਰਹੀ। ਇਹ ਪਿਓ ਹੈਗਾ ਨਾ ਰਕਸਾਨਾ ਦਾ ਤੇ ਉਹ ਜੇ ਮੇਰੇ ਮਾਂ ਹੋਈ ਤੇ ਨਾਨਾ ਹੋਇਆ। ਸੂਰ ਨੇ ਜੰਮਿਆ ਹੈ, ਤੈਨੂੰ ਸੂਰ ਨੇ ਜੰਮਿਆ ਹੈ। ਤੇਰਾ ਅੱਛਾ ਮੇਰੇ ਵਾਲਾ ਸਾਹਿਬ ਦੇ ਬਾਰੋਂ ਬਾਰ ਹੀ ਕੰਮ ਬਤਾ ਰਿਹਾ। ਬਾਰੋਂ ਬਾਰ ਉਹ ਸੂਰੀਆਂ ਦੇ ਪਿੱਛੇ ਲੱਗਾ ਹੈ ਤੇਰੇ। ਅੱਛਾ ਮੈਂ ਵੀ ਕਮਾਂ ਕਿ ਵੀ ਇਹ ਰਕਸਾਨਾ ਮੈਨੂੰ ਕਿਉਂ ਆ ਗੱਲਾਂ ਦੱਸਦੀ ਹੈ ਜੀ? ਆਪਣੇ ਖਾਨਦਾਨ ਦਾ ਕੌਣ ਦਿੱਤਾ ਖਾਤਾ? ਅੱਛਾ ਜੀ ਰਾਸ਼ਦ ਸਾਹਿਬ ਯਾਰ ਸਾਥ ਦੇ ਪਤਾ ਲੱਗੇ ਤਾਂ ਮੈਨੂੰ ਨਾ ਇੱਥੇ ਪਤਾ ਲੱਗਿਆ। ਨਹੀਂ ਤੂੰ ਆਪਣੇ ਖਾਤਾ ਆਪਣੇ ਬੋਲਣੀਆਂ ਬਗੈਰ ਤੇ ਇੰਤਜ਼ਾਜ ਇੱਕ ਮੇਰਾ ਇੰਤਜ਼ਾਜ ਰਿਕਾਰਡ ਕਰੋ, ਮੇਰਾ ਇੰਤਜ਼ਾਜ ਰਿਕਾਰਡ ਕਰੋ। ਤੇਰੀ ਰਾਸ਼ਦ ਸਾਹਿਬ ਨੇ ਪੰਜ ਰੁਖਸਾਨਾ ਨੂੰ ਸੂਰਨੀ ਕਿਉਂ ਕਿਹਾ? ਤੇਰੀ ਮਾਂ ਉਹ ਨਜਾਇਜ਼। ਅਗਰ ਹਕੀਮ ਸਾਹਿਬ ਤੁਸੀਂ ਹਕੀਮ ਸਾਹਿਬ ਇੱਕ ਸੈਕਿੰਡ ਲੈ ਭਾਈ ਇੱਕ ਸੈਕਿੰਡ ਅਗਰ ਤੁਸੀਂ ਹਕੀਮ ਸਾਹਿਬ ਅਗਰ ਤੁਸੀਂ ਉਹਨਾਂ ਦੇ ਨਾਨਾ ਜੀ ਹੋ ਤਾਂ ਮੇਰੇ ਵੀ ਨਾਨਾ ਜੀ ਹੋ। ਨਾਨਾ ਜੀ ਕੀ ਹਾਲ ਅੱਛਾ ਹਕੀਮ ਸਾਹਿਬ ਤੁਸੀਂ ਕੀ ਕਹਿ ਰਹੇ ਹੋ? ਰਕਸਾਨਾ ਨੇ ਨਜਾਇਜ਼ ਬੱਚਾ ਜੰਮਿਆ? ਨਾਨਾ ਜੀ ਕੀ ਨਾ ਕਰੋ ਨਾ ਵੇਖੋ ਨਾਨਾ ਜੀ ਤੇਰੀ ਮਾਂ ਭਈਆ ਸੁਣੋ ਹਕੀਮ ਸਾਹਿਬ ਦੀ ਯਾਰ ਮਿਊਟ ਕਰੋ, ਸੁਣੋ ਸਾਰੇ। ਨਹੀਂ ਤੇਰੀ ਮਾਂ ਦਾ ਅੱਬਾ ਵਾ। ਸੁਣ ਲਓ ਮਾਂ ਦਾ ਮੈਂ ਕੋਕੂ ਲਾਇਆ ਮੈਸੇਜ ਆਇਆ, ਮੈਂ ਉਹਨਾਂ ਨੂੰ ਕਾਲ ਕੀਤੀ है तो मैसेज आया। मैं रुखसाना हकीम राशिद की बीवी है। हकीम राशिद घर में बहुत गालियाँ देता है। हाय अपनी माँ की आवाज सुनान दे। मैं रुखसाना हूँ हकीम राशिद की बीवी है। हकीम राशिद घर में ऐ तो बड़े बहन चोद हो तुसी ना। इंसानियत कोई नहीं झूठ दावा कर दे नबी पाक नूं मनन वाले बगैर तो खोती दे पुत्र। मैं रुखसाना हूँ ਕੀ ਉੱਥੇ ਦੀਆਂ ਖਬਰਾਂ ਨੇ? ਕੋਸ਼ਿਸ਼ ਆ ਗਈ ਹੈ ਹਾਲਾ ਦਾ ਬਦਲਾ ਕੱਲ ਲੈ ਲਓ। ਅਗਰ ਅੱਜ ਕੋਸ਼ਿਸ਼ ਆ ਗਈ, ਸਕੂਨ ਆ ਗਿਆ, ਹਾਲਾ ਦਾ ਬਦਲਾ ਕੱਲ ਲਿਆ ਜਾਏ। घबराना नहीं, तो संभरेल दियो। हमें तो इस नाव में जितने भी लोग सुने हैं तकरीबन 60 लोग सुने हैं नीचे बैठ के। तो अब अगर इन फ्यूचर खुदा ना खास्ता ये मरदइयों ने कोई इस तरह की बगैरती मौलाना सनाउल अमृतसरी या मोहसन बटालवी साहब के बारे में की तो देखिएगा आप उमर नज़ीर ने 1 घंटा भी सब्र नहीं करना। और आज हमारे यहाँ सवेरे ले लांगे सवेरे बोलो सवेरे ही है। ये आज भी नींद खराब की थी, कल भी करनी
ਨਹੀਂ ਕਰਨਾ, ਇਹ ਐਵੇਂ ਹੀ ਦਬਾਕਾ ਲਾ ਰਹੇ ਨੇ। ਕੱਲ ਸਵੇਰੇ ਵੀ ਇਹਨਾਂ ਕੁਝ ਨਹੀਂ ਕਰਨਾ। ਆਹੋ, ਜਦੋਂ ਭਾਬੀਆਂ ਦੇ ਮੌਲਵੀ ਸਾਹਿਬ ਨੂੰ ਕਿਸੇ ਨੂੰ ਉਹਨਾਂ ਨੇ ਟੰਗਿਆ, ਫਿਰ ਵੇਖਣਾ ਇਹਨਾਂ ਦੀ ਮੈਨੂੰ ਅੱਲਾ ਦੀ ਕਸਮ ਹੈ, ਮੈਂ ਤੁਹਾਡੇ ਨਾਲ ਵਾਅਦਾ ਕੀਤਾ ਹੈ, ਮੈਂ ਐਸੀ ਪਿਕਚਰ ਲਾਂਗਾ ਤੁਸੀਂ ਸਾਰੇ ਆਖੋਗੇ, ਮੈਂ ਐਡਵਾਂਸ ਕਸਮ ਖਾ ਰਿਹਾ ਵਾਂ ਕਿ ਤੁਸੀਂ ਸਾਰੇ ਆਖੋਗੇ ਕਿ ਤੂੰ ਹੱਕ ਦਾ ਕਰ। ਯਾਰ ਤੁਸੀਂ ਬ੍ਰੇਵੀ ਸਾਰੇ ਕਿਉਂ ਐਡੇ ਮਤਲਬ ਜਜ਼ਬਾਤੀ ਕਿਉਂ? ਦੇਖੋ ਭਾਬੀ ਸੀਰੀਅਸ ਹੋ ਕੇ ਕਹਿੰਦਾ ਅੱਲਾ ਦੀ ਕਸਮ। ਮੈਨੂੰ ਪਤਾ ਮੈਨੂੰ ਯਕੀਨ ਹੈ ਤੁਸੀਂ ਵੱਡਾ ਮੈਨੂੰ ਜੱਫੀਆਂ ਪਾਣੀਆਂ ਨੇ, ਤੁਸੀਂ ਮੇਰੀਆਂ ਚੁਮੀਆਂ ਲੈਣੀਆਂ ਨੇ, ਤੁਸੀਂ ਕਹਿਣਾ ਓਏ ਹੋਏ 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 ਲੱਟੇ ਲਾ ਦਿੱਤੇ ਨੇ, ਮਾਰ ਕੇ ਰੱਖ ਦਿੱਤੇ ਹੋਏ। ਮੈਂ ਤੇ ਅੰਨਾ ਕਿ ਸੱਚ ਉਹ ਮਾਰੋ ਜਿਹੜਾ ਅਗਲਾ ਵੀ ਇਤਰਾਫ ਕਰੇ, ਜਿਹੜਾ ਅਗਲਾ ਵੀ ਇਤਰਾਫ ਕਰੇ। ਉਹ ਰਾਮ ਨਾਲ ਜੀ ਹਾਂ, ਠੀਕ ਹੈ, ਸਾਰੇ ਗੁਜਰਾਤੀ ਨੇ ਪਤਾ ਹੈ ਜਦੋਂ ਵੀ ਤੁਸੀਂ ਸੱਟ ਪੜਨੀ ਹੁੰਦੀ ਉਹ ਸਾਲ ਬਾਅਦ 2 ਸਾਲ 3 ਸਾਲ ਦੇ ਵਕਤ ਨਹੀਂ ਪਤਾ ਨਹੀਂ ਜਦੋਂ ਗੱਲ ਹੀ ਭੁੱਲ ਗਏ ਪਤਾ ਨਹੀਂ ਆਇਆ ਕੀ, ਲੇਕਿਨ ਕੋਈ ਖੈਰ ਹੀ ਕੀ ਲੈ ਕੇ ਮੇਰਾ ਕਹਿਣਾ ਇਹ ਸਸਪੈਂਸ ਕੱਲ ਤੱਕ ਰਹੇਗਾ, ਡਰ ਵੀ ਰਹੇਗਾ। ਮੈਨੂੰ ਨਹੀਂ ਲੱਗਦਾ ਕੱਲ ਤੱਕ ਕੁਝ ਕਰਾਂਗੇ। ਸੇਬ ਰਾਜਾ ਨੇ ਪਲਸੇਟੇ ਮਾਰਨੀ ਸ਼ੁਰੂ ਕਰ ਦਿੱਤੇ ਮੰਜੇ ਦੇ ਉੱਤੇ, ਆਏ ਮੇਰਾ ਆਤਿਸ਼ਬਾਜ਼ੀ ਦਾ ਸਮਾਨ ਪਾਇਆ, ਆਏ ਮੇਰਾ ਆਤਿਸ਼ਬਾਜ਼ੀ ਸਬਰ ਕਰੋ ਭੇਲ ਕੇ ਸਬਰ ਕਰੋ, ਕੁਛ ਨਹੀਂ ਹੁੰਦਾ। ਕੀ ਹੋ ਗਿਆ ਕਿ ਅੱਲਾਹ ਹਜ਼ਰਤ ਕਦੇ ਨਹੀਂ ਮੈਂ ਪਿਕਚਰ ਲਾਈ ਹੈ। ਸਬਰ ਰੱਖੋ इंशाल्लाह ऐसा बदला लाएंगे कि मिर्जाई है तो टिक टाक तो ना मूँह च पाते फिर घबराते क्यों? अच्छा मैं जी गल करना कि भाई साड़ी बराड है, ਅਸੀਂ ਆਪ ਹੀ ਆਪਣਾ ਮਾਹੌਲ ਨੂੰ ਗੰਦਾ ਕਰੀਏ। ਇਹੋ ਜਿਹੇ ਪਾਗਲ ਆਦਮੀ ਹੈ ਜਿਹੜਾ ਕੀਮ ਰਾਸ਼ਦ ਹੈ, ਉਹ ਹੈਂਡ ਫਰੀ ਲਾ ਕੇ ਨਾ ਕੰਨ ਨਾਲ ਮੂੰਹ ਕਰਕੇ ਸ਼ੁਰੂ ਹੋ ਜਾਏਗਾ, ਉਹ ਤੁਹਾਡੀ ਆਵਾਜ਼ ਹੀ ਨਹੀਂ ਸੁਣ ਰਿਹਾ। ਇਹ ਪਾਗਲ ਹੈ, ਮੈਂਟਲ ਹੈ। ਇਹਨੂੰ ਉਹਨਾਂ ਨੇ ਮੇਰੇ ਨਾਲ ਟ੍ਰੀਟਮੈਂਟ ਵੀ ਕਰਵਾਇਆ ਇਹਦੇ ਸੇ, ਨਹੀਂ ਤੇ ਲੇਕਿਨ ਨਹੀਂ ਸਹੀ ਨਹੀਂ ਹੋਇਆ। ਕਦੇ ਵੇਖਿਆ ਜਿਹਨੂੰ ਆਪਣੀਆਂ ਬਰਾਡਾਂ ਤੋਂ ਬਾਅਦ ਇਹ ਗੱਲ ਜੈਨੂਅਨ ਅਮਰ ਬਈ ਤੁਹਾਡੀ ਕਰਾ ਰਿਹਾ ਸੀ ਸਾਲ 1.5 ਸਾਲ ਪਹਿਲਾਂ ਤੋਂ, ਤਾਂ ਤੰਗ ਵੀ ਬੜੇ ਸੀ ਵੀ ਸਾਡੇ ਵੱਡੇ ਨਿਆਣੇ ਨੇ ਤੇ ਘਰ ਬਹਿ ਕੇ ਗਾਲਾਂ ਕੱਢਦਾ ਮੋਟੀ ਤੇ ਉਹਨਾਂ ਨੇ ਆਹੀ ਕਿਹਾ ਸੀ ਵੀ ਇਹਨੂੰ ਨਾ ਛੇੜਿਆ ਕਰੋ, ਆਵੇ ਨਾ ਲਿਆਈ ਨਾ ਕਰੋ ਜਾਂ ਲਾ ਦਿਆ ਕਰੋ ਥੱਲੇ ਤੇ ਇਹਨੂੰ ਨਾ ਛੇੜਿਆ ਕਰੋ, ਇਹ ਗਾਲਾਂ ਕੱਢਦਾ ਗੰਦੀ ਤੇ ਨਿਆਣੇ ਪਰੇਸ਼ਾਨ ਹੁੰਦੇ। ਜਿਨ੍ਹਾਂ ਨੂੰ ਮੈਂ ਮਨਾ ਕੀਤਾ ਮੈਨੂੰ ਜੁੜ ਗਿਆ ਥੱਲੇ ਪਿਆ ਤਾਂ ਕਿ ਫੋਟੋ ਲੱਗੀ ਹੈ, ਕੀ ਹੋਇਆ ਥੱਲੇ ਪਿਆ ਫੋਟੋ ਲੱਗੀ ਹੈ ਉੱਤੇ, ਅਜੇ ਤੱਕ ਲੱਗੀ ਨਹੀਂ ਕਿੰਨੇ ਦਿਨ ਲੱਗੀ ਹੈ ਫੋਟੋ? ਕਨਫਰਮ ਕਰ ਦੇ, कन्फर्म नासिर बट होते नहीं हट गई मिल्लत, कोई मंजिल कोई मकाम आला रद्दी रह गई फोटो, जाओ जाके देख लो, जाओ जाके देखो आला रद्दी फोटो लत्ती ना हो मेरा नाम बदल दो। आओ बरेलवियो है ਹੁਣ सिर्फ मैं तो मेरे बज रह गए देख लो दहशत गुजरां दी जाओ। ਜਿਹਦੇ ਨਹੀਂ ਸੀ ਉਹਨਾਂ ਨੇ ਆ ਕੇ ਸ਼ਰਾਫਤ ਨਾਲ ਕਹਿਤਾ ਨਾ ਅੱਲਾ ਹਜ਼ਰਤ ਦਾ ਬਦਲਾ ਭਾਬੀ ਲੈਣ ਲੱਗਾ ਤੇਰੇ ਕੋਲੋਂ, ਤਗੜਾ ਹੋ ਲੱਤਾਂ ਤੇ ਭਾਰਤਾ ਫੜਕਾ ਬੋਜ਼ਦਲਾ ਕਾਲ ਚੁੱਕ ਮੇਰੀ ਕਾਲ ਮੈਂ ਪਾਈਏ ਸਾਦਾ ਬੜਕਾ ਮਾਰਦਾ ਬੜਕਾ ਨਾ ਹਟਿਆ ਕਾਲ ਤੇ ਚੁੱਕ ਬੱਟਾ, ਕਾਲ ਤੇ ਚੁੱਕ। ਭਾਈ ਅੱਲਾ ਹਜ਼ਰਤ ਦੀ ਫੋਟੋ ਕਿਉਂ ਲਾਈ ਜੇ ਉਹ ਮਰਦੂਦੋ, ਉਹ ਮਰਦੋਟਿਓ। ਇਹ ਹੁਣ ਉਹਦੇ ਹਕੀਮ ਰਾਸ਼ਦ ਅਰਕਾਨ ਦਲ ਮੂੰਹ ਕਰਕੇ ਗੱਲਾਂ ਕਰੀ ਜਾ ਰਿਹਾ। ਕਾਲ ਮੈਂ ਥੱਲੇ ਪਾਈਏ, ਕਾਲ ਨਹੀਂ ਚੁੱਕ ਰਿਹਾ, ਕਾਲ ਚੁੱਕ। ਓਏ ਕਾਲ ਤੇ ਚੁੱਕ। ਕਸ਼ਮੀਰੀਆ ਬੁਜ਼ਦਲਾ, ਕਸ਼ਮੀਰੀ ਤੇ ਬੁਜ਼ਦਲ ਨਹੀਂ ਹੁੰਦੇ ਯਾਰ, ਕਿਹੜੀ ਨਸਲ ਚੋਂ ਹੈ?
ਲੋ ਜੀ ਅੱਜ ਹਾਲਾਤ ਯਾਦ ਆ ਗਏ। आला हज़रत की फोटो क्यों लगती है? आला हज़रत की फोटो क्यों लाई जाए? ये मेरी कॉल ही नहीं चुकते पे देखी जे दहशत है, देखी जे दहशत करीदा है। ਇਹਨਾਂ ਨੂੰ ਮਾਰੀਦਾ ਨਹੀਂ ਹੈ, ਇਹਨਾਂ ਨੂੰ ਸਿਰਫ ਉਗਰ ਕੇ ਭਾਵ ਉਹਨਾਂ ਵੀ ਲੱਗ ਗਿਆ ਪੈਣ। ਇਹਦੇ ਤੇ ਤੰਬੀ ਗਿੱਲੀ ਹੋ ਜਾਂਦੀ ਮਰਜ਼ੋਟਿਆਂ ਦੀ ਐਨੇ ਜੋਗੇ ਸਿਰਫ ਬੱਲਾ ਉਗਰੋਂ ਤੇ ਅੱਗੋਂ ਚੀਕ ਬੱਲਾ ਉਗਰੋਂ ਤੇ ਅੱਗੋਂ ਚੀਕ ਸੁਣੋ। ਹੁਣ ਮੈਂ ਜਿਹੜੀ ਗੱਲ ਕਰਨ ਲੱਗਾ ਨਾ ਉਹ ਤੁਸੀਂ ਨੋਟ ਕਰ ਲਓ, ਤੁਹਾਡੇ ਕਿਹੜੇ ਕੰਮ ਆ ਜਾਏਗੀ। ਕੀ ਖਿਆਲ ਹੈ? ਸੁਣਨੇ ਜੋ ਕੋਈ ਨਹੀਂ ਸੁਣਨੇ ਓਕੇ ਕਰੋ। ਅਲੀ ਅਹਿਮਦ ਸਾਹਿਬ ਦਾ ਕੋਈ ਜਵਾਬ ਦੇਣਾ ਤੇ ਨਾ ਉਹ ਦੇਖ ਲਓ, ਫਿਰ ਇਹਦੇ ਤੇ ਵੀ ਕਰ ਦੇਣਾ ਗੱਲ। ਬਲਕਿ ਉਹ ਵੀ ਇੱਕ ਅਲੀ ਅਹਿਮਦ ਦੀਆਂ ਬੜੀਆਂ ਫਰਮਾਇਸ਼ਾਂ ਨੇ। ਮੁਹੰਮਦੀ ਬੇਗਮ ਦੀ ਪੇਸ਼ਗੋਈ ਤੇ ਮਿਰਜ਼ਾਈਆਂ ਨੇ 4 ਘੰਟੇ ਉਹ ਰਾਤੀ ਸਾਈਨ ਸਾਹਿਬ ਰੱਖਣਾ। ਇਹ ਗੱਲ ਸੁਣ, ਇਹ ਜਿਹੜਾ ਤੈਨੂੰ ਟਰੂਥ ਸੀਕਰ ਐਡਰੈਸ ਤੇ ਦਿੱਤਾ ਨਾ 4.5 ਘੰਟੇ ਦੀ ਵੀਡੀਓ ਤੂੰ ਉਹ ਵੇਖਣੀ ਹੈ ਤੇ ਤਾਂ ਤੈਨੂੰ ਸਮਝ 2 ਘੰਟੇ ਦੀ ਨਹੀਂ ਵੇਖਣੀ, 4.5 ਘੰਟੇ ਦੀ ਵੀਡੀਓ ਵੇਖਣੀ ਹੈ ਤੇ 500-600 ਸਫ਼ੇ ਦੀ ਕਿਤਾਬ ਹੈ ਆਇਨਾ ਕਮਾਲ ਤੇ ਇਸਲਾਮ, ਉਹ ਸਾਰੀ ਪੜ੍ਹਨੀ ਹੈ ਤੇ ਤੈਨੂੰ ਆਪ ਸਮਝ ਆ ਜਾਏਗੀ। ਇਹ ਟਰੂਥ ਸੀਕਰ ਨੂੰ ਦੱਸੇ ਆਇਨਾ ਕਮਾਲ ਤੇ ਇਸਲਾਮ ਸਾਰੀ ਕਿਤਾਬ ਪੜ੍ਹ ਲੈ ਤੇ ਵੀਡੀਓ ਬਣਾਈਏ ਸਾਂ, ਵੀਡੀਓ ਚੈੱਕ ਕਰ ਲੈ, ਤੈਨੂੰ ਮੁਹੰਮਦੀ ਬੇਗਮ ਦੀ ਪੇਸ਼ਗੋਈ ਸਮਝ ਆ ਜਾਏਗੀ। ਤੇ ਸੈਣੀ ਸਾਹਿਬ ਰੱਖਣ ਆਹੋ ਇਹ 4.5 ਘੰਟੇ ਦੀ ਵੀਡੀਓ ਵੇਖਣੀ ਹੈ ਤੇ 500-600 ਸਫ਼ੇ ਦੀ ਕਿਤਾਬ ਪੜ੍ਹਨੀ ਤੇ ਮੁਹੰਮਦੀ ਬੇਗਮ ਦੀ ਪੇਸ਼ਗੋਈ ਸਮਝ ਆ ਜਾਏਗੀ। ਸੋ ਗੱਲ ਹੈ ਇਹ ਜਿਹੜੀ ਅਲੀ ਅਹਿਮਦ ਦੀ ਫਰਮਾਇਸ਼ ਹੈ ਕਿ ਮੁਹੰਮਦੀ ਬੇਗਮ ਦੀ ਪੇਸ਼ਗੋਈ ਤੇ ਗੱਲ ਕਰੋ ਤੇ ਉਹ ਗੱਲ ਜਿਹੜੀ ਹੈ ਤੁਹਾਡਾ ਕੀ ਖਿਆਲ 2-4 ਮਿੰਟ 'ਚ ਮੁੱਕ ਜਾਣੀ ਹੈ। ਇਹ ਮੈਂ ਇੱਕ ਸਫਾ ਲਾਇਆ, ਇਹ ਮੈਂ ਕਿਲਮੀ ਗੱਲ ਕਰਨ ਲੱਗਾ, ਤੁਸੀਂ ਇਹਨੂੰ ਰਿਕਾਰਡ ਕਰ ਲਓ ਤੇ ਜਦੋਂ ਮੈਂ ਮਾਰ ਵੀ ਗਿਆ ਤੇ ਬੇਸ਼ੱਕ ਮਰਜ਼ਾਈਆਂ ਦੇ ਅੱਗੇ ਰੱਖਿਓ, ਇਨਸ਼ਾਅੱਲਾ ਮਰਜ਼ਾਈ ਅਕਸ ਪਾਏ ਨਹੀਂ ਰੱਖਣ ਲੱਗੇ। ਕਰ ਲਈ ਰਿਕਾਰਡਿੰਗਾਂ रसाला शाह तो सुन्ना दी 18वीं जिल्द है, ਉਹਦਾ 9ਵਾਂ नंबर है। शेख मोहम्मद हुसैन बटालवी रहमतुल्लाह फरमाते हैं, हजरात नाजरीन, मैं कहीं का जागीरदार नहीं, बड़ा मालदार नहीं। हाय 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 14 मरबे जमीन, 14 मरबे जमीन का मालक है बंदा पे गल कहंदा है। मैं कहीं का जागीरदार नहीं। ए जे जागीरदार जेड़ा अपने आप को जागीरदार नहीं, दा जेड़ा रईस कादियां लिखदा ना ए फुद्दू ते नंबरदार सन चो पिंडां दे, ए मरजाई आंदे ने चो जमीन चो पिंडां दे मालक सन। मरजाइयां दी है बिल्कुल अकल मारी गई। मतलब बाग दी आमदन जेड़ी है वो जमीन दी तल्लकदारी दी आमदन नालों ज्यादा सी। तुसीं अंदाजा ला लो वो 4 पिंडां दी जमीन जेड़ी है वो ਕੀ ਸੀ, ਉਹ ਇਹਦੀ ਨਹੀਂ ਸੀ ਹੈ ਤੇ ਮਰਜ਼ਾਈ ਕਹਿੰਦੇ ਨੇ ਤੁਸੀਂ 70 ਪਿੰਡਾਂ ਦੇ ਮਾਲਕ ਸੀ। ਮੁਬਾਰਕ ਹੈ। शेख बटालवी ਦੇ ਅਲਫਾਜ਼ ਨੇ ਜਿਹੜੇ 14 ਮਰਬਿਆਂ ਦੇ ਮਾਲਕ ਨੇ। ਕਹਿੰਦੇ ਨੇ हजरात नाजरीन, मैं कहीं का जागीरदार नहीं, बड़ा मालदार नहीं, सरकारी मुलाजिम नहीं, बल्कि एक गोशा नशीन कौमी खादम हूँ, ताहम आम मुसलमानों का खादम और अहले हदीसों का रिप्रेजेंटेटिव समझकर गवर्नर जनरल और लेफ्टिनेंट गवर्नर और उनके मातहत हुक्काम मुझे कुर्सी देते हैं और उनके दरबारों में जाने का इत्तेफाक होता है तो वहां भी कुर्सी मिलती है। फिर अगर अदालत में बवक्त इजहार, इजहार पुरानी उर्दू है, उसका मतलब है गवाही, गवाही के दौरान फिर अगर अदालत में गवाही देते हुए मुझे कुर्सी ना मिली जो किसी को भी नहीं मिलती और खुद दज्जाल कादियानी को अदालत मुल्तान में नहीं मिली। अदालत में कुर्सी गवाह को नहीं दी जाती, गवाह को कहा जाता है कि कटहरे में खड़े होके बादब गवाही दो, कुर्सी नहीं दी जाती। मिर्जा कादियानी ने इसका बड़ा पखंड बनाया था कि शेख बटालवी की बड़ी बेइज्जती हो गई है और जिल्लत वो इल्हाम था इसका इन्नी मोहीन मन इरादा आहान तक, ये अप्लाई हो गया, चस्पा हो गया शेख बटालवी पर, कुर्सी नहीं मिली अदालत। बहरहाल ये बात अलग है, लेकिन मैं बात और बयान करूंगा, ये तो उसका एक सियाको सबाब है।
तो कहते हैं कि वहां भी कुर्सी मिलती है, फिर अगर अदालत में बवक्त इजहार मुझे कुर्सी नहीं मिली, जो किसी को भी नहीं मिलती, और खुद दज्जाल कादियानी को अदालत मुल्तान में नहीं मिली, तो इसमें कौन सी तौहीन हुई? जिसको दज्जाल कादियानी और उसके इत्तबा शैतानी इस पर लून मिर्च लगाकर और बगलें बजाकर शोहरत दे रहे हैं। ਜਿਹੜੇ ਕੰਮ ਅੱਜ ਮਿਰਜ਼ਾਈ ਕਰ ਰਹੇ ਨੇ ਨਾ, ਇਹ ਉਦੋਂ ਵੀ ਕਰਦੇ ਸੀ। ਲੂਣ ਮਿਰਚ ਲਾ ਕੇ ਗੱਲਾਂ ਨੂੰ ਤੇ ਲੋਕਾਂ ਦੀ ਤਜ਼ਹੀਕ ਕਰਨੀ, ਤੋਹੀਨ ਕਰਨੀ, ਤਮਸਕਰ ਉਡਾਣਾ। ਇਹ ਦੇਖੋ ਇਸ ਬੰਦੇ ਨੂੰ ਉੱਥੇ ਅਦਾਲਤ ਵਿੱਚ ਕੁਰਸੀ ਨਹੀਂ ਮਿਲੀ ਹੈ। हजरात, तौहीन तो वो है जो इस गलत तशहीर के थोड़े ही दिनों बाद दज्जाल कादियानी को नसीब हुई और इस शेर की तस्दीक होगी। जिस तरह मिर्जा कादियानी कहता था इन्नी मोहिन मन इरादा अहानत तक की तस्दीक होगी, शेख बटालवी रहमतुल्लाह कहते हैं कि इस शेर की तस्दीक होगी। कौन सा? दीदी के चूनाहक परवाना शमा रा चंदा अमा नदाद के शबे रा सहर कुनत, इसकी तस्दीक होगी। ये दज्जाल मुल्तान की शहादत से फारिग होकर लाहौर में पहुंचा और लखी तवाइफ की बैठक में सुनहरी मस्जिद के मुत्तसिल ठहरा। नोट करो नोट करो नोट करो वाले, मैं उन्हें इन्हों को सबूत देंगा। मिर्जा कादियानी दज्जाल मुल्तान की शहादत से फारिग होकर लाहौर में पहुंचा और लखी तवाइफ की बैठक में सुनहरी मस्जिद के मुत्तसिल ठहरा। सुनहरी मस्जिद अंदरूने लाहौर दे गेट दे उत्ते समझ लो, उत्थों अगों नाल ही अंदरून दा एरिया शुरू हो जाता है। बादशाह मस्जिद वाले पासे जाइए ना, ते मैं उत्थे दा लाहौर दा रिहायशी ते नहीं हाँ, लेकिन मैनूं दोस्तां ने दस्सिया ते कदे कदे जाण दा भी इतफाक हुंदा सी। जिहड़ी सुनहरी मस्जिद है ਇਹਦੇ ਨਾਲ ਹੀ ਅੰਦਰ ਬਾਹਰ ਹੀਰਾ ਮੰਡੀ ਹੈ, ਕੋਈ 100-200 ਮੀਟਰ ਅੱਗੇ ਜਾਈਏ ਤੇ ਰਾਈਟ ਸਾਈਡ ਤੇ ਉੱਥੇ ਅੰਦਰ ਲੱਖੀ ਤਵਾਇਫ ਸੀ। ਉਹਦੀ ਬੈਠਕ ਵਿੱਚ ਮਿਰਜ਼ਾ ਕਾਦੀਆਨੀ ਬੈਠਿਆ ਸੀ और मुल्ला मोहम्मद बख्श साहब, मोहतमिम अखबार जाफर जकली और मुंशी इमामदीन साहब ने इस दज्जाल को उसके कुफरियात पर बहस करने के लिए ललकारा तो दुम दबाकर भाग गया और उसके भागने पर शहर के लड़के उसके पीछे पीछे भागे और तालियां बजाते और वो भागा पुकारते हुए दिल्ली दरवाजे से बाहर निकाल कर वापस हुए। उतों तक दिल्ली दरवाजे तक छड़ के आए मगर लग गए। चुनाचे पर्चा अखबार मेरी गल दे विच कोई बंदा ना उसके भी ना है। चुनाचे पर्चा अखबार जाफर जकली लाहौर मोरख 1897 में मोरख 1897 में लिखा हुआ है, यानी जाफर जकली का अपना अखबार है। ਉਹਦੇ ਚ लिखे है मिर्जा कादियानी लाहौर में मिर्जा जी दौरा करते हुए 29 अक्टूबर को लाहौर में पहुंचे। सुनहरी मस्जिद के सामने लखी तवाइफ के मकान पर उतरे। हर चंद हमने उनको मुबासे के लिए कहा मगर वो अपनी करतूतों से मुकाबले में ना आए और ना किसी किस्म के मसले का जवाब दे सके। बात यह है कि मिर्जा जी ज्यादातर ज़बानी जमा खर्च और अपने पेट के लालच से हर वक्त करते रहते हैं और अपने दावे के सबूत में 3 काने भी नहीं रखते। गर्ज के मिर्जा जी जैसे आए थे वैसे ही चले गए। ऐ अल्फाज जिन्हें मैं आखिर तक पढ़ के सुनाए ने आखिरी पैरा ये मुल्ला मोहम्मद बख्श जाफर जकली रहमतुल्लाह दा कोई शेख बटालवी दे शागिर्द सन। ये हवाला कहाँ से पढ़ा जा रहा है? पहले आया करो सबक जब क्लास शुरू हो उस वेले आया करो। ये रसाला शाह सुन्ना की जिल्द 18 के 9वें नंबर से पढ़ा जा रहा है। सफा नंबर 282 है, वहां से पढ़ा जा रहा है। ये तो हो गया शेख बटालवी का रसाला। आगे देखना अब। ये है जी मिर्जा कादियानी दज्जाल के अपने नशरी से ना थोड़ा क्लियर कर दो। और नहीं इंज देख सकते जिस तरह ਦੇ ਤੁਸੀਂ ਅਸਨਾਸ਼ਰੀ ਇਸ ਤਰ੍ਹਾਂ ਦੇ ਅਸਨਾਸ਼ਰੀ ਸਨ। ਜਿਹੜੇ ਭਾਬੀਆਂ ਦੇ ਸ਼ਾਗਿਰਦ ਹੋਣ ਨਾ ਉਹ ਫਿਰ ਅਸਨਾਸ਼ਰੀ ਤੇ ਆ ਜਦੋਂ ਭਾਬੀ ਇੱਧਰ ਤੇ ਭਾਬੀ ਹੁੰਦੇ ਨੇ। ਅੱਛਾ ਜੀ, ਇਹ ਗਵਾਲਾ ਲੈ ਲਓ ਇਹਨਾਂ ਦੇ ਘਰ ਦਾ। ਖੁਤਬਾਤ ਮਹਿਮੂਦ ਹੈ ਮਿਰਜ਼ਾ ਕਾਦੀਆਨੀ दज्जाल ਦੇ ਬੇਟੇ 2 ਨੰਬਰ ਖਲੀਫਾ ਦੀ ਤਹਿਰੀਰ ਹੈ ਖੁਤਬਾਤ ਮਹਿਮੂਦ ਜਿਲਦ ਨੰਬਰ 18। ਇਹ ਉਹਦਾ ਹਵਾਲਾ ਹੈ। ਕਹਿੰਦਾ मुझे याद है। कौन कहता मुझे याद है? बशीरुद्दीन महमूद अहमद कहता है मुझे याद है कि हजरत मसीह मऊद एक दफा
मुल्तान किसी मुकदमे में गवाही देने के लिए तशरीफ ले गए। मैंने उस वक्त ख्वाहिश की कि मैं भी आपके साथ जाना चाहता हूँ, चुनांचे आप मुझे अपने साथ ले गए। मेरी उम्र उस वक्त इतनी छोटी थी कि मुझे ये भी याद नहीं कि मैंने मुल्तान में क्या क्या देखा। ठीक है जी, क्योंकि 99 की पैदाइश है, 9 साल का है बच्चा, 8-9 साल का बच्चा, 97-98 की गल कि मैंने मुल्तान में क्या क्या देखा। जब हम वापस आए तो मिर्जा कादियानी मैं भी मिर्जा कादियानी लाहौर में भी 1-2 दिन ठहरे। मुल्तान से वापस आके लाहौर में भी 1-2 दिन नोट करो कितने ठहरे। मिर्जा कादियानी मुल्तान से वापस आके लाहौर में भी 1-2 दिन ठहरे। हाँ जी, कितने ठहरे? लकी तवायर अगे गल लकी तवायर दे कार 1-2 दिन ठहरे। उन्हीं दिनों किसी दोस्त ने शहर के अंदर आपकी दावत की। मुझे ये याद नहीं कि वो खाने की दावत थी या उस दोस्त ने किसी और तकरीब पर आपको बुलाया था। अंदरूने लाहौर जिते तुसी गए हो पुत्र, मैनू पता तुसी किथे गए हो अंदरूने लाहौर। जिस वक्त आप वहां से वापस आ रहे थे तो वजीर खान की मस्जिद या सुनहरी मस्जिद के करीब बहुत बड़ा हजूम इकट्ठा हो गया। मुफ्ती मोहम्मद सादिक साहब भी उन दिनों वहीं करीब ही रहते थे। मुफ्ती सादिक ने दसना कितने रहंदा सी। मुफ्ती सादिक साहब भी उन दिनों वहीं करीब ही रहते थे और मियां ताजुद्दीन साहब वहीं रहते थे। मैं नहीं जानता कि मिर्जा कादियानी दज्जाल उनमें से किस दोस्त के मकान पर तशरीफ ले गए थे। बहरहाल जब वापस आए तो मस्जिद के करीब बहुत बड़ा हजूम था और जो ही लोगों ने आपकी गाड़ी देखी उन्होंने तालियां पीटनी शुरू कर दी। बाज गालियां देने लग गए, बाज ने आपके खिलाफ नारे लगाए और शोर से आसमान सर पर उठा लिया। शायद ये नजारा मेरे जहन से उतर जाता और मैं इस वाक़े को बिल्कुल भूल जाता, मगर बचपन की उम्र के लिहाज से एक बात मैंने ऐसी देखी कि जिसने इस नज़ारे के नक्श को बहुत गहरे तौर पर मेरे दिमाग पर सबत कर दिया। वो एक बूढ़ा सा शख्स था, उसका एक बाजू टूटा था। वो नारे लगाने वालों में वो जो हजूम था उसमें एक बाजू कटा हुआ आदमी भी था, तो वो भी नारे लगाता था और कहता था मिर्जा मरदूद पढ़ो पढ़ो मिर्जा मरदूद खाना, इस तरह करके वो लगाता था नारे। लो जी, ये हो गया अंदरूने शहर। ये जहां से होकर आ रहा था, ये उसके बेटे की गवाही। आगे देखो, ये है जी डॉक्टर मिर्जा यकूब बेग। ये कहाँ थे? ये भी उनके तहरीर सुने। हजरत मसीह मऊद के एक और मुखलिस मरीद डॉक्टर मिर्जा यकूब बेग साहब थे। उन्होंने अपने कबूल अहमदियत और बाद के हालात जो 1933 या 23 लिखा, मैं पैम सुलह में लिखे जेल में दर्ज है। मेरी उम्र तकरीबन 18-19 साल की थी, यानी 1892 में, जब मैं मेडिकल कॉलेज के सेकंड ईयर क्लास में पढ़ता था कि मिर्जा कादियानी लाहौर तशरीफ लाए। डॉक्टर अब्दुल हकीम खान मरहूम ने, जो इस वक्त हो गया, ਮੈਨੂੰ ਬੜਾ ਗੁੱਸਾ ਚੜਿਆ ਹੀ ਮਿਲਣਾ ਛੇੜ। ਅਮਰ ਭਾਈ ਨੂੰ ਲੱਗਦਾ ਕਾਲ ਆ ਗਈ ਜੇ। ਓਏ ਥੁੱਕ ਚਿੱਕੜ, ਉਹ ਲੱਕੀ ਤਵਾਇਫ ਤੇਰੀ ਨਾਨੀ ਸੀ? ਲੱਖੀ ਨਾਨੀ ਸੀ ਮੈਨੂੰ ਲੱਗਦਾ।